ਸੋ ਅੱਜ ਜੋ ਆਪਾਂ ਰੀਡਿੰਗ ਕਰ ਰਹੇ ਹਾਂ ਜੀ, ਤਾਂ ਰੀਡਿੰਗ ਦਾ ਨਾਮ ਆਪਾਂ ਇੱਕ ਖੋਲਿਆ ਹੈਗਾ ਕਿ ਅਫਰੀਕਾ ਤੋਂ ਬਾਹਰ ਹੈ ਕੋਈ, ਯਾਨੀ ਕਿ ਸਹਾਰਾ ਸੋਲਰ એનર્ਜੀ ਆ। ਤਾਂ ਉਹਦੇ ਬਾਰੇ ਅੱਜ ਆਪਾਂ ਪੜਾਂਗੇ। ਤਾਂ ਜੇ ਆਪਾਂ ਜੇ ਆਪਾਂ ਦੇਖੀਏ ਰੀਡਿੰਗ ਦੀ, ਤਾਂ ਆਪਣੇ ਕੋਲੇ ਪਹਿਲੀਆਂ 5 ਹੈਗੀਆਂ ਵਾ ਹੈਡਿੰਗਸ, ਜੋ ਕਿ ਲੌਂਗ ਸੈਂਟੈਂਸਸ ਆ। ਤੇ ਤੁਹਾਨੂੰ ਪਤਾ ਤੋਂ ਸਟਾਰਟਿੰਗ ਦੇ ਵਿੱਚ ਹੀ ਲੌਂਗ ਸੈਂਟੈਂਸਸ ਵਾਲੀਆਂ ਹੈਡਿੰਗ ਹੋਣ, ਤਾਂ ਆਪਾਂ ਇਹ ਸਭ ਤੋਂ ਲਾਸਟ ਉੱਪਰ ਕਰਨੀਆਂ ਹੁੰਦੀਆਂ ਤੀਸਰੇ ਨੰਬਰ ਤੇ। ਤੇ ਜੇ ਆਪਾਂ ਦੇਖੀਏ 6 ਤੋਂ ਲੈ ਕੇ 9 ਤੱਕ ਆਪਣੇ ਕੋਲੇ ਹੈਗੇ ਆ ਜੀ, ਆਪਾਂ ਮੈਚ ਕਰਨੀਆਂ। ਆਪਾਂ ਨੂੰ ਆਰਗੇਨਾਈਜੇਸ਼ਨਸ ਦਿੱਤੀਆਂ ਹੋਈਆਂ ਵਾ, ਨੀਚੇ ਲਿਸਟ ਦਿੱਤੀ ਹੋਈ ਆ। ਆ ਸਾਰੀਆਂ ਆਪਾਂ ਨੂੰ ਕੰਪਨੀਜ਼ ਵਗੈਰਾ ਦਿੱਤੀਆਂ ਹੋਈਆਂ ਇੱਕ ਤਰ੍ਹਾਂ ਦੀਆਂ, ਤੇ ਆਪਾਂ ਦੇਖਣਾ ਕਿਹਦੇ ਨਾਲ ਕਿਹੜਾ ਮੈਚ ਹੋਊਗਾ ਜੀ। ਤੇ ਆਪਣੇ ਕੋਲ ਹੈਗੇ 6 ਤੋਂ ਲੈ ਕੇ 9 ਤੱਕ। ਤੇ ਬੈਸਟ ਸਟ੍ਰੈਟਜੀ ਕੀ ਹੈ ਕਿ ਜੋ ਕੰਪਨੀਜ਼ ਦੇ ਨਾਮ ਹੈਗੇ ਆ, ਜੋ ਕੰਪਨੀਜ਼ ਦੇ ਨਾਮ ਆਪਾਂ ਸਰਕਲ ਕਰ ਲਾਂਗੇ, ਯਾਨੀ ਕਿ ਮਾਈਂਡ ਵਿੱਚ ਰੱਖ ਲਾਂਗੇ। ਆਪਾਂ ਨੂੰ ਜਿਵੇਂ ਜਿਵੇਂ ਮਿਲੀ ਗਏ ਆਪਾਂ ਜੋ ਹੈਗੇ ਉਹ ਸਰਕਲ ਕਰੀ ਜਾਵਾਂਗੇ। ਤੇ ਜੇ ਆਪਾਂ ਜਾ ਕੇ ਦੇਖੀਏ ਹੁਣ ਯਾਨੀ ਕਿ 10 ਤੋਂ 13 ਤੱਕ ਆਪਣੇ ਕੋਲ ਹੈਗੀਆਂ 4 ਬਲੈਂਕਸ, ਜਿਹਦੀ ਲਿਮਿਟ ਹੈਗੀ ਹੈ no more than 2 words। ਤਾਂ ਦੇਖੋ ਤੁਹਾਨੂੰ ਇੱਕ ਹੈਡਿੰਗ ਵੀ ਦਿੱਤੀ ਹੋਈ ਆ ਹੁੰਦੀ। ਜਦੋਂ ਹੈਡਿੰਗ ਦਿੱਤੀ ਹੋਵੇ ਉੱਪਰ, ਤਾਂ ਉਹਦੀ ਸਟਰੋਂਗ ਪੋਸੀਬਿਲਿਟੀ ਹੋ ਜਾਂਦੀ ਵੀ ਉਹ ਇੱਕ ਸਿੰਗਲ ਪੈਰੇ 'ਚ ਵੀ ਹੋ ਸਕਦੀਆਂ ਬਣੀਆਂ ਤਣੀਆਂ ਸਾਰੀਆਂ, ਜਾਂ 2 ਪੈਰਿਆਂ 'ਚ ਵੀ ਹੋ ਸਕਦੀਆਂ। ਯਾਨੀ ਕਿ ਜਿੱਥੋਂ ਤੱਕ ਉਹ ਪੈਰਾ ਸਾਰਾ ਚੱਲੂਗਾ ਜੀ, ਯਾਨੀ ਕਿ ਜਿੰਨੀ ਲੈਂਥ ਉਹ ਕਵਰ ਕਰੂਗਾ। ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਪੈਰਾ ਕਿਹੜਾ ਹੋਊਗਾ, ਯਾਨੀ ਕਿ CSP ਤੇ ਬੇਸ ਹੈ ਜੀ। ਤਾਂ ਆਪਾਂ ਜਾ ਕੇ ਦੇਖਾਂਗੇ ਵੀ ਜਿੱਥੇ ਆਪਾਂ ਨੂੰ CSP ਲੱਭਦਾ ਵਾ। ਦੇਖੋ ਤੁਹਾਡੇ ਕੋਲ 3 ਟਾਈਪਸ ਆ ਹੈਡਿੰਗ ਹੋ ਗਈਆਂ, ਜੋ ਆਪਾਂ ਤੀਜੇ ਨੰਬਰ ਤੇ ਕਰਨੀਆਂ, ਆਪਾਂ ਪਹਿਲੇ ਤੀਸਰੇ ਨੰਬਰ ਤੇ ਰੱਖ ਲੈਂਦੇ ਆ। ਬਾਅਦ ਤੋਂ ਆਪਣੇ ਕੋਲ 2 ਚੀਜ਼ਾਂ ਹੁੰਦੀਆਂ, ਇੱਕ ਤਾਂ ਬਲੈਂਕਸ ਹੁੰਦੀਆਂ ਤੇ ਇੱਕ ਆਪਣੇ ਕੋਲ ਹੁੰਦੀਆਂ ਕੰਪਨੀ ਜਿਹੜੇ ਆਪਾਂ ਯਾਨੀ ਕਿ ਨਾਮ ਨਾਲ ਮੈਚ ਕਰਨੇ। ਦੇਖੋ ਜੇ ਤੁਹਾਨੂੰ CSP ਮਿਲਦਾ ਵਾ, ਸਭ ਤੋਂ ਪਹਿਲਾਂ ਤੁਹਾਡੀਆਂ ਬਲੈਂਕਸ ਟਾਰਗੇਟ ਹੁੰਦੀਆਂ ਵਾ, ਤਾਂ ਸਭ ਤੋਂ ਪਹਿਲਾਂ ਫਿਰ ਆਪਾਂ ਬਲੈਂਕਸ ਹੀ ਕਰਾਂਗੇ। ਬਲੈਂਕਸ ਕਰਨ ਤੋਂ ਬਾਅਦ ਦੂਸਰੇ ਨੰਬਰ ਤੇ ਆਪਾਂ ਕੰਪਨੀਜ਼ ਦੇ ਜੋ ਨਾਮ ਨਾਲ ਆਪਾਂ ਮੈਚ ਕਰਨੇ ਆ, ਤੇ ਥਰਡ ਨੰਬਰ ਉੱਪਰ ਆਪਣਾ ਜੋ ਲਾਸਟ ਰਹਿ ਜਾਊਗਾ ਉਹ ਆਪਣੀਆਂ ਹੈਡਿੰਗ ਰਹਿ ਜਾਣਗੀਆਂ। ਸੋ ਜੋ ਕੰਪਨੀਜ਼ ਦੇ ਨਾਮ ਆਪਣੇ ਮਾਈਂਡ ਦੇ ਵਿੱਚ ਰੱਖ ਲਓ। ਪਹਿਲੀ ਗੱਲ ਤਾਂ ਜੋ ਕੰਪਨੀਜ਼ ਦੇ ਨਾਮ, ਤਾਂ ਧਿਆਨ ਨਾਲ ਦੇਖਿਓ, ਯਾਨੀ ਕਿ B ਵਾਲਾ ਤਾਂ ਮੈਨੂੰ ਵੈਸੇ ਹੀ ਦਿਖ ਜਾਣਾ ਜਿੱਥੇ ਕੈਪੀਟਲ ਲਿਖਿਆ ਹੋਇਆ, ਫਿਰ ABB ਪਾਵਰ ਵੀ ਆਪਾਂ ਨੂੰ ਦਿਖ ਜਾਣਾ ਜਿੱਥੇ ਲਿਖਿਆ ਪਿਆ ਹੋਇਆ ਜੀ। ਫਿਰ ਆਪਣੇ ਕੋਲੇ D ਯਾਨੀ ਕਿ ਹੀਰੀਓ ਸਪੇਸ ਸੈਂਟਰ ਆਪਣੇ ਮਾਈਂਡ 'ਚ ਰੱਖ ਲਓ। ਫਿਰ ਆਹ ਵਰਡ ਆਪਣੇ ਮਾਈਂਡ 'ਚ ਰੱਖ ਲਓ ਜੀ। ਫਿਰ ਯਾਨੀ ਕਿ ਯੂਰਪੀਅਨ ਪਾਰਲੀਮੈਂਟ ਤੇ ਫਿਰ ਇਲੈਕਟ੍ਰੋਨਿਕ ਪਾਰਲੀਮੈਂਟ, ਆਹ ਦੋਨੇ ਨਾਮ ਆਪਾਂ ਇਕੱਠੇ ਵੇਖਾਂਗੇ ਜੇ ਕਿਤੇ ਮਿਲ ਸਕੇ ਤਾਂ। ਯੂਰਪੀਅਨ ਪਾਰਲੀਮੈਂਟ ਤੇ ਆਪਣੇ ਕੋਲ ਜੀ ਇਲੈਕਟ੍ਰੋਨਿਕ ਪਾਰਲੀਮੈਂਟ। ਤੇ ਸਭ ਤੋਂ ਪਹਿਲੇ ਨੰਬਰ ਵਾਲਾ ਆਪਣੇ ਕੋਲੇ ਐਗਰੀਕਲਚਰ ਦੇ ਰਿਲੇਟਡ ਆਰਗੇਨਾਈਜੇਸ਼ਨ। ਹਾਂਜੀ ਜੀ, ਹੁਣ ਸਭ ਤੋਂ ਪਹਿਲਾਂ ਆਪਾਂ ਲੱਭਦੇ ਹਾਂ ਜੋ ਆਪਾਂ ਨੂੰ ਕਿ CSP ਦਿੱਤਾ ਹੋਇਆ ਸੀ। ਧਿਆਨ ਨਾਲ ਦੇਖੋ ਤਾਂ ਪਹਿਲੇ ਵਾਲੇ ਵਿੱਚ ਜੋ 10ਵਾਂ ਕੁਐਸਚਨ, 10ਵੇਂ ਦੇ ਵਿੱਚ ਵੀ CSP ਲਿਖਿਆ ਪਿਆ, ਫਿਰ 12ਵੇਂ 'ਚ ਜਾ ਕੇ ਦੇਖੋ ਤਾਂ ਫਿਰ CSP ਲਿਖਿਆ ਪਿਆ। ਆਪਾਂ ਜਾ ਕੇ ਦੇਖਦੇ ਵੀ ਆਪਾਂ ਨੂੰ CSP ਕਿੱਥੇ ਮਿਲਦਾ ਰੀਡਿੰਗ ਦੇ ਵਿੱਚ। ਹਾਂਜੀ, ਤਾਂ ਦੇਖੋ ਆਪਣੇ ਕੋਲੇ ਦੇਖੋ ਹੈਡਿੰਗ ਤੋਂ ਗਾਂਹ ਵਾਲੀ ਵੈਸੇ ਕਿਹੜੀਆਂ ਹੁੰਦੀਆਂ ਆਪਣੇ ਕੋਲੇ ਕੰਪਨੀ ਦੇ ਨਾਮ ਆ ਜੋ ਸਾਰੀ ਰੀਡਿੰਗ ਨੂੰ ਹੀ ਕਵਰ ਕਰ ਸਕਦੇ ਆ ਜੀ। ਜੇ ਇੱਕ ਸਿੰਗਲ ਪੈਰੇ ਵਿੱਚ ਇੱਕ ਸਿੰਗਲ ਕੰਪਨੀ ਵੀ ਲਿਖੀ ਹੋਈ ਤਾਂ ਸਾਰੇ ਪੈਰੇ ਕਵਰ ਹੋ ਜਾਣੇ ਆ ਜੀ। ਹਾਂਜੀ, ਤਾਂ ਆਪਾਂ B ਦੇ ਵਿੱਚ ਜਾ ਕੇ ਦੇਖਦੇ ਹਾਂ, ਜਿੱਥੇ ਤੁਹਾਨੂੰ ਕੋਈ ਵੀ ਚੀਜ਼ ਮਿਲਦੀ ਹੈ ਆਪਾਂ ਉਹਨੂੰ ਉੱਥੇ ਸਰਕਲ ਕਰ ਲਾਂਗੇ ਜੀ। ਹਾਂਜੀ, ਤਾਂ B ਦੇ ਵਿੱਚ ਆਪਾਂ ਨੂੰ ਨਹੀਂ ਹਾਲੇ ਤੱਕ ਨਹੀਂ ਆਪਾਂ ਨੂੰ ਮਿਲਿਆ। ਧਿਆਨ ਨਾਲ ਦੇਖੋ, ਮੈਨੂੰ ਇੱਥੇ ਪਹਿਲੀ ਕੰਪਨੀ ਦਾ ਨਾਮ ਮਿਲ ਗਿਆ, ਆ ਇੱਥੇ ਲਿਖਿਆ ਪਿਆ ਜੀ, ਤੇ ਮੈਂ ਇਹਨੂੰ ਸਟਾਰ ਬਣਾ ਲਿਆ ਇਹਦੇ ਉੱਪਰ। ਤੇ ਹੁਣ C ਦੇ ਵਿੱਚ ਜੇ ਤੁਸੀਂ ਧਿਆਨ ਨਾਲ ਜਾ ਕੇ ਦੇਖੋ ਤਾਂ ਜਗ੍ਹਾ ਜਗ੍ਹਾ ਤੇ CSP ਲਿਖਿਆ ਪਿਆ ਵਾ, ਯਾਨੀ ਕਿ ਹੋ ਸਕਦਾ CSP ਦੀ ਗੱਲ ਇਹ 'ਚ ਹੋਈ ਆ। ਜੇ ਤੁਸੀਂ D ਪੈਰੇ ਤੇ ਜਾ ਵੜੋ ਤਾਂ ਟੌਪਿਕ ਚੇਂਜ ਹੋ ਗਿਆ, ਸੈਕਿੰਡ ਕੰਪਨੀ ਦਾ ਹੁਣ ਆਪਣੇ ਕੋਲ ਨਾਂ ਆ ਗਿਆ ਜੋ ਆਰਗੇਨਾਈਜੇਸ਼ਨ ਸੀ। ਮਤਲਬ ਕਿ ਆਪਣੀਆਂ ਜੋ ਬਲੈਂਕਸ ਦੀ ਲੋਕੇਸ਼ਨ ਆ ਉਹ ਆਪਾਂ C ਤੋਂ ਲੱਭਣੀ ਸਟਾਰਟ ਕਰਾਂਗੇ। ਜੋ ਗਾਂਹ ਜਾਣੀਆਂ ਹੋਈਆਂ ਤਾਂ ਆਪਾਂ ਨੂੰ ਬਾਅਦ ਚੋਂ ਪਤਾ ਲੱਗ ਜਾਊਗਾ ਵੀ ਉਹ ਕਿੱਥੋਂ ਕੁ ਤੱਕ ਹੁੰਦੀਆਂ। ਤਾਂ ਹੁਣ ਆਪਾਂ ਫਿਲਹਾਲ ਕੀ ਕਰਦੇ ਹਾਂ, ਕੰਪਨੀਜ਼ ਦੇ ਨਾਮ ਵੀ ਲੱਭ ਹੀ ਲੈਂਦੇ। ਜੋ ਤੁਹਾਨੂੰ ਯਾਨੀ ਕਿ ਲੱਗਦੀ ਹੈ ਇੱਥੇ ਕੰਪਨੀਆਂ ਜੋ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਆਏ ਹੋ, ਤਾਂ ਧਿਆਨ ਨਾਲ ਦੇਖਿਓ ਜੀ। ਮੈਂ ਉਹ ਸਾਰੀਆਂ ਨੂੰ ਕੀ ਕਰੀ ਜਾਂਦਾ ਵਾ, ਇੱਥੇ ਸਟਾਰ ਬਣਾਈ ਜਾਂਦਾ, ਤਾਂ ਕਿ ਆਪਾਂ ਨੂੰ ਬਾਅਦ ਚੋਂ ਕੋਈ ਦਿੱਕਤ ਨਾ ਆਵੇ। ਹਾਂਜੀ, ਤਾਂ ਨੈਕਸਟ ਆਪਾਂ ਜਾ ਕੇ ਦੇਖੀਏ ਕੋਈ ਇੱਥੇ ਵੈਸੇ ਯੂਰਪ ਵਰਡ ਲਿਖਿਆ ਪਿਆ ਵਾ, ਯੂਰਪੀਅਨ ਗਵਰਨਮੈਂਟ ਸੀਗੀ ਜੀ ਆਪਣੇ ਕੋਲੇ। ਇੱਥੇ ਧਿਆਨ ਨਾਲ ਦੇਖਿਓ ਜੀ, ਇੱਥੇ ਵੀ ਆਪਣੇ ਕੋਲੇ ਯੂਰਪ ਲਿਖਿਆ ਪਿਆ ਵਾ, ਤੇ ਨਾਲ ਹੀ ਆਪਣੇ ਕੋਲੇ ਬਾਅਦ ਚੋਂ ਯਾਨੀ ਕਿ ਗਵਰਨਮੈਂਟ ਦੀਆਂ ਗੱਲਾਂ ਕਰਨ ਲੱਗ ਗਏ। ਵੈਸੇ ਆਹ ਦੇਖੋ, ਪੜ੍ਹ ਕੇ ਦੇਖ ਲਾਂਗੇ ਜੇ ਆਪਾਂ ਨੂੰ ਮਿਲਦਾ ਤਾਂ ਆਪਾਂ ਦੇਖਾਂਗੇ।
ਨੈਕਸਟ ਨਾਮ ਹੈਗਾ ਜੀ ਤੁਹਾਡੇ ਸਾਹਮਣੇ ਪਿਆ ਜੀ ਆ ਵਾਲਾ, ਯੂਰਪੀਅਨ ਪਾਰਲੀਮੈਂਟ ਹੀ ਲੱਭ ਗਿਆ ਆਪਾਂ ਨੂੰ, ਬਣਿਆ ਤਾਂ ਨਹੀਂ ਨਾਲ ਆ, ਫਿਰ ਆਪਾਂ ਰਿਮੂਵ ਹੀ ਕਰ ਦਿੰਦੇ, ਯੂਰਪੀਅਨ ਗਵਰਨਮੈਂਟ ਨਹੀਂ, ਯੂਰਪੀਅਨ ਪਾਰਲੀਮੈਂਟ। ਤਾਂ ਜੇ ਤੁਸੀਂ ਜੀ ਦੇ ਵਿੱਚ ਜਾ ਕੇ ਦੇਖੋ ਜੀ ਤਾਂ ਇਲੈਕਟ੍ਰੋਨਿਕ ਪਾਰਲੀਮੈਂਟ ਆਪਣੇ ਕੋਲੇ ਜੀ। ਜੇ ਉਦੋਂ ਗਾਂ ਜਾ ਕੇ ਆਪਾਂ ਦੇਖੀਏ ਤਾਂ ਬਸ ਇੱਥੇ ਆਪਣਾ ਖਤਮ ਹੋ ਗਿਆ। ਤੇ ਧਿਆਨ ਨਾਲ ਦੇਖਿਓ ਜੀ, ਕੰਪਨੀਜ਼ ਦੇ ਨਾਮ ਵੀ ਆਪਾਂ ਟਾਰਗੇਟ ਕਰ ਲਿਆ, ਜਿੱਥੇ ਜਿੱਥੇ ਆਪਾਂ ਨੂੰ ਜਿਹੜੇ ਜਿਹੜੇ ਵੀ ਮਿਲ ਸਕੇ ਆਪਾਂ ਨੂੰ, ਜੋ ਕਿ ਇੱਕ ਅੱਧਾ ਰਹਿੰਦਾ ਹੋਇਆ ਆਪਾਂ ਦੇਖਾਂਗੇ ਫਿਰ ਦੁਬਾਰਾ। ਤੇ ਆ ਆਪਾਂ ਨੂੰ ਇੱਕ ਹੋਰ ਲੱਭ ਗਿਆ ਜੀ, ਆ ਧਿਆਨ ਨਾਲ ਦੇਖੋ ਜੀ। ਤਾਂ ਆਪਾਂ ਕੀ ਕੀਤਾ ਜੀ, ਕੰਪਨੀਜ਼ ਦੇ ਨਾਮ ਟਾਰਗੇਟ ਕਰ ਲਏ ਆ। ਹੁਣ ਆਪਾਂ ਨੂੰ ਟਾਈਮ ਵੇਸਟ ਨਹੀਂ ਹੋਊਗਾ ਆਪਣਾ। ਤੇ ਹੁਣ ਆਪਣਾ ਸਭ ਤੋਂ ਪਹਿਲਾ ਸਟੈਪ ਹੈਗਾ ਵਾ ਬਲੈਂਕਸ ਨੂੰ ਕਰਨਾ ਜੀ। ਬਲੈਂਕਸ ਕਰਨ ਤੋਂ ਬਾਅਦ ਚੋਂ ਆਪਾਂ ਕੰਪਨੀ ਦਾ ਨਾਮ ਕਰਾਂਗੇ। ਸੋ ਹਾਂਜੀ 10th ਨੰਬਰ ਵਾਲਾ ਕੁਐਸਚਨ ਦੇਖਿਓ ਜੀ ਸਾਰਿਆਂ ਨੇ, ਕੀ ਕਹਿੰਦੇ। ਦੇਖੋ ਇਹਦਾ ਮਤਲਬ ਹੁੰਦਾ ਵਾ ਨਾਟ ਸਿਮਿਲਰ। ਸਭ ਤੋਂ ਸੌਖਾ ਮੀਨਿੰਗ ਇਹਦਾ ਨੋਟ ਕਰ ਲਓ, ਨਾਟ ਸਿਮਿਲਰ। ਮੀਨਿੰਗ ਕੀ ਹੈ ਜੀ, ਕਹਿੰਦੇ ਸੋਲਰ ਪੈਨਲ ਦੇ ਵਾਂਗੂ ਨਹੀਂ ਕਹਿੰਦੇ, ਯਾਨੀ ਕਿ ਸੋਲਰ ਪੈਨਲ ਦੇ ਵਾਂਗੂ ਸੇਮ ਨਹੀਂਗਾ ਜੀ ਕਹਿੰਦੇ। ਕੌਣ? CSP ਕਹਿੰਦੇ ਸੋਲਰ ਪੈਨਲ ਵਾਂਗੂ ਨਹੀਂਗਾ। CSP ਕਨਸੈਂਟਰੇਟ ਕਾਤੇ ਕਰਦਾ ਵਾ ਜੀ, ਸਨ ਦੀਆਂ ਰੇਜ਼ ਤੇ ਕਰਦਾ ਵਾ, ਸੂਰਜ ਦੀਆਂ ਕਿਰਨਾਂ। ਯਾਨੀ ਕਿ ਬਾਉਲ ਜੋ ਯਾਨੀ ਕਿ ਬਾਉਲਰਸ ਹੁੰਦੇ ਆ, ਤੇ ਬਾਈ ਯੂਜ਼ਿੰਗ ਡੈਸ਼, ਤੇ ਆਹ ਵਾਲੀ ਚੀਜ਼ ਯੂਜ਼ ਕਰਦਾ ਵਾ। ਆਪਾਂ ਜਾ ਕੇ ਦੇਖਦੇ ਵੀ CSP ਜੋ ਹੈ ਜੀ, ਉਹ ਸੂਰਜ ਦੀਆਂ ਕਿਰਨਾਂ ਦੇ ਉੱਪਰ ਕਨਸੈਂਟਰੇਟ ਕਰਦਾ। ਕਿਹੜੀ ਚੀਜ਼ ਯੂਜ਼ ਕਰਦਾ ਵਾ, ਜਾ ਕੇ ਦੇਖ ਕੇ ਉਹਨੇ ਜੀ। ਪੈਰਾਗ੍ਰਾਫ C ਤੁਹਾਡੇ ਸਾਹਮਣੇ ਪਿਆ ਜੀ। ਤੁਹਾਡਾ ਕੀਵਰਡ ਆ ਜੀ ਸਨ ਰੇਜ਼ ਹੋ ਸਕਦਾ ਜੀ। ਇੱਥੇ ਧਿਆਨ ਨਾਲ ਦੇਖੋ ਤਾਂ ਇੱਥੇ ਬਣਿਆ ਤਾਂ ਨੇ ਇੱਕ ਵਰਡ ਪਿਆ ਜੀ, ਕਹਿੰਦੇ ਸੋਲਰ ਪੈਨਲ ਦੇ ਵਾਂਗੂ ਨਹੀਂ, ਜੋ ਕਿ ਕਹਿੰਦੇ ਕਨਵਰਟ ਕਰ ਦਿੰਦਾ ਵਾ ਸਨਲਾਈਟ ਨੂੰ ਡਾਇਰੈਕਟ ਇਲੈਕਟ੍ਰਿਸਿਟੀ ਦੇ ਨਾਲ। ਯਾਨੀ ਕਿ ਸੋਲਰ ਪੈਨਲ ਤਾਂ ਸੂਰਜ ਦੀਆਂ ਕਿਰਨਾਂ ਨੂੰ ਡਾਇਰੈਕਟਲੀ ਕਨਵਰਟ ਕਰ ਦਿੰਦਾ, ਬਲਕਿ CSP ਕਹਿੰਦੇ ਕੀ ਕਰਦਾ, ਕਹਿੰਦੇ ਕਿ ਯੂਟੀਲਾਈਜ਼ ਕਰਦਾ, ਜੋ ਯਾਨੀ ਕਿ ਮਿਰਰਸ ਹੁੰਦੇ ਆ ਜੀ, ਜੋ ਕਿ ਫੋਕਸ ਕਰਦੇ ਆ। ਫੋਕਸ ਮੀਨਸ ਯਾਨੀ ਕਿ ਕਨਸੈਂਟਰੇਟ ਕਰਦੇ ਆ ਲਾਈਟ ਦੇ ਉੱਪਰ। ਲਾਈਟ ਮੀਨਸ ਯਾਨੀ ਕਿ ਸਨਸ ਰੇਜ਼। ਕਹਿੰਦੇ ਕਿ ਬਾਇਲਰ ਨੂੰ ਬਾਅਦ ਚੋਂ ਕੀ ਲਿਖਤਾ ਕਿ ਜਾਂ ਤਾਂ ਵਾਟਰ ਪਾਈਪ ਜਾਂ ਕਹਿੰਦੇ ਬਾਇਲਰ। ਤੁਸੀਂ ਮੈਨੂੰ ਇਹ ਚੀਜ਼ ਦੱਸੋ ਕਿ ਕਿਹੜੀ ਚੀਜ਼ ਯੂਜ਼ ਕੀਤੀ ਜੀ CSP ਨੇ। ਤੁਹਾਨੂੰ ਮੈਂ ਮਿਊਟ ਤੋਂ ਖੋਲਦਾ, ਕਿਹੜੀ ਚੀਜ਼ ਯੂਜ਼ ਕੀਤੀ ਜੀ ਇਹਨੇ ਫੋਕਸ ਕਰਨ ਦੇ ਲਈ। ਹਾਂਜੀ ਹਾਂਜੀ ਦੱਸੋਗੇ ਜੀ ਕਿਹੜੀ ਚੀਜ਼ ਯੂਜ਼ ਕੀਤੀ ਜੀ। ਸਰ ਮਿਰਰਸ। ਮਿਰਰਸ ਸਰ। ਦੇਖੋ ਯੂਟੀਲਾਈਜ਼ ਕਿਹਦਾ ਸਿਨੋਨਿਮ ਹੁੰਦਾ ਜੀ, ਯੂਟੀਲਾਈਜ਼ ਕਰਨਾ ਕਿਸੇ ਚੀਜ਼। ਯੂਟੀਲਾਈਜ਼ ਕਰਨਾ ਮੀਨਸ ਯੂਜ਼ ਕਰਨਾ। ਤੇ ਚੀਜ਼ ਯੂਜ਼ ਕਿਹੜੀ ਹੋਈ ਸੀ, ਯਾਨੀ ਕਿ ਮਿਰਰ ਯੂਜ਼ ਹੋਈ ਸੀ। ਤੇ ਮਿਰਰ ਕਿਉਂ ਯੂਜ਼ ਹੁੰਦੇ ਆ, ਤਾਂ ਕਿ ਕਨਸੈਂਟਰੇਟ ਕੀਤਾ ਜਾਏ। ਫੋਕਸ ਮੀਨਸ ਕਨਸੈਂਟਰੇਟ। ਮੈਨੂੰ ਯੈਸ ਔਰ ਨੋ ਦੱਸ ਦਿਓ, ਪਤਾ ਲੱਗ ਗਿਆ ਸਾਰਿਆਂ ਨੂੰ। ਯੂਜ਼ ਕਰਨਾ ਮੀਨਸ ਯੂਟੀਲਾਈਜ਼ ਕਰਨਾ ਕਿਸੇ ਚੀਜ਼। ਤੇ ਆਪਾਂ ਇਧਰ ਲੱਭਣ ਆਏ ਸੀ ਕਿ ਸੋਲਰ ਪੈਨਲ ਕਿਹੜੀ ਚੀਜ਼ ਨੂੰ ਯੂਜ਼ ਕਰਦਾ ਵਾ। ਸੋ ਯੂਟੀਲਾਈਜ਼ ਕਰਦਾ ਯਾਨੀ ਕਿ ਮਿਰਰਸ ਨੂੰ। ਨੈਕਸਟ ਚੱਲਦੇ, ਧਿਆਨ ਨਾਲ ਦੇਖਿਓ ਜੀ। ਨੈਕਸਟ ਬਲੈਂਕਸ ਤੁਹਾਡੇ ਤੋਂ ਪੁੱਛਣਾ, ਪੁੱਛੂੰਗਾ ਮੈਂ ਪਹਿਲਾਂ। ਕਹਿੰਦੇ ਰਿਜ਼ਲਟਿੰਗ ਹੀਟ ਆ ਜਿਹੜੀ ਬਾਅਦ ਚੋਂ ਹੀਟ ਨਿਕਲਦੀ ਹੈ, ਕਹਿੰਦੇ ਤੇ ਉਹ ਹੀਟ ਪ੍ਰੋਡਿਊਸ ਕਰਦੀ ਹੈ। ਕੀ ਪ੍ਰੋਡਿਊਸ ਕਰਦੀ ਆ, ਯਾਨੀ ਕਿ ਹਾਈ ਟੈਂਪਰੇਚਰ ਡੈਸ਼। ਕਹਿੰਦੇ ਜੀ ਜੋ ਰਿਜ਼ਲਟਿੰਗ ਹੀਟ ਹੁੰਦੀ ਆ ਉਹ ਹਾਈ ਟੈਂਪਰੇਚਰ ਡੈਸ਼ ਨੂੰ ਪ੍ਰੋਡਿਊਸ ਕਰ ਦਿੰਦੀ ਆ, ਜੋ ਕਿ ਬਦਲੇ ਵਿੱਚ, ਉਹ ਕਹਿੰਦੇ ਕਿ ਵਿਚ ਇਨ ਟਰਨ, ਨੋਟ ਕਰ ਲਓ ਟਾਸਕ 2 ਦਾ ਕਨੈਕਟਰ ਆ, ਬਹੁਤ ਵਧੀਆ। ਜੋ ਕਿ ਬਦਲੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਲੋਟ ਆਫ ਪੀਪਲ, ਤੁਸੀਂ ਕਹੋ ਕਹਿੰਦੇ ਕਿ ਲੋਟ ਆਫ ਪੀਪਲ ਕੰਜ਼ਿਊਮ ਫਾਸਟ ਫੂਡ ਵਿਚ ਇਨ ਟਰਨ, ਜੋ ਕਿ ਬਦਲੇ ਦੇ ਵਿੱਚ ਬਾਅਦ ਚੋਂ ਕਾਫੀ ਜ਼ਿਆਦਾ ਡਿਜ਼ੀਜ਼ ਦਾ ਕਾਰਨ ਬਣ ਜਾਂਦਾ। ਤਾਂ ਦੇਖੋ ਇਹ ਵਿਚ ਇਨ ਟਰਨ ਨੂੰ ਟਾਸਕ 2 ਦੇ ਵਿੱਚ ਯੂਜ਼ ਕੀਤਾ ਜਾ ਸਕਦਾ। ਬਹੁਤ ਜ਼ਿਆਦਾ ਵਧੀਆ ਲੈਵਲ ਦਾ ਕਨੈਕਟਰ। ਚਲੋ ਜੀ ਰੀਡਿੰਗ ਤੇ ਵਾਪਸ ਆਉਂਦੇ ਆ। ਕਹਿੰਦੇ ਰਿਜ਼ਲਟਿੰਗ ਹੀਟ ਜਿਹੜੀ ਹੈਗੀ ਉਹ ਪ੍ਰੋਡਿਊਸ ਕਰਦੀ ਹੈ, ਕੀ ਪ੍ਰੋਡਿਊਸ ਕਰਦੀ ਹੈ, ਹਾਈ ਟੈਂਪਰੇਚਰ ਡੈਸ਼ ਨੂੰ ਪ੍ਰੋਡਿਊਸ ਕਰ ਦਿੰਦੀ ਹੈ, ਜੋ ਕਿ ਬਦਲੇ ਦੇ ਵਿੱਚ ਬਾਅਦ ਚੋਂ ਟਰਬਾਈਨ ਨੂੰ ਮੂਵ ਕਰ ਦਿੰਦਾ ਜੀ। ਆਪਾਂ ਜਾ ਕੇ ਦੇਖ ਕੇ ਆਉਣਾ ਵੀ ਹਾਈ ਟੈਂਪਰੇਚਰ ਕਿਹੜੀ ਚੀਜ਼ ਪੈਦਾ ਹੋਈ ਆ, ਜਿਹੜੀ ਬਾਅਦ ਚੋਂ ਟਰਬਾਈਨ ਨੂੰ ਮੂਵ ਕਰਾ ਦਿੰਦੀ ਹੈ ਤੇ ਬਾਅਦ ਚੋਂ ਬਿਜਲੀ ਪੈਦਾ ਹੋ ਜਾਂਦੀ ਹੈ। ਚਲੋ ਜਾ ਕੇ ਦੇਖ ਕੇ ਆਉਂਦੇ, ਉਹ ਕਿਹੜੀ ਚੀਜ਼ ਹੈ ਜੀ ਹਾਈ ਟੈਂਪਰੇਚਰ ਜਿਹੜੀ ਬਾਅਦ ਚੋਂ ਪੈਦਾ ਹੋ ਜਾਂਦੀ ਹੈ, ਤੇ ਯਾਨੀ ਕਿ ਜਨਰੇਟਰ ਨੂੰ ਮੂਵ ਕਰਾ ਦਿੰਦੀ ਹੈ, ਜਨਰੇਟਰ ਨੂੰ ਚਾਲੂ ਕਰ ਦਿੰਦੀ ਹੈ। ਤੇ ਕਹਿੰਦੇ ਜੀ ਓਕੇ, ਯਾਨੀ ਕਿ ਮਿਰਰ ਯੂਜ਼ ਹੁੰਦੇ ਆ ਫੋਕਸ ਕਰਨ ਦੇ ਲਈ ਜੀ। ਤੇ ਬਾਅਦ ਚ ਪ੍ਰੋਡਿਊਸ ਕਰਦੇ ਆ ਜੀ, ਪ੍ਰੋਡਿਊਸ ਕਰਦੇ ਵੈਰੀ ਹੌਟ ਸਟਰੀਮ ਨੂੰ ਪੈਦਾ ਕਰ ਦਿੰਦੇ ਆ ਟੂ
ਆਪਰੇਟ ਦਾ ਟਰਬਾਈਨਸ ਆਫ ਜਨਰੇਟਰ। ਮੈਨੂੰ ਦੱਸੋਗੇ ਜੀ ਕਿਹੜੀ ਚੀਜ਼ ਪੈਦਾ ਹੁੰਦੀ ਹੈ ਜੀ? ਹਾਂਜੀ ਸਰ ਮੈਨੂੰ ਪੜ੍ਹ ਸਟੀਮ। ਕੇ ਦੱਸੋ। ਸਟੀਮ ਸਰ। ਬਾਕੀ ਇਹਨੇ ਪੜ੍ਹ ਕੇ ਦੱਸਿਓ ਜੀ ਕਿਹੜੀ ਚੀਜ਼ ਪੈਦਾ ਹੁੰਦੀ ਹੈ? ਹਾਈ ਟੈਂਪਰੇਚਰ ਆ ਉਹ ਚੀਜ਼, ਹਾਈ ਟੈਂਪਰੇਚਰ मतलब कि बहुत ज्यादा टेम्परेचर। हाई टेम्परेचर का सिंपटम की हो गया? वेरी हॉट। वेरी हॉट। देखो वेरी हॉट का मतलब की हो गया टेम्परेचर बहुत ज्यादा। ते चीज वो केड़ी है? स्टीम आ। वेरीफाई करो कि स्टीम टरबाइन नु मूव कराउंदी आ। ऑपरेट दा मतलब हुंदा चलाउणा, चालू कर देना, स्टार्ट कर देना। किनु जी? टरबाइन्स नु। बिल्कुल जी। तां अपने कोल जेड़ा मैच होया जी स्ट्रीम मैच होया जी अपने कोल, हाई टेम्परेचर स्ट्रीम। हाँ जी नैक्सट चलते हैं जी आप। नैक्सट ध्यान नाल देखियो जी की कहंदे। नैक्सट दे विच कहंदे कि जो CSP प्लांट्स हैगे आ, जो CSP प्लांट है कहंदे विल बी सिचुएटेड, वो होणगे कहंदे डैश दे विच होणगे जी। वो कहणगे सिचुएटेड इन डैश। वैसे नहीं कि जगह नहीं लगदा हुंदा, तुहानू पता जो आ वर्ड आए वो कहणे कि रेफर किहदी तरफ करदा वा? प्लेस दी तरफ। ਕਿਹੜੀ ਚੀਜ਼ ਦੇ ਵਿੱਚ ਸਿਚੁਏਟਡ ਹੋਣਗੇ ਆਪਾਂ ਜਾ ਕੇ ਦੇਖ ਕੇ ਆਉਣੇ। ਤੇ ਕਹਿੰਦੇ ਜੀ ਇਹ ਪਰਮਿਸ਼ਨ ਦੇਣਗੇ ਕਹਿੰਦੇ ਸੀ ਵਾਟਰ ਨੂੰ ਵੀ ਟੂ ਰਨ ਇਨ, ਕਿ ਵਿੱਚ ਦੀ ਲੰਘ ਜਾਵੇ। ਕਹਿੰਦੇ ਸੀ ਵਾਟਰ ਨੂੰ ਪਰਮਿਸ਼ਨ ਦੇਣਗੇ ਵੀ ਉਹ ਵਿੱਚ ਦੀ ਲੰਘ ਜਾ ਕਰੂਗਾ। ਕਹਿੰਦੇ CSP ਪਲਾਂਟ ਸਿਚੁਏਟਡ ਹੋਣਗੇ ਡੈਸ਼ ਚੀਜ਼ ਦੇ ਵਿੱਚ। ਚਲੋ ਜਾ ਕੇ ਦੇਖ ਕੇ ਆਉਣੇ ਜੀ ਆਪਾਂ। ਜਾ ਕੇ ਦੇਖ ਕੇ ਆਉਣੇ ਕਿ CSP ਪਲਾਂਟ ਜਿਹੜੇ ਹੈਗੇ ਆ ਜੀ, ਧਿਆਨ ਨਾਲ ਜਾ ਕੇ ਦੇਖੋ ਤਾਂ ਤੁਹਾਡੇ ਸਾਹਮਣੇ ਕੀਵਰਡ ਪਿਆ ਜੀ CSP प्लांट। हाँ जी कहते जी जो यानी कि सहारा फॉरेस्ट प्रोजेक्ट है वो यानी कि जो यानी कि प्रपोजल्स करता वा भी यानी कि फ्यूचर ਨੂੰ ਲੈ ਕੇ ਇੱਕ ਪ੍ਰਪੋਜ਼ਲ ਆਉਦਾ ਕੀ ਬਣਨਾ। ਕਹਿੰਦੇ ਬਿਲਡਿੰਗ यानी कि ਕਿਹੜੀ ਚੀਜ਼ ਬਿਲਡ ਹੋਣੀ? ਕਹਿੰਦੇ ਜੀ CSP प्लांट ਬਿਲਡ ਹੋਣੀ ਹੈ ਜੀ। ਕਹਿੰਦੇ ਇਹਦੇ ਵਿੱਚ ਜੀ ਜਗ੍ਹਾ ਦੇ ਵਿੱਚ, ਹੁਣ ਆਪਾਂ ਜਗ੍ਹਾ ਥੋੜੀ ਲਿਖ ਦਾਂਗੇ, ਜਾ ਕੇ ਦੇਖਦੇ ਆਪਾਂ ਕਿਹੜੀ ਜਗ੍ਹਾ ਕੋਈ ਆਪਾਂ ਨੂੰ ਕੋਈ ਹੋਰ ਨਾਮ ਮਿਲਦਾ ਜਾਂ ਨਹੀਂ। ਕਹਿੰਦੇ CSP ਪਲਾਂਟ ਕਹਿੰਦੇ ਜਗ੍ਹਾ ਚ ਬਣ ਗਏ, ਉਹ ਜਗ੍ਹਾ ਕਹਿੰਦੇ ਨੇ ਕਿ ਬਿਲੋ ਸੀ ਲੈਵਲ ਤੋਂ ਨੀਚੇ ਹੋਊਗੀ ਜੀ। ਆ ਸਾਰੀ ਲਾਈਨ ਮੈਨੂੰ ਪੜ੍ਹ ਕੇ ਤੁਸੀਂ ਦੱਸੋ ਜੀ ਕਿ ਕੀ ਆਨਸਰ ਆ ਸਕਦਾ। ਧਿਆਨ ਨਾਲ ਤੁਸੀਂ ਪੜ੍ਹ ਕੇ ਦੱਸੋ ਜੀ ਕਿ ਕੀ ਹੋ ਸਕਦਾ। हाँ जी ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ, ਤਾਂ ਮੈਨੂੰ ਦੱਸੋ ਵੀ ਆਨਸਰ ਕੀ ਹੋ ਸਕਦਾ। ਹਾਂਜੀ ਬਸ ਲਾਈਨ ਦੇ ਵਿੱਚ ਹੀ ਹੈ ਜੀ ਆਨਸਰ। ਦੇਖੋ ਕਦੇ ਕਦੇ ਕੀ ਹੁੰਦਾ ਤੁਹਾਡੇ ਸਾਹਮਣੇ ਲਾਈਨ ਲਿਖੀ ਪਈ ਹੁੰਦੀ ਹੈ, ਤੁਹਾਨੂੰ ਇਹ ਚੀਜ਼ ਨਹੀਂ ਪਤਾ ਲੱਗ ਸਕਦੀ ਹੁੰਦੀ ਕਈ ਵਾਰੀ ਕਿ ਮੈਂ ਸਾਰੀ ਲਾਈਨ ਚੋਂ ਵਰਡ ਕਿਹੜਾ ਸਿਲੈਕਟ ਕਰਾਂ। ਤੁਹਾਡਾ ਕੁਐਸਚਨ ਸੀਗਾ ਜੀ ਜੋ ਪਲਾਂਟਸ ਹੈਗੇ ਉਹ ਸਿਚੁਏਟਡ ਹੋਣਗੇ ਡੈਸ਼ ਦੇ ਵਿੱਚ, ਜਿਹੜੇ ਕਿ ਸੀ ਵਾਟਰ ਨੂੰ ਵੀ ਪਰਮਿਸ਼ਨ ਦੇਣਗੇ ਲੰਘਣ ਦੀ। ਤੁਹਾਨੂੰ ਇਹਨਾਂ ਨੇ ਕਿਹਾ ਸਹਾਰਾ ਫੋਰੈਸਟ ਜਿਹੜੇ ਹੈਗੇ ਆ ਪ੍ਰਪੋਜ਼ਲ ਵਹੀ ਹੁਣੇ ਪ੍ਰਪੋਜ਼ਲ ਕੀਤਾ ਜਾ ਰਿਹਾ ਵੀ ਉਹ CSP ਪਲਾਂਟ ਹਾਂਜੀ ਬਿਲਡ ਹੋਣਗੇ ਜੀ। ਕਹਿੰਦੇ ਕਿਹੜੀ ਜਗ੍ਹਾ ਤੇ ਬਿਲਡ ਹੋਣਗੇ? ਜੋ ਸੀ ਲੈਵਲ ਤੋਂ ਨੀਚੇ ਹੋਊਗੀ ਜੀ। ਬ੍ਰੈਕਟ ਦੇ ਵਿੱਚ ਦੱਸਿਆ ਕਿ ਸਹਾਰਾ ਕੋਲੇ ਕਾਫੀ ਜ਼ਿਆਦਾ ਯਾਨੀ ਕਿ ਸੱਚ ਡਿਪਰੈਸ਼ਨਸ ਵੀ ਕਾਫੀ ਜ਼ਿਆਦਾ ਇਦਾਂ ਦੇ ਡਿਪਰੈਸ਼ਨਸ ਹੈਗੇ ਆ। ਉਹ ਕਹਿੰਦੇ ਫਿਰ ਕਿਹੜੀ ਜਗ੍ਹਾ ਦੇ ਵਿੱਚ ਬਣਨਗੇ ਜੀ ਉਹ? ਫਿਰ ਸਰ ਸਹਾਰਾ। ਸਹਾਰਾ ਤਾਂ ਉਹ ਸਾਰੀ ਜਗ੍ਹਾ ਦਾ ਨਾਮ ਹੈ। ਡਿਪਰੈਸ਼ਨਸ ਜੀ ਧਿਆਨ ਨਾਲ ਦੇਖਿਓ। ਦੇਖੋ ਸਹਾਰਾ ਕਿਉਂ ਲਾਵਾਂਗੇ? ਸਹਾਰਾ ਤਾਂ ਫੋਰੈਸਟ ਸਾਰਾ ਬਣਿਆ ਤਣਿਆ ਵਾ ਜੀ। ਸਹਾਰਾ ਤਾਂ ਉਹ ਸਾਰੀ ਚੀਜ਼ ਹੈਗੀ ਹੋਈ ਆਪਣੇ ਕੋਲੇ ਪਹਿਲਾਂ ਹੀ ਆਲਰੇਡੀ। ਇੱਕ ਫੋਰੈਸਟ ਤਾਂ ਬਹੁਤ ਵੱਡਾ ਜੀ, ਫੋਰੈਸਟ ਕਹ ਲਓ ਜਾਂ ਤੁਸੀਂ ਇੱਥੇ ਹੈਡਿੰਗ 'ਚ ਲਿਖਿਆ ਪਿਆ ਵਾ ਸਹਾਰਾ ਕੋਈ ਨਾ ਕੋਈ ਮਾਰੂਥਲ ਹੋ ਸਕਦਾ। ਹਾਂ ਯਾਨੀ ਕਿ ਡੈਜ਼ਰਟ ਹੈ ਜੀ। ਦੇਖੋ ਬਹੁਤ ਜ਼ਿਆਦਾ ਯਾਨੀ ਕਿ ਮਾਰੂਥਲ ਹੈ ਵੱਡਾ। ਸਹਾਰਾ ਦੇ ਵਿੱਚ ਤਾਂ ਬਣਨਾ ਹੀ ਆ, ਬਟ ਉਹ ਕਿਹੜੀ ਚੀਜ਼ ਦੇ ਵਿੱਚ ਬਣਨੇ ਸਹਾਰਾ 'ਚ, ਇਹ ਪੁੱਛਿਆ ਸੀ। ਧਿਆਨ ਨਾਲ ਦੇਖੋ ਸਹਾਰਾ ਫੋਰੈਸਟ ਪ੍ਰੋਜੈਕਟ ਨੇ ਪ੍ਰਪੋਜ਼ਲ ਕੀਤਾ CSP ਪਲਾਂਟ ਕਹਿੰਦੇ ਸੀ ਲੈਵਲ ਤੋਂ ਨੀਚੇ ਬਣਨਗੇ। ਬ੍ਰੈਕਟ ਦੱਸਿਆ ਪਿਆ ਕਿ ਸਹਾਰਾ ਡੈਜ਼ਰਟ ਦੇ ਕੋਲੇ ਕਾਫੀ ਜ਼ਿਆਦਾ ਕਹਿੰਦਾ ਸੱਚ ਡਿਪਰੈਸ਼ਨ ਹੈਗੇ ਆ। ਸੱਚ ਡਿਪਰੈਸ਼ਨ ਕਿਹੜੇ ਕਹਿ ਰਹੇ ਆ? ਯਾਨੀ ਕਿ ਸੀ ਲੈਵਲ ਤੋਂ ਨੀਚੇ ਕਹਿੰਦੇ ਕਾਫੀ ਜ਼ਿਆਦਾ ਡਿਪਰੈਸ਼ਨਸ ਹੈਗੀ ਆ ਸਹਾਰਾ ਦੇ ਕੋਲੇ। ਯਾਨੀ ਕਿ ਫਿਰ ਉਹ ਕਿੱਥੇ ਬਣਨਗੇ ਜੀ? ਡਿਪਰੈਸ਼ਨਸ ਦੇ ਵਿੱਚ ਬਣਨਗੇ। ਹੁਣ ਤੁਸੀਂ ਇਹ ਡਿਪਰੈਸ਼ਨ ਨੂੰ ਕਿਹੜਾ ਡਿਪਰੈਸ਼ਨ ਸਮਝ ਗਏ? ਜਿਹੜਾ ਹਿਊਮਨਸ ਨੂੰ ਹੁੰਦਾ
ਤੁਹਾਡੇ ਵਿੱਚੋਂ ਕਿਸ ਨੇ ਇਹਨੂੰ ਹਿਊਮਨ ਵਾਲਾ ਡਿਪਰੈਸ਼ਨ ਸਮਝਿਆ ਹੋਵੇ ਜੀ? ਸਮਝਿਆ ਸੀ ਜੀ ਕਿਸੇ ਨੇ ਹਿਊਮਨ ਵਾਲਾ ਡਿਪਰੈਸ਼ਨ? ਤੁਹਾਡੇ ਵਿੱਚੋਂ ਕਈ ਬੱਚਿਆਂ ਨੇ ਸਮਝ ਲਿਆ ਹੋਣਾ। ਪਰ ਦੇਖੋ ਡਿਪਰੈਸ਼ਨ ਦਾ ਮੀਨਿੰਗ ਹਰ ਵਾਰ ਉਹ ਡਿਪਰੈਸ਼ਨ ਨਹੀਂ ਹੁੰਦਾ ਜਿਹੜਾ ਹਿਊਮਨਸ ਨੂੰ ਹੁੰਦਾ ਵਾ। ਯਾਨੀ ਕਿ ਡਿਪਰੈਸ਼ਨ ਦਾ ਮਤਲਬ, ਧਿਆਨ ਨਾਲ ਇਹ ਵਰਡ ਨੂੰ ਦੇਖੋ ਜੀ, ਧਿਆਨ ਨਾਲ ਦੇਖੋ, ਇਹਦਾ ਮਤਲਬ ਹੁੰਦਾ ਨੇ ਕਿ ਡਿਪਰੈਸ। ਯਾਨੀ ਕਿ ਡਿਪਰੈਸ ਦਾ ਇੱਕ ਹੋਰ ਮਤਲਬ ਵੀ ਨਿਕਲ ਸਕਦਾ ਹੁੰਦਾ, ਜਿਹੜੀ ਜਗ੍ਹਾ ਯਾਨੀ ਕਿ ਦਬੀ ਵੀ ਹੁੰਦੀ ਹੈ ਜੀ। ਤਾਂ ਸਹਾਰਾ ਦੇ ਕੋਲੇ ਕਾਫੀ ਜ਼ਿਆਦਾ ਦੱਬੀਆਂ ਵੀਆਂ ਹਾਂਜੀ, ਜੋ ਯਾਨੀ ਕਿ ਜਗ੍ਹਾ ਹੈਗੀਆਂ ਵਾ, ਜੋ ਸੀ ਲੈਵਲ ਤੋਂ ਨੀਚੇ ਹੈ, ਜਿੱਥੋਂ ਪਾਣੀ ਵੀ ਲੰਘ ਜਾਇਆ ਕਰੂਗਾ, ਤੇ ਉਹ ਯਾਨੀ ਕਿ ਉਹ ਡਿਪਰੈਸ਼ਨਸ ਦੇ ਵਿੱਚ ਬਾਅਦ ਲੰਘਣਾ ਜੀ। ਹੁਣ ਜੋ ਇਹ CSP ਪਲਾਂਟ ਬਣਨੇ ਡਿਪਰੈਸ਼ਨਸ ਦੇ ਵਿੱਚ ਬਣਨੇ। ਤਾਂ ਮੈਨੂੰ ਯੈਸ ਔਰ ਨੋ ਦੱਸ ਦਿਓ ਜੀ, ਪਤਾ ਲੱਗ ਗਿਆ ਤੁਹਾਨੂੰ ਡਿਪਰੈਸ਼ਨ ਦਾ ਦੂਜਾ ਮੀਨਿੰਗ ਕੀ ਹੋ ਸਕਦਾ? ਡਿਪਰੈਸ਼ਨ ਮੀਨਸ ਡਿਪਰੈਸ। ਡਿਪਰੈਸ ਦਾ ਮਤਲਬ ਕਿਸੇ ਜਗ੍ਹਾ ਦਾ ਪ੍ਰੈਸ ਹੋ ਜਾਣਾ, ਨੀਚੇ ਨੂੰ ਹੋ ਜਾਣਾ ਜੀ, ਤਾਂ ਉਹਨੂੰ ਆਪਾਂ ਡਿਪਰੈਸ਼ਨ ਕਹਿ ਦਿੰਦੇ ਹਾਂ। ਹਾਂਜੀ, ਨੈਕਸਟ ਚੱਲਦੇ ਜੀ ਆਪਾਂ। ਤਾਂ ਇੱਥੇ ਤੁਹਾਨੂੰ ਸਾਫ਼-ਸਾਫ਼ ਲਿਖਿਆ ਪਿਆ ਸੀ ਵੀ ਇਹ ਜਿਹੜਾ ਮਾਰੂਥਲ ਹੈਗਾ ਵਾ, ਮਾਰੂਥਲ ਦੇ ਕੋਲੇ ਕਾਫੀ ਜ਼ਿਆਦਾ ਡਿਪਰੈਸ਼ਨ ਹੈਗੇ ਆ। ਕਿਹੜੇ ਜੀ? ਬਿਲੋ ਸੀ ਲੈਵਲ ਦੇ ਇਹ ਹੈਗੇ ਆ ਜੀ, ਸੋ ਦੈਟ ਵਾਟਰ ਲੈਵਲ ਕੈਨ ਫਲੋ ਇਨਟੂ them। ਤੇ ਵਾਟਰ ਲੈਵਲ ਕਿਹਨਾਂ ਦੇ ਵਿੱਚੋਂ ਲੰਘ ਸਕਦਾ ਵਾ ਜੀ? ਜਿਹੜੇ ਡਿਪਰੈਸ਼ਨ ਹੈਗੇ ਆ ਜੀ, ਮਤਲਬ ਕਿ CSP ਪਲਾਂਟਸ ਡਿਪਰੈਸ਼ਨ ਦੇ ਵਿੱਚ ਬਣਨੇ ਆ ਜੀ, ਇਸਦਾ ਮਤਲਬ। ਹਾਂਜੀ, ਨੈਕਸਟ ਚੱਲਦੇ ਜੀ, ਧਿਆਨ ਨਾਲ ਦੇਖਿਓ। ਨੈਕਸਟ ਦੇਖਿਓ ਜੀ, ਲਾਸਟ ਵਾਲਾ ਜੀ। ਹਾਂਜੀ, ਲਾਸਟ ਵਾਲੇ ਵਿੱਚ ਕਿਹਾ ਜੀ, ਕਹਿੰਦੇ ਰਿਜ਼ਲਟਿੰਗ ਡਰਟੀ ਵਾਟਰ ਜਿਹੜਾ ਹੈਗਾ ਜੀ, ਜੋ ਰਿਜ਼ਲਟਿੰਗ ਡਰਟੀ ਵਾਟਰ ਆ ਵਿਲ ਬੀ ਯੂਜ਼ਡ ਫॉर ਡੈਸ਼। ਕਹਿੰਦੇ ਜਿਹੜਾ ਜੀ ਡਰਟੀ ਵਾਟਰ ਆ, ਕਹਿੰਦੇ ਉਹ ਯੂਜ਼ ਹੋਊਗਾ ਡੈਸ਼ ਚੀਜ਼ ਦੇ ਲਈ, ਯਾਨੀ ਕਿ ਰਾਉਂਡ ਦਾ ਪਾਵਰ ਪਲਾਂਟ, ਯਾਨੀ ਕਿ ਪਾਵਰ ਪਲਾਂਟ ਦੇ ਅਰਾਊਂਡ ਜਾ ਕੇ ਦੇਖਦੇ ਹਾਂ ਵੀ ਡਰਟੀ ਵਾਟਰ ਕਿਹੜੀ ਚੀਜ਼ ਦੇ ਲਈ ਯੂਜ਼ ਹੋਊਗਾ। ਆਪਣਾ ਮੇਨ ਇੱਥੇ ਮੋਟਿਵ ਹੈਗਾ ਇਹ ਲੱਭਣ ਦਾ ਕਿ ਜੀ ਡਰਟੀ ਵਾਟਰ ਕਿਹੜੀ ਚੀਜ਼ ਦੇ ਲਈ ਯੂਜ਼ ਹੋਊਗਾ। ਗਾਂ ਚੱਲਦੇ ਹਾਂ ਜੀ ਆਪਾਂ। ਕਹਿੰਦੇ ਜੀ ਸੀ ਵਾਟਰ ਫਲੋ ਕਰ ਸਕਦਾ ਵਾ, ਤੇ ਜਿਹੜਾ ਜੀ ਇਹ ਵਾਟਰ ਆ ਕਹਿੰਦੇ ਵੁੱਡ ਬੀ ਪਿਓਰੀਫਾਈਡ। ਇਹ ਵਾਟਰ ਕਹਿੰਦੇ ਪਿਓਰੀਫਾਈਡ ਹੋਊਗਾ ਜੀ, ਤੇ ਯੂਜ਼ ਕੀਤਾ ਜਾਊਗਾ, ਯੂਜ਼ ਫॉर ਕੀ ਪਰਪਸ ਦੱਸਿਆ ਹੋਇਆ ਜੀ, ਯਾਨੀ ਕਿ ਪਾਵਰਿੰਗ ਟਰਬਾਈਨਸ, ਟਰਬਾਈਨਸ ਨੂੰ ਪਾਵਰ ਕਰਨ ਦੇ ਲਈ, ਤੇ ਵਾਸ਼ਿੰਗ ਡਸਟ, ਤੇ ਡਸਟ ਨੂੰ ਵਾਸ਼ ਕਰਨ ਦੇ ਲਈ। ਹੁਣ ਇਹ ਕਿਹੜਾ ਪਾਣੀ ਹੈ? ਯਾਨੀ ਕਿ ਇਹ ਪਾਣੀ ਹੈ ਜਿਹੜਾ ਪਿਛਲੇ ਦੀ ਗੱਲ ਕਰੀ ਜਾਂਦੇ, ਸੀ ਵਾਟਰ। ਹੁਣ ਇਹ ਡਰਟੀ ਹੋਇਆ ਕਿ ਹਲੇ ਤੱਕ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗਿਆ ਜੀ। ਤਾਂ ਗਾਂ ਜਾ ਕੇ ਵੇਸਟ ਵਾਟਰ, ਹੁਣ ਤੁਹਾਡੀ ਲੋਕੇਸ਼ਨ ਆਈ ਹੈ ਜੀ। ਪਹਿਲਾਂ ਵਾਲਾ ਸੀ ਵਾਟਰ ਸੀਗਾ ਜੀ, ਸੀ ਵਾਟਰ ਕੀ ਪਤਾ ਡਰਟੀ ਹੈਗਾ ਕਿ ਨਹੀਂ, ਆਪਾਂ ਨੂੰ ਥੋੜੀ ਪਤਾ। ਸੀ ਵਾਟਰ ਨੇ ਕੀ ਕਰਨਾ? ਪਿਓਰੀਫਾਈ ਕਰਨਾ ਵਾ ਜੀ, ਜੋ ਪਾਵਰਿੰਗ ਟਰਬਾਈਨਸ ਨੂੰ ਕਹਿੰਦੇ ਉਹ ਪਿਓਰੀਫਾਈ ਹੋਊਗਾ, ਬਾਅਦ ਚ ਯੂਜ਼ ਕੀਤਾ ਜਾਊਗਾ ਟਰਬਾਈਨਸ ਨੂੰ ਪਾਵਰ ਦੇਣ ਦੇ ਲਈ, ਤੇ ਬਾਅਦ ਚੋਂ ਕਿ ਡਸਟ ਨੂੰ ਵਾਸ਼ ਕਰਨ ਲਈ। ਹੁਣ ਜਿਹੜਾ ਜੋ ਪਾਣੀ ਹੁਣ ਗੰਦਾ ਹੋਇਆ ਵਾ, ਧਿਆਨ ਨਾਲ ਦੇਖਿਓ ਜੀ, ਹੁਣ ਤੁਹਾਡੀ ਲੋਕੇਸ਼ਨ, ਹੁਣ ਜਦੋਂ ਉਹਨੇ ਸਾਫ਼ ਸਫਾਈ ਕਰਤੀ ਪਾਣੀ ਨੇ, ਹੁਣ ਉਹ ਗੰਦਾ ਹੋਇਆ ਵਾ। ਹੁਣ ਜਿਹੜਾ ਵੇਸਟ ਵਾਟਰ ਆ ਵੁੱਡ ਦੈਨ ਬਾਅਦ ਚੋਂ ਸਪਲਾਈ ਕਰੂਗਾ। ਸਪਲਾਈ ਕਿਹਨੂੰ ਕਰੂਗਾ? ਕੀ ਮੈਨੂੰ ਆ ਸਾਰਾ ਪੜ੍ਹ ਕੇ ਦੱਸੋ ਜੀ, ਕੀ ਲਾਵਾਂ? ਕਈ ਬੱਚਿਆਂ ਨੇ ਤਾਂ ਵਾਲੇ ਸੈਂਟੈਂਸ ਚ ਲਾ ਜਾਣਾ, ਤਾਂ ਵਾਲੇ ਸੈਂਟੈਂਸ ਵਿੱਚ ਹਲੇ ਸੀ ਵਾਟਰ ਦੀ ਗੱਲ ਹੋਈ ਹੈ ਇਕੱਲੇ ਦੀ, ਹਾਲੇ ਉਹ ਪਾਣੀ ਗੰਦਾ ਹੋਇਆ ਕਿ ਨਹੀਂ ਹੋਇਆ ਆਪਾਂ ਨੂੰ ਨਹੀਂ ਪਤਾ ਲੱਗਿਆ। ਗਾਂ ਜਾ ਕੇ ਲਿਖਿਆ ਪਿਆ ਵੇਸਟ ਵਾਟਰ, ਵੇਸਟ ਮੀਨਸ ਡਰਟੀ ਵਾਟਰ। ਹਾਂਜੀ, ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਕਿ ਕੀ ਲਾਈਏ ਜੀ ਆਂਸਰ। ਮੈਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ। ਹਾਂਜੀ ਸਰ ਇਰੀਗੇਸ਼ਨ। ਹਾਂਜੀ, ਕਾਹਦੇ ਲਈ ਜੀ? ਇਰੀਗੇਸ਼ਨ ਸਰ, ਇਰੀਗੇਸ਼ਨ। ਹਾਂਜੀ ਬਿਲਕੁਲ ਸਹੀ ਆਂਸਰ ਜੀ। ਸੋ ਕਿਹਦੇ ਵਿੱਚ? ਯਾਨੀ ਕਿ ਫੀਲਡਸ ਵਗੈਰਾ ਦੇ ਵਿੱਚ ਯੂਜ਼ ਹੋ ਸਕਦਾ, ਫਾਰਮਰਸ ਦੇ ਕੰਮ ਆ ਸਕਦਾ। ਹਮੇं ਲੱਗੀ ਤਾਂ ਆਪਣਾ ਆਂਸਰ ਸਪਲਾਈ ਮੀਨਸ ਕਿ ਉਹ ਹਾਂਜੀ ਕਿਹੜੀ ਚੀਜ਼ ਦੇ ਵਿੱਚ ਹੈਲਪ ਕਰੂਗਾ? ਇਰੀਗੇਸ਼ਨ। ਹਾਂਜੀ ਦੱਸੋ ਜੀ ਸਰ। ਅਗਰ ਸਾਡੇ ਮਾਈਂਡ 'ਚ ਸੀ ਵਾਟਰ ਨਾ ਵੀ ਆਵੇ ਤਾਂ ਇੱਥੇ ਇਹ ਵੀ ਲਿਖਿਆ ਨਾ ਕਿ ਦਿਸ ਵਾਟਰ ਵੁੱਡ ਦੈਨ ਬੀ ਪਿਓਰੀਫਾਈਡ। ਉੱਥੇ ਲਿਖਿਆ ਮਤਲਬ ਡਰਟੀ ਵਾਟਰ ਨੂੰ ਸਪਲਾਈ ਕੀਤਾ, ਇੱਥੇ ਪਿਓਰੀਫਾਈਡ ਵਾਟਰ ਯੂਜ਼ ਫॉर ਪਾਵਰ ਟਰਬਾਈਨ। ਤਾਂ ਵੀ ਅਸੀਂ ਅਗਲੇ ਤੋਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ ਜੀ। ਯਾਨੀ ਕਿ ਉਹ ਵਾਟਰ ਨੂੰ ਪਿਓਰੀਫਾਈ ਕੀਤਾ ਜਾਂਦਾ, ਤੇ ਯਾਨੀ ਕਿ ਜੋ ਆ ਇੱਥੇ ਜੋ ਪਾਣੀ ਯੂਜ਼ ਹੋ ਰਿਹਾ
ਪਿਓਰੀਫਾਈਡ ਆ ਸਰ। ਹਾਂ ਜਾਨੀ ਕਿ ਪਿਓਰੀਫਾਈਡ ਵਾਟਰ ਯੂਜ਼ ਹੋ ਰਿਹਾ ਤੇ ਵੇਸਟ ਵਾਟਰ ਦੀਆਂ ਗੱਲਾਂ ਹੁਣ ਗਾਂ ਜਾ ਕੇ ਕੀਤੀਆਂ। ਸਮਝ ਲੱਗੀ ਸਾਰਿਆਂ ਨੂੰ? ਕਲੀਅਰ? ਓਕੇ ਹਾਂਜੀ। ਤਾਂ ਦੇਖੋ ਇਹ ਬਲੈਂਕ ਸੀਗੀਆਂ ਜੀ ਆਪਣਾ, ਜਿਹਦੇ ਵਿੱਚ ਆਪਾਂ ਮੈਕਸਿਮਮ 2 ਵਰਡਸ ਲਿਖ ਸਕਦੇ ਸੀਗੇ, ਬਟ ਉੱਥੇ ਆਪਾਂ ਨੂੰ ਮਿਲੇ ਸਿੰਗਲ ਜੀ। ਜੇ ਕੋਈ ਮੂਰੇ ਵਰਡ ਹੁੰਦਾ ਫਿਰ ਆਪਾਂ ਦੇਖਣਾ ਸੀ ਵੀ ਆਪਾਂ ਨੂੰ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ। ਸੋ ਆਪਣੀਆਂ ਜੋ ਬਲੈਂਕਸ ਆ ਉਹ ਡਨ ਹੋ ਗਈਆਂ ਜੀ। ਹੁਣ ਦੇਖੋ ਬਲੈਂਕਸ ਤੋਂ ਬਾਅਦ ਚੋਂ ਬਲੈਂਕਸ ਵਾਲਾ ਆਪਣਾ ਪੈਰਾ ਕਿਹੜਾ ਸੀਗਾ ਜੀ? ਸੀ ਪੈਰਾ ਸੀਗਾ ਜੀ ਆਪਣਾ, ਸੀ ਨੰਬਰ ਵਾਲਾ ਪੈਰਾ ਸੀ। ਚਲੋ ਜੀ ਨੈਕਸਟ ਚੱਲਦੇ ਆਪਾਂ। ਤਾਂ ਦੇਖੋ ਹੁਣ ਆਪਣੀਆਂ ਜੋ ਕੰਪਨੀਜ਼, ਇੱਕ ਵਾਰੀ ਆਪਾਂ ਕੰਪਨੀਜ਼ ਤੇ ਫਿਰ ਨਿਗਾਹ ਮਾਰਦੇ ਹਾਂ ਕਿਉਂਕਿ ਆਪਾਂ ਵੈਰੀਫਾਈ ਕਰਨਾ ਆਪਾਂ ਕਿਹੜੀਆਂ ਲੱਭ ਲਈਆਂ। ਤਾਂ ਧਿਆਨ ਨਾਲ ਦੇਖੋ, ਪਹਿਲੀ ਵੀ ਲੱਭ ਗਈ, ਦੂਸਰੀ ਵੀ ਡਨ ਹੋ ਗਈ, ਤੀਸਰੀ, ਚੌਥੀ, ਤੇ ਆਹ ਕੰਪਨੀ ਆਪਾਂ ਨੂੰ ਹਲੇ ਤੱਕ ਸ਼ਾਇਦ ਨਹੀਂ ਲੱਭੀ ਜੀ। ਜੋ ਆਹ ਵਾਲੀ ਕੰਪਨੀ ਆਪਾਂ ਨੂੰ ਹੈਗੀ ਆ ਉਹ ਆਪਾਂ ਨੂੰ ਨਹੀਂ ਲੱਭੀ ਹਲੇ ਤੱਕ। ਯੂਰਪੀਅਨ ਪਾਰਲੀਮੈਂਟ ਵੀ ਲੱਭ ਗਈ ਤੇ ਆਪਾਂ ਨੂੰ ਇਲੈਕਟ੍ਰੋਨਿਕ ਪਾਰਲੀਮੈਂਟ, ਆਪਾਂ ਨੂੰ ਸਾਰੀਆਂ ਟਾਰਗੇਟ ਹੋ ਗਈਆਂ ਜੀ। ਛੁੱਟ ਕਹਿੰਦੇ ਤੋਂ ਆ ਇੱਕ ਸਿੰਗਰ ਰਹਿ ਗਿਆ। ਚਲੋ ਦੇਖਦੇ ਹਾਂ ਆਪਾਂ ਜੇ ਆਪਾਂ ਨੂੰ ਕਿਤੇ ਮਿਲੂਗੀ। ਚਲੋ ਜੀ ਹੁਣ ਦੇਖੋ ਜਿਹੜੀਆਂ ਕੰਪਨੀਜ਼ ਨੂੰ ਆਪਾਂ ਰਾਉਂਡ ਕੀਤਾ ਹੋਇਆ ਵਾ ਤੇ ਉਹ ਆਪਾਂ ਹੁਣ ਦੇਖਦੇ ਹਾਂ ਜਿਨ੍ਹਾਂ ਨੂੰ ਆਪਾਂ ਰਾਉਂਡ ਕੀਤਾ ਹੋਇਆ। ਤਾਂ ਧਿਆਨ ਨਾਲ ਦੇਖਿਓ ਜੀ, ਆਪਾਂ ਸਟਾਰਟਿੰਗ ਤੋਂ ਹੀ ਚੱਲਾਂਗੇ, ਜਿੱਦਾਂ ਜਿੱਦਾਂ ਕੰਪਨੀਜ਼ ਆਪਾਂ ਨੂੰ ਲੱਭੀਆਂ ਸੀਗੀਆਂ। ਪੈਰਾਗ੍ਰਾਫ ਬੀ ਦੇ ਵਿੱਚ ਸਾਰੇ ਜਣਿਆਂ ਨੂੰ, ਹਾਂਜੀ ਇਹ ਕੰਪਨੀ ਹੈ ਜੀ ਆਪਣੇ ਕੋਲ ਜੋ ਲਿਖੀ ਪਈ ਆ, ਆਰਗੇਨਾਈਜੇਸ਼ਨ ਜੋ ਲਿਖੀ ਪਈ ਆ, ਧਿਆਨ ਨਾਲ ਪੜ੍ਹ ਕੇ ਦੇਖਦੇ ਹਾਂ, ਬਾਅਦ ਚੋਂ ਜਾ ਕੇ ਮੈਚ ਕਰਾਵਾਂਗੇ ਵੀ ਕਿਹੜਾ ਮੈਚ ਹੋਇਆ ਜੀ। ਤਾਂ ਇੱਥੇ ਕੋਈ ਨਾ ਕੋਈ ਪਰਸਨ ਕਹਿ ਰਿਹਾ, ਕਹਿੰਦਾ ਜੀ ਮੈਂ ਮੰਨਦਾ ਵਾਂ ਕਿ ਜੀ ਇਹ ਸਸੈਪਟੀਕਲ ਦਾ ਮਤਲਬ ਸ਼ੱਕ, ਡਾਊਟ। ਮੈਂ ਮੰਨਦਾ ਵੀ ਜੀ ਇਹ ਡਾਊਟ ਆ, ਕਹਿੰਦੇ ਯਾਨੀ ਕਿ ਜਦੋਂ ਤੱਕ ਕਹਿੰਦੇ ਮੈਂ ਕੈਲਕੂਲੇਸ਼ਨ ਨਹੀਂ ਕੀਤੀ। ਦੇਖੋ 1 ਨਹੀਂ ਗਾ ਜੀ, ਯਾਨੀ ਕਿ ਮਿਸ ਪ੍ਰਿੰਟ ਹੋਇਆ। ਕਹਿੰਦੇ ਜਦੋਂ ਤੱਕ ਮੈਂ ਜੀ ਕਹਿੰਦੇ ਕੈਲਕੂਲੇਸ਼ਨਸ ਨਹੀਂ ਕੀਤੀਆਂ ਸੀਗੀਆਂ ਖੁਦ, ਕਹਿੰਦਾ ਜੀ ਮੈਂ ਮੰਨਦਾ ਵੀ ਇਹ ਇੱਕ ਡਾਊਟਫੁਲ ਚੀਜ਼ ਆ ਜਦੋਂ ਤੱਕ ਮੈਂ ਖੁਦ ਕੈਲਕੂਲੇਸ਼ਨਸ ਨਹੀਂ ਕੀਤੀਆਂ ਸੀ, ਯਾਨੀ ਕਿ ਮੈਨੂੰ ਸ਼ੱਕ ਹੀ ਸੀ ਕਹਿੰਦਾ ਪਹਿਲਾਂ। ਤਾਂ ਮਿਚਲ ਕਹਿ ਰਿਹਾ ਜੀ, ਜੋ ਕਿ ਡਾਇਰੈਕਟਰ ਆ, ਗਾਂ ਜਾ ਕੇ ਉਹ ਆਪਣੇ ਕੋਲੇ ਫਾਰਮ ਦਾ ਨਾਮ ਲਿਖਿਆ ਪਿਆ। ਤਾਂ ਯਾਨੀ ਕਿ ਆਹ ਵਾਲੀ ਲਾਈਨ ਨਹੀਂ ਆਪਾਂ ਪੜਾਂਗੇ, 1 ਆਫ ਦਾ 3 ਬ੍ਰਿਟਿਸ਼, ਇੱਥੇ ਲਿਖਿਆ ਪਿਆ ਵੀ ਕਿਹੜੀਆਂ ਕੰਪਨੀਆਂ ਦੇ ਵਿੱਚੋਂ ਇੱਕ ਹੈਗੀ ਹੈ ਜੀ। ਗਾਂ ਜਾ ਕੇ ਆਪਾਂ ਦੇਖਦੇ ਹਾਂ ਵਿਚ ਇਜ਼ ਟੈਸਟਿੰਗ, ਜੋ ਕਿ ਕਹਿੰਦੇ ਜੀ ਟੈਸਟ ਕਰ ਰਹੀ ਹੈ। ਧਿਆਨ ਨਾਲ ਦੇਖਿਓ ਜੀ, ਜੋ ਇਹ ਕੰਪਨੀ ਹੈਗੀ ਆ ਜੀ, ਜੋ ਇਹ ਆਰਗੇਨਾਈਜੇਸ਼ਨ ਹੈਗੀ ਆ, ਤੇ ਜੀ ਇਹ ਟੈਸਟਿੰਗ ਕਰ ਰਹੀ ਹੈ। ਟੈਸਟਿੰਗ ਕਿਹਨੂੰ ਕਰ ਰਹੀ ਹੈ? ਸੋਲਰ ਪਲਾਂਟਸ ਨੂੰ ਟੈਸਟ ਕਰ ਰਹੀ ਹੈ। ਤੇ ਟੈਸਟ ਕਿੱਥੇ ਕਿੱਥੇ ਕਰ ਰਹੀ ਹੈ? 2 ਆਪਾਂ ਨੂੰ ਆ ਜਗ੍ਹਾ ਦੇ ਨਾਮ ਲਿਖੇ ਪਏ ਆ ਜੀ। ਤੇ ਗਾਂ ਜਾ ਕੇ ਉਹ ਰਾਈਟਰ, ਹੁਣ ਜੋ ਬੰਦਾ ਹੈਗਾ ਉਹ ਹੁਣ ਫਿਰ ਕਹਿ ਰਿਹਾ ਜੀ ਡਾਇਰੈਕਟ ਕਾਲ ਦਾ ਸਹਾਰਾ। ਚਲੋ ਨੀਚੇ ਲਾਈਨ ਛੱਡੋ ਜੀ, ਧਿਆਨ ਨਾਲ ਦੇਖਿਓ, ਜੋ ਇਹ ਆਪਣੇ ਕੋਲੇ ਆਰਗੇਨਾਈਜੇਸ਼ਨ ਹੈਗੀ ਆ ਜੀ, ਇਹ ਟੈਸਟਿੰਗ ਕਰ ਰਹੀ ਆ ਸੋਲਰ ਪਲਾਂਟਸ ਨੂੰ। 2 ਜਗ੍ਹਾ ਦੇ ਆਪਣੇ ਕੋਲੇ ਇੱਥੇ ਨਾਮ ਲਿਖੇ ਪਏ। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ। ਧਿਆਨ ਨਾਲ ਮੈਨੂੰ ਪੜ੍ਹ ਕੇ ਦੱਸੋ ਵੀ ਕੀ ਕੋਈ ਤੁਹਾਨੂੰ ਲੱਗਦਾ ਜੀ? ਪਹਿਲੇ ਵਿੱਚ ਕਿਹਾ ਜੀ ਸੈਟ ਏ ਟਾਈਮ, ਦੂਸਰੇ ਵਿੱਚ ਕਿਹਾ ਜੀ ਸਮਾਲ ਸਕੇਲ ਪ੍ਰੋਜੈਕਟ ਵਿਲ ਡੈਮੋਸਟ੍ਰੇਟ ਦਾ ਲਾਰਜ ਪ੍ਰੋਜੈਕਟ, ਦੇ ਹੈਵ ਏ ਨੰਬਰ ਆਫ ਰੀਨਿਊਏਬਲ એનર્ਜੀ ਪ੍ਰੋਜੈਕਟ ਜੋ ਹਲੇ ਵੀ ਕੰਸਟਰਕਸ਼ਨ ਦੇ ਵਿੱਚ ਆ। ਚਲੋ ਜੇ ਡਾਊਟ ਆ ਤਾਂ ਡਾਊਟ ਤੇ ਰੱਖ ਲਓ। ਇਹਦੇ ਵਿੱਚ ਲਿਖਿਆ ਕਿ ਜੀ ਉਹ ਕਹਿੰਦੇ ਐਕਸਪੈਰੀਮੈਂਟਿੰਗ ਕਰੀ ਜਾਂਦੇ ਆ ਜੀ। ਇਹਦਾ ਮਤਲਬ ਹੁੰਦਾ ਕਿ ਟੈਸਟਿੰਗ ਕਰੀ ਜਾਂਦੇ ਆ ਜੀ। ਕਿਹੜੀ ਚੀਜ਼ ਦੇ ਨਾਲ ਜੀ? ਸੋਲਰ એનર્ਜੀ ਨਾਲ। ਕਿੱਥੇ ਕਰੀ ਜਾਂਦੇ ਆ ਜੀ? ਪਾਰਟਸ ਆ ਜੀ ਕਹਿੰਦੇ ਵਰਲਡ ਦੇ, ਯਾਨੀ ਕਿ ਉਹ ਕਹਿੰਦੇ ਤੁਹਾਨੂੰ, ਯਾਨੀ ਕਿ ਵਰਲਡ ਦੇ ਕੋਈ ਪਾਰਟ ਦਿੱਤੇ ਹੋਣਗੇ ਜੀ, ਯਾਨੀ ਕਿ ਜਗ੍ਹਾ ਦੇ ਨਾਮ ਲਿਖੇ ਹੋਣਗੇ ਜੀ ਕਹਿੰਦੇ। ਤਾਂ ਮੈਨੂੰ ਦੱਸੋਗੇ ਜੀ ਕੀ ਕੋਈ ਲੱਗ ਰਿਹਾ ਜਾਂ ਆਪਾਂ ਨੂੰ ਗਾਂਹ ਜਾਣਾ ਚਾਹੀਦਾ ਜੀ? ਫਿਲਹਾਲ ਲਈ ਲੱਗ ਰਿਹਾ ਜੀ ਤੁਹਾਨੂੰ? ਬਿਲਕੁਲ ਜੀ। ਤਾਂ ਆਪਾਂ ਨੂੰ ਯਾਨੀ ਕਿ 9 ਨੰਬਰ ਵਾਲਾ ਲੱਗ ਰਿਹਾ ਜੀ ਸਰ? 9th ਨੰਬਰ ਵਾਲਾ ਆਪਾਂ ਨੂੰ ਬੰਦਾ ਲੱਗ ਰਿਹਾ। ਬਿਲਕੁਲ। ਸੋ ਦੇਖੋ ਜੀ 9th ਨੰਬਰ ਵਾਲਾ ਆਪਾਂ ਹੁਣ ਇੱਕ ਚੀਜ਼ ਤੁਸੀਂ ਇੱਥੇ ਗੌਰ ਕਰਿਓ ਸਾਰੇ ਜਾਣੇ, ਇੱਕ ਚੀਜ਼ ਤੁਸੀਂ ਇੱਥੇ ਸਾਰਿਆਂ ਨੇ ਗੌਰ ਕਰਿਓ, ਤੁਹਾਡੇ ਕੁਐਸਚਨ ਦਿੱਤੇ ਹੋਏ ਆ ਇਹ 4, ਤੁਹਾਡੇ ਕੋਲੇ 4 ਕੁਐਸਚਨ ਆ ਜੀ। ਮੈਂ ਇਹਨੂੰ ਰੇਜ਼ ਕਰ ਦਿੰਦਾ, ਤੇ 4ਾਂ ਦੇ ਨਾਲ ਤੁਹਾਨੂੰ ਕੰਪਨੀਜ਼ ਕਿੰਨੀਆਂ ਦਿੱਤੀਆਂ ਹੋਈਆਂ ਜੀ? ਤੁਹਾਨੂੰ 7 ਦਿੱਤੀਆਂ ਹੋਈਆਂ। ਹੁਣ ਦੇਖੋ 2 ਤਾਂ ਲਾਉਣੋ ਨਾ ਰਹੇ ਤੁਸੀਂ, ਯਾਨੀ ਕਿ ਕੋਈ 3 ਕੰਪਨੀਜ਼ ਫਾਲਤੂ ਲਿਖੀਆਂ ਪਈਆਂ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਜੀ ਆਨਸਰ। ਧਿਆਨ ਨਾਲ ਦੇਖਿਓ ਜੀ, ਤੇ ਤੁਹਾਨੂੰ ਇੱਥੇ ਕੀ ਲਿਖਿਆ ਵੀ ਤੁਸੀਂ 1 ਨੂੰ 2 ਟਾਈਮਸ ਯੂਜ਼ ਕਰ ਸਕਦੇ ਹੋ? ਕਿਤੇ ਵੀ ਨਹੀਂ ਲਿਖਿਆ। ਸਿੰਗਲ ਟਾਈਮ ਹੀ ਕੰਪਨੀ ਲੱਗੂਗੀ ਜੀ। 3 ਕੰਪਨੀਆਂ ਜੋ ਹੈਗੀਆਂ ਉਹ ਫਾਲਤੂ ਦਿੱਤੀਆਂ ਹੋਈਆਂ। ਹੁਣ ਤੁਹਾਡੇ ਕੋਲ 3 ਕੰਪਨੀਆਂ ਰਹਿ ਗਈਆਂ ਤੇ 6 ਆਪਸ਼ਨਾਂ ਰਹਿ ਗਈਆਂ। ਕੋਈ 3 ਹੋਣਗੀਆਂ, ਕੋਈ 3 ਫਾਲਤੂ ਹੋਣਗੀਆਂ, ਯਾਨੀ ਕਿ ਹਰੇਕ ਦਾ ਮਿਲਣਾ ਜ਼ਰੂਰੀ ਨਹੀਂ ਵੀ ਹਰੇਕ ਮਿਲੇ।
ਚਲੋ ਜੀ ਨੈਕਸਟ ਚੱਲਦੇ ਹਾਂ ਆਪਾਂ ਨੂੰ ਜਿੱਥੇ ਵੀ ਨੈਕਸਟ ਕੰਪਨੀ ਮਿਲੀ ਸੀਗੀ। ਦੇਖੋ ਸੀ ਦੇ ਵਿੱਚ ਤਾਂ ਆਪਾਂ ਨੂੰ ਨਹੀਂ ਮਿਲੀ। ਚਲੋ ਜੀ ਡੀ ਦੇ ਕੋਲ ਚੱਲਦੇ ਆ ਤਾਂ ਆਹ ਡੀ ਦੀ ਆਪਣੀ ਇੱਕ ਕੰਪਨੀ ਲਿਖੀ ਪਈ ਜੀ, ਉਹ ਧਿਆਨ ਨਾਲ ਮੈਨੂੰ ਮਿੰਟੋ ਮਿੰਟ ਹੀ ਪੜ੍ਹ ਕੇ ਦੱਸੋ ਜੀ। ਆ ਇੱਕ ਨਾਮ ਲਿਖਿਆ ਪਿਆ ਇੱਕ ਪਰਸਨ ਦਾ ਜੀ, ਫਿਰ ਲਿਖਿਆ ਪਿਆ ਵੀ ਜਾਣੀ ਕਿ ਉਹ ਮੇਨ ਜਾਣੀ ਕਿ ਹੈਡ ਉਹ ਕਿੱਥੋਂ ਦਾ ਵਾ, ਆ ਕੰਪਨੀ ਦਾ ਨਾਮ ਲਿਖਿਆ ਪਿਆ ਜੀ। ਅੱਗੇ ਜਾ ਕੇ ਦੇਖਦੇ ਸੇ ਕੀ ਕਹਿੰਦੇ ਆ ਜੀ, ਕਹਿੰਦੇ ਦੇ ਹੈਵ ਐਸਟੀਮੇਟਡ ਦਾ ਮਤਲਬ ਹੁੰਦਾ ਹਿਸਾਬ ਲਾਇਆ ਜੀ, ਜਾਣੀ ਕਿ ਉਹ ਹਿਸਾਬ ਲਾ ਚੁੱਕਿਆ ਵੀ ਵਿਲ ਕੋਸਟ, ਬਈ ਕੋਸਟ ਕਿੰਨੀ ਪਊਗੀ ਜੀ, ਕਹਿੰਦੇ 59 ਬਿਲੀਅਨ ਦੀ ਕੋਸਟ ਪਊਗੀ ਜੇ ਸ਼ੁਰੂ ਕਰਨਾ ਵਾ। ਤਾਂ ਕੀ ਸ਼ੁਰੂ ਕਰਨਾ ਹੈ, ਟਰਾਂਸਮਿਟਿੰਗ ਪਾਵਰ ਫਰੋਮ ਦਾ ਸਹਾਰਾ ਬਾਈ 2020। ਜੇ ਜੀ ਹਾਂਜੀ ਕੀ ਕਹਿੰਦੇ ਧਿਆਨ ਨਾਲ ਦੇਖਿਓ ਜੀ, ਤੁਹਾਨੂੰ ਉਹਨਾਂ ਨੇ ਕਿਹਾ ਜੀ ਕਿ ਜੀ ਹੈਡ ਆ ਕਿਤੋਂ ਦਾ ਜੀ, ਕੰਪਨੀ ਨਾਮ ਲਿਖਿਆ ਪਿਆ ਤੇ ਜੀ ਕਹਿੰਦੇ ਕਿ ਹਿਸਾਬ ਲਾ ਚੁੱਕੇ ਆ ਕਿ ਕੋਸਟ ਕਿੰਨੀ ਪਊ ਜੀ 59 ਬਿਲੀਅਨ ਕੋਸਟ ਪਊਗੀ ਜੇ ਕਹਿੰਦੇ ਜੀ ਟਰਾਂਸਮਿਟਿੰਗ ਪਾਵਰ ਸ਼ੁਰੂ ਕਰਨੀ ਆ ਸਹਾਰਾ ਤੋਂ। ਚਲੋ ਜਾ ਕੇ ਦੇਖਦੇ ਹਾਂ ਜੀ, ਜਾ ਕੇ ਦੇਖਦੇ ਹਾਂ ਬਈ ਕੀ ਕੋਈ ਮੈਚ ਹੋਇਆ ਜੀ। ਹਾਂਜੀ ਕੋਸਟ ਦੀਆਂ ਗੱਲਾਂ ਕਰੀ ਜਾਂਦੇ, ਦੇ ਹੈਵ ਸੈਟ ਟਾਈਮ, ਉਹ ਟਾਈਮ ਸੈੱਟ ਕਰ ਚੁੱਕੇ ਆ ਗੋਲ ਪੂਰਾ ਕਰਨ ਦੇ ਲਈ। ਉੱਥੇ ਟਾਈਮ ਦੀ ਗੱਲ ਤਾਂ ਕੀਤੀ ਸੀਗੀ, ਟਾਈਮ ਦੀ ਗੱਲ ਤਾਂ ਵੈਸੇ ਉੱਥੇ ਕੀਤੀ ਸੀਗੀ। ਉਹਨਾਂ ਨੇ ਕਿਹਾ ਸੀ ਜੇ 2020 ਤੱਕ ਇਹ ਚੀਜ਼ ਕਰਨੀ ਆ, ਧਿਆਨ ਨਾਲ ਦੇਖਿਓ, ਜੇ ਗੋਲ ਪੂਰਾ ਕਰਨਾ ਵਾ ਤਾਂ ਕਹਿੰਦੇ ਜੀ ਕੋਸਟ ਇੰਨੀ ਪਊਗੀ। 7th ਵਿੱਚ ਦੇਖਿਓ ਸਮਾਲ ਸਕੇਲ ਲਾਰਜ, ਨਹੀਂ ਜੀ ਕਿਤੇ ਨਹੀਂ ਗੱਲ ਕੀਤੀ। ਫਿਰ ਹਾਂਜੀ ਲਾਸਟ ਵਾਲਾ ਦੇਖੋਗੇ ਦੇ ਹੈਵ ਅ ਨੰਬਰ ਆਫ ਰੀਨਿਊਏਬਲ એનર્ਜੀ ਪ੍ਰੋਜੈਕਟ ਜੋ ਕੰਸਟਰਕਸ਼ਨ ਚ। ਹਾਂਜੀ ਤੁਹਾਨੂੰ 6ਵੇਂ ਨਾਲ ਵੀ ਲੱਗ ਰਿਹਾ ਵਾ ਕਿ ਪੂਰੇ ਸੈਟੀਸਫਾਈਡ ਨਹੀਂ ਗੇ ਤੁਸੀਂ? ਹਾਂਜੀ ਸਰ ਡਾਊਟ ਹੈ ਬਟ ਪੂਰਾ No, ਕਲੀਅਰ ਜਾਂ doubt- ਨਹੀਂ ਹੈ। ਓਕੇ ਜੇ ਡਾਊਟ ਆ ਤਾਂ ਆਪਾਂ ਇੱਥੇ ਬੀ ਲਿਖ ਦਿੰਦੇ ਆ, ਠੀਕ ਹੈ ਜੀ। ਜੇ Okay. ਡਾਊਟ ਆ ਨਾਲ ਬੀ ਲਿਖ ਦਿੰਦੇ ਆ, ਬਟ ਨਾਲ ਤੁਸੀਂ ਇਹ ਸਲੈਸ਼ ਪਾ ਲਿਓ। ਸਲੈਸ਼ ਦਾ ਮਤਲਬ ਕਿ ਤੁਹਾਨੂੰ ਯਾਦ ਰਹੂਗਾ ਕਿ ਮੈਨੂੰ ਜੇ ਕੋਈ ਹੋਰ ਕੰਪਨੀ ਵੀ ਮਿਲੀ ਤਾਂ ਮੈਂ ਵੈਰੀਫਾਈ ਕਰੂੰਗਾ ਜੀ ਅੰਦਰ। ਚਲੋ ਜੀ ਆਪਾਂ ਨੈਕਸਟ ਚੱਲਦੇ ਹਾਂ। ਹਾਂਜੀ ਹੁਣ ਆਪਾਂ ਆਉਂਦੇ ਜੀ ਸੈਕਿੰਡ ਪੇਜ ਦੇ ਉੱਪਰ। ਸੈਕਿੰਡ ਪੇਜ ਦੇ ਉੱਪਰ ਉਹਨਾਂ ਤੇ ਨਾਲ ਜੇ ਤੁਹਾਨੂੰ ਆ ਕੰਪਨੀ ਦਿਖੀ ਕਿਤੇ ਤਾਂ ਮੈਨੂੰ ਇੱਕ ਵਾਰੀ ਦੱਸਿਓ ਜੀ। ਆਪਣੀ ਹਾਂਜੀ ਆ ਹਲੇ ਇੱਕ ਸਿੰਗਲ ਕੰਪਨੀ ਪਈ ਹੈ ਜੀ ਆਪਣੀ। ਚਲੋ ਜੀ ਚੱਲਦੇ ਹਾਂ। ਤਾਂ ਦੇਖੋ ਹੁਣ ਆਪਾਂ ਲੱਭਦੇ ਯਾਨੀ ਕਿ ਜੋ ਆਪਾਂ ਨੂੰ ਆ ਦਿੱਤੀ ਹੋਈ ਹੈ ਪਾਵਰ ਟੈਕਨੋਲੋਜੀਸ ਬਾਰੇ, ਯਾਨੀ ਕਿ ਚਲੋ ਜੀ ਜਾ ਕੇ ਦੇਖਦੇ ਤਾਂ ਕੀ ਕਹਿੰਦੇ ਜੀ, ਟੂ ਸਪਲਾਈ ਯੂਰਪ ਨੂੰ ਸਪਲਾਈ ਕਰਨੀ ਹੈ ਜੇ ਆਪਾਂ 20% ਇਲੈਕਟ੍ਰਿਸਿਟੀ ਨੀਡਸ ਜੇ ਸਪਲਾਈ ਕਰਨੀ ਆ ਵਾ ਤਾਂ ਮੋਰ ਦੈਨ, ਤਾਂ ਕਹਿੰਦੇ ਜੀ ਆਪਾਂ ਨੂੰ ਕਹਿਣ ਕਿ ਲਿਖਿਆ ਪਿਆ ਵੀ ਕਿੰਨੇ ਕਿਲੋਮੀਟਰ ਦੀਆਂ ਜੋ ਕੇਬਲਸ ਆ ਉਹਨਾਂ ਦੀ ਆਪਾਂ ਨੂੰ ਲੋੜ ਪਊ। ਤੇ ਕੌਣ ਕਹਿ ਰਿਹਾ ਵਾ, ਆ ਪਰਸਨ ਦਾ ਨਾਮ ਲਿਖਿਆ ਪਿਆ, ਜੋ ਹੈਡ ਕਿੱਥੋਂ ਦਾ ਵਾ ਆ ਕੰਪਨੀ ਦਾ ਨਾਮ ਲਿਖਿਆ ਪਿਆ ਜੀ। ਤੇ ਕਹਿੰਦੇ ਜੇ ਆਪਾਂ ਰਿਐਲਿਟੀ ਵਿੱਚ ਦੇਖੀਏ ਤਾਂ ਟੂ ਯੂਜ਼ ਰੀਨਿਊਏਬਲ ਸੋਰਸ ਆਫ ਪਾਵਰ, ਜੇ ਆਪਾਂ ਰੀਨਿਊਏਬਲ ਸੋਰਸਸ ਆਪਣੇ ਕੀ ਪਾਵਰ ਦੇ ਯੂਜ਼ ਕਰਨੇ ਆ ਜਿਹਦੇ ਵਿੱਚ ਸੋਲਰ ਵੀ ਆਉਂਦਾ, ਵਿੰਡ ਵੀ ਆਉਂਦਾ, ਟਾਈਡਲ ਵੀ ਆਉਂਦਾ, ਤਾਂ ਯੂਰਪ ਨੂੰ ਨੀਡ ਹੋਊਗੀ ਬਿਲਡ ਕਰਨ ਦੀ। ਕੀ ਬਿਲਡ ਕਰਨ ਦੀ ਜੀ, ਜੋ ਯਾਨੀ ਕੰਪਲੀਟ ਨਹੀਂ, ਜੋ ਯਾਨੀ ਕਿ ਨਿਊ ਇਲੈਕਟ੍ਰੀਕਲ ਜੋ ਹੋਣਗੇ ਗ੍ਰਿਡ ਹੋਣਗੇ। ਤਾਂ ਮੈਨੂੰ ਧਿਆਨ ਨਾਲ ਮੈਚ ਕਰਕੇ ਦੱਸੋ ਜੀ ਕੀ ਕੋਈ ਮੈਚ ਹੋ ਰਿਹਾ ਜੀ, ਜੋ ਇਹ ਕੰਪਨੀ ਆਪਾਂ ਹੁਣੀ ਪੜ੍ਹੀ ਆ ਇਹਦੇ ਨਾਲ ਕੁਝ ਮੈਚ ਹੋ ਰਿਹਾ ਜੀ। ਸੈਟ ਟਾਈਮ ਜਾਂ they believe that successful small scale project will demonstrate that large projects are possible, ਜਾਂ ਯਾਨੀ ਕਿ they have a number of renewable project, ਉਹਦੇ ਕੋਲ number of ਯਾਨੀ ਕਿ renewable ਜੋ ਪ੍ਰੋਜੈਕਟ ਹੈਗੇ ਆ ਜੋ ਕੰਸਟਰਕਸ਼ਨ ਦੇ ਵਿੱਚ ਹੈਗੇ ਆ, ਜੋ ਚੱਲੀ ਜਾਂਦਾ ਵਾ ਜਿਨ੍ਹਾਂ ਦਾ ਕੰਮ ਜਿਹੜਾ ਹੁਣੀ ਪੈਰਾ ਪੜਿਆ ਉਹਦੇ ਵਿੱਚ ਤਾਂ ਦੱਸ ਰਿਹਾ ਵੀ ਜੇ ਆ ਕਰਨਾ ਤਾਂ ਯਾਨੀ ਕਿ ਆ ਚੀਜ਼ ਦੀ ਲੋੜ ਪਊਗੀ। ਤਾਂ ਕੋਈ ਲੱਗ ਰਿਹਾ ਵਾ ਤੁਹਾਨੂੰ ਜਾਂ ਇਹ ਖਾਲੀ ਨਿਕਲ ਗਿਆ ਜੀ? ਹਾਂਜੀ ਖਾਲੀ ਨਿਕਲ ਗਿਆ ਸਰ। ਬਿਲਕੁਲ ਜੀ। ਤਾਂ ਇਹ ਆਪਾਂ ਇਹਨੂੰ ਕੀ ਕਰ ਦਿੰਦੇ ਆ, ਕ੍ਰੋਸ ਮਾਰ ਦਿੰਦੇ, ਇਹ ਫਾਲਤੂ ਸੀਗਾ ਕਿਸੇ ਦਾ ਨਹੀਂ ਲੱਗਿਆ ਜੀ। ਨੈਕਸਟ ਚੱਲਦੇ ਜੀ, ਆਪਣੀਆਂ ਕੰਪਨੀ ਸਰਕਲ ਕੀਤੀਆਂ ਪਈਆਂ ਵਾ, ਕੰਪਨੀਜ਼ ਆਪਣੀਆਂ ਸਰਕਲ ਕੀਤੀਆਂ ਪਈਆਂ ਵਾ। ਗਾਂ ਜਾ ਕੇ ਦੇਖਦੇ ਆ ਤਾਂ ਨੀਚੇ ਇੱਕ ਕੰਪਨੀ ਹੋਰ ਲਿਖੀ ਪਈ ਸੀ ਆਪਾਂ, ਆ ਦੇਖੋ ਆਹ ਵਾਲੀ ਕੰਪਨੀ ਆਪਣੇ। ਤੇ ਧਿਆਨ ਨਾਲ ਦੇਖਿਓ ਜੀ, ਜੋ ਕਹਿੰਦੇ ਨੇ ਕਿ ਜਰਮਨੀ ਦੀ ਗਵਰਨਮੈਂਟ ਹੈਗੀ ਆ ਰਨ ਕਰਦੀ ਹੈ ਸੈਂਟਰ ਨੂੰ ਜੀ। ਤੇ ਕਹਿੰਦੇ ਨੇ ਕਿ ਵਿੱਚ ਰਿਸਰਚ, ਜੋ ਰਿਸਰਚ ਕਰਦੀ ਕਿਹੜੀ ਚੀਜ਼ ਤੇ, ਯਾਨੀ ਕਿ એનર્ਜੀ ਤੇ
ਤੇ ਜੀ ਕਹਿੰਦੇ ਨੇ ਗੈਸ ਲਾਇਆ, ਕੀ ਗੈਸ ਲਾਇਆ ਜੀ ਕਿ ਰਿਪਲੇਸਿੰਗ ਦੋਜ਼ ਲਾਈਨਸ ਕੁਡ ਰੇਜ਼ ਦਾ ਕਾਸਟ ਆਫ ਬਿਲਡਿੰਗ ਸੋਲਰ ਪਲਾਂਟਸ। ਕਹਿੰਦੇ ਜੀ ਜੇ ਆਪਾਂ ਰਿਪਲੇਸ ਕਰਦੇ ਹਾਂ ਉਹ ਲਾਈਨਸ ਨੂੰ ਤਾਂ ਕਾਸਟ ਰੇਜ਼ ਹੋ ਸਕਦੀ ਹੈ ਜੀ। ਕਹਿੰਦੇ ਜੇ ਆਪਾਂ ਸੋਲਰ ਪਲਾਂਟਸ ਦੀ ਜੋ ਸਹਾਰਾ ਦੇ ਵਿੱਚ ਕਾਸਟ ਆ ਉਹ ਰੇਜ਼ ਹੋ ਸਕਦੀ। ਤੇ ਕਹਿੰਦੇ ਜੀ ਸੈਂਡਿੰਗ ਸਿਗਨੀਫੀਕੈਂਟ ਅਮਾਉਂਟ ਆਫ ਪਾਵਰ, ਤੇ ਜੇ ਆਪਾਂ ਕਾਫੀ ਜ਼ਿਆਦਾ ਅਮਾਉਂਟ ਸੈਂਡ ਕਰਦੇ ਆ ਯੂਰਪ ਨੂੰ, ਇੱਥੇ ਲਿਖਿਓ ਵੀ ਕਿੰਨੇ ਦੇ ਵਿੱਚ, ਹਾਂਜੀ ਗਾਂ ਵਾਲੇ 40 ਸਾਲਾਂ ਦੇ ਵਿੱਚ, ਤਾਂ ਇੱਥੇ ਕਿਹਾ ਜੋ ਜਨਰਸ ਗਵਰਨਮੈਂਟ ਹੈਗੀ ਆ ਸਬਸਿਡਾਈਜ਼ ਹੈਲਪ ਕਰੂਗੀ, ਉਹ ਪੈਸਾ ਤੇ ਦਊਗੀ, ਓਕੇ ਕਹਿੰਦੇ ਵਿਲ ਬੀ ਨੀਡਡ, ਯਾਨੀ ਕਿ ਜ਼ਰੂਰਤ ਪਊਗੀ ਗਵਰਨਮੈਂਟ ਦੀ ਸਬਸਿਡੀ ਦੀ। ਤੇ ਕਹਿੰਦੇ ਕਾਫੀ ਜ਼ਿਆਦਾ ਪੈਸੇ ਦੀ ਲੋੜ ਪਊਗੀ। ਇਹ ਕਿਹਨੇ ਕਿਹਾ ਜੀ? ਉਹ ਪਰਸਨ ਨੇ ਕਿਹਾ ਜੀ। ਲੋਟ ਆਫ ਚੀਪਰ ਟੂ ਬਰਨ ਕੋਲ ਦੈਨ ਟੂ ਮੇਕ ਸੋਲਰ। ਇਹਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਕਿ ਜੋ ਆਪਾਂ ਹਾਲੇ ਤੱਕ ਸਾਰੀ ਥਿਊਰੀ ਪੜ੍ਹੀ ਹੈ ਜੀ, ਕੀ ਕੋਈ ਮੈਚ ਹੋ ਰਿਹਾ ਜੀ? ਕਹਿੰਦੇ ਜੀ ਉਹਨਾਂ ਨੇ ਕਿਹਾ ਜੇ ਰਿਪਲੇਸ ਕਰਨੀਆਂ ਵਾ ਆਪਾਂ ਲਾਈਨਸ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਕਾਸਟ ਲਊ, ਹਾਂਜੀ ਕਾਫੀ ਕਾਸਟ ਲੱਗੂਗੀ ਜੀ। ਤੇ ਜੇ ਆਪਾਂ ਸਿਗਨੀਫੀਕੈਂਟ ਅਮਾਉਂਟ ਸੈਂਡ ਕਰਨੀ ਆ ਤਾਂ ਫਿਰ ਯਾਨੀ ਕਿ ਯੂਰਪ ਨੂੰ, ਤਾਂ ਉਹ ਕਿੰਨੇ ਚ ਪਊਗੀ ਆਪਾਂ ਨੂੰ, ਯਾਨੀ ਕਿ $485, ਯਾਨੀ ਕਿ ਬਿਲੀਅਨਸ ਦੇ ਵਿੱਚ। ਗਵਰਨਮੈਂਟ ਦੀ ਸਬਸਿਡੀ ਦੀ ਲੋੜ ਪਊਗੀ, ਕਾਫੀ ਜ਼ਿਆਦਾ ਪੈਸਾ ਚਾਹੀਦਾ ਹੋਊਗਾ। ਮੈਨੂੰ ਧਿਆਨ ਨਾਲ ਜਾ ਕੇ ਦੱਸੋ ਜੀ ਵੀ ਕੀ ਕੋਈ ਮੈਚ ਹੁੰਦਾ ਪਿਆ ਦਿਖਦਾ ਜੀ ਤੁਹਾਨੂੰ? ਹਾਂਜੀ ਜੀ, ਹਾਂਜੀ ਇਹ ਤੁਹਾਡਾ ਸੀਗਾ ਡੀ ਸੀਗਾ ਜੀ, ਇਹ ਤੁਹਾਡਾ ਦੱਸੋ ਬਈ ਕੋਈ ਡੀ ਵਾਲਾ ਕਿਸੇ ਨਾਲ ਮੈਚ ਹੋ ਰਿਹਾ ਹੋਵੇ। ਸੈਟ ਏ ਟਾਈਮ ਸਕਸੈਸਫੁਲ ਸਮਾਲ ਪ੍ਰੋਜੈਕਟ ਵਿਲ ਡੈਮੋਸਟ੍ਰੇਟ, ਉਹਨਾਂ ਕੋਲੇ ਪਹਿਲਾਂ ਹੀ એનર્ਜੀ ਪ੍ਰੋਜੈਕਟ ਹੈਗੇ ਆ ਜੋ ਕੰਮ ਦੇ ਵਿੱਚ ਚੱਲੀ ਜਾ ਰਹੇ ਆ। ਹਾਂਜੀ ਜੀ, ਡਾਊਟ ਹੈ ਜੀ ਕਿਸੇ ਤੇ ਕਿ ਖਾਲੀ ਹੈ ਜੀ? ਖਾਲੀ ਹੈ ਸਰ। ਹਾਂਜੀ ਤਾਂ ਦੇਖੋ ਇਹ ਵੀ ਕਿਸੇ ਦਾ ਵੀ ਹੈ ਨਹੀਂ ਗਾ, ਕਿਸੇ ਤੇ ਡਾਊਟ ਨਹੀਂ, ਆਪਾਂ ਨੂੰ ਸਟਰੋਂਗ ਪੈ ਰਿਹਾ ਕੋਈ ਵੀ ਡਾਊਟ। ਨੈਕਸਟ ਚੱਲਦੇ ਹਾਂ ਜੀ ਆਪਾਂ। ਤਾਂ ਦੇਖੋ 2 ਤਾਂ ਆਪਣੇ ਫਾਲਤੂ ਨਿਕਲ ਗਏ ਜੀ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਦੇਖੋ 4 ਤੇ 7 ਆ ਨਾ, ਦੇਖੋ 3 ਤਾਂ ਫਾਲਤੂ ਨਿਕਲਣਗੇ। ਅੱਛਾ, ਹਾਂਜੀ ਉਹ ਕੰਪਨੀ ਲੱਭੀ ਪਈ ਸੀ ਆਪਣੀ, ਆਪਾਂ ਨੂੰ ਭੁਲੇਖਾ ਪੈ ਰਿਹਾ ਸੀਗਾ। ਉਹ ਕੰਪਨੀ ਆ ਦੇਖੋ ਆਪਣੀ ਲੱਭੀ ਪਈ ਹੈ, ਸਰਕਲ ਕੀਤੀ ਪਈ। ਆ ਦੇਖੋ ਹੁਣ ਇਹ ਦੇਖੋ ਜੀ ਤੁਸੀਂ, ਦੇਖੋ 2 ਲਗਾਤਾਰ ਫਾਲਤੂ ਨਿਕਲ ਗਏ। ਤਾਂ ਕਹਿੰਦੇ ਮੀਨ ਵਾਈਲ, ਹਾਂਜੀ ਕਹਿੰਦੇ ਸਮੇਂ ਦੇ ਦੌਰਾਨ ਹੀ ਕਹਿੰਦੇ, ਹਾਂਜੀ ਕਹਿੰਦੇ ਕੁਝ ਕੰਪਨੀਆਂ ਹੈਗੀਆਂ ਜੋ ਜਾਨੀ ਕਿ ਗੈਟਿੰਗ ਸਟਾਰਟਡ, ਜੋ ਸਟਾਰਟ ਹੋ ਰਹੀਆਂ ਵਾ ਹੁਣ। ਜੋ ਸਲਵਾਈਸ ਹੈਗਾ ਜੀ ਇੰਜੀਨੀਅਰਿੰਗ ਕੰਪਨੀ ਹੈ, ਨਾਮ ਲਿਖਿਆ ਜੀ। ਕਹਿੰਦੇ ਉਹ ਕਹਿੰਦੇ ਕਿ ਬਿਲਡਿੰਗ 1 ਸੋਲਰ, ਯਾਨੀ ਕਿ ਸੋਲਰ ਥਰਮਲ ਪਲਾਂਟ। ਕਹਿੰਦੇ ਜੀ ਇਹ ਬਣਾ ਰਹੀ ਹੈ ਜੀ, ਕੰਮ ਚੱਲ ਰਿਹਾ ਵਾ ਜੀ। ਹਾਂਜੀ ਕੰਮ ਕਿੱਥੇ ਚੱਲ ਰਿਹਾ ਵਾ? ਆ ਜਗ੍ਹਾ ਦਾ ਨਾਮ ਲਿਖਿਆ ਤੇ ਹੋਰ ਵੀ ਇੱਥੇ ਇੱਕ ਜਗ੍ਹਾ ਦਾ ਨਾਮ ਲਿਖਿਆ। ਤੇ ਕਹਿੰਦੇ ਥਰਡ ਇਜ਼ ਬੀਇੰਗ ਬਿਲਟ, ਤੀਸਰੀ ਚੀਜ਼ ਬਣ ਰਹੀ ਹੈ ਜੀ ਕਹਿੰਦੇ ਇਹਦੇ ਵਿੱਚ ਜੀ। ਤਾਂ ਦੇਖੋ ਇਹ ਜੋ ਕੰਪਨੀ ਦਾ ਜੀ, ਇਹ ਕੰਪਨੀ ਦਾ ਕੰਮ ਕਾਫੀ ਜ਼ਿਆਦਾ ਜਗ੍ਹਾ ਤੇ ਚੱਲੀ ਜਾਂਦਾ ਵਾ। ਕੰਮ ਵੀ ਕਾਹਦਾ ਚੱਲੀ ਜਾਂਦਾ? ਸੋਲਰ ਥਰਮਲ ਪਲਾਂਟ ਜੋ। ਚਲੋ ਜੀ ਜਾ ਕੇ ਦੇਖ ਕੇ ਆਉਂਦੇ। ਮੇਰੇ ਹਿਸਾਬ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ। ਇਹ ਕੰਪਨੀ ਦੇਖ ਲਓ ਕਿੰਨੇ ਨੰਬਰ ਤੇ ਪਈ, ਹਾਂਜੀ ਆ ਪਈ ਆਪਣੇ ਕੋਲੇ ਕੰਪਨੀ ਚ। ਤਾਂ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਤੇ ਕੀ ਕੋਈ ਲੱਗ ਰਿਹਾ ਜੀ ਤੁਹਾਨੂੰ? ਹਾਂਜੀ ਕਿੰਨਵੇਂ ਦਾ ਲੱਗ ਰਿਹਾ ਜੀ ਤੁਹਾਨੂੰ? ਮੈਂ ਤੁਹਾਨੂੰ ਮਿਊਟ ਤੋਂ ਖੋਲਦਾ। ਹਾਂਜੀ 8th ਸਰ 8th ਬਿਲਕੁਲ। ਤਾਂ ਕੀ ਲਿਖਿਆ ਜੀ ਉੱਥੇ? ਦੇ ਹੈਵ ਨੰਬਰ ਆਫ ਦਾ ਮਤਲਬ ਕਾਫੀ ਜ਼ਿਆਦਾ। ਤਾਂ ਦੇਖੋ ਕਾਫੀ ਜ਼ਿਆਦਾ ਪ੍ਰੋਜੈਕਟ ਸੀਗੇ ਕੰਪਨੀ ਕੋਲੇ, ਬਿਲਕੁਲ ਜੀ ਕਾਫੀ ਜ਼ਿਆਦਾ, ਯਾਨੀ ਕਿ ਜਗ੍ਹਾ ਤੇ ਚੱਲ ਰਿਹਾ। ਕੋਈ ਕਿੱਥੇ ਚੱਲ ਰਿਹਾ ਪ੍ਰੋਜੈਕਟ, ਕੋਈ ਕਿੱਥੇ ਕੋਈ ਕਿਤੇ, ਤੇ ਹਾਲੇ ਵੀ ਉਹ ਕੰਸਟਰਕਸ਼ਨ ਦੇ ਵਿੱਚ ਹੈਗੇ ਆ। ਉੱਥੇ ਤੁਹਾਨੂੰ ਪ੍ਰੈਜ਼ੈਂਟ ਕੰਟੀਨਿਊ ਲਿਖਿਆ ਹੋਇਆ ਸੀਗਾ ਕਿ ਉਹ ਹਜੇ ਵੀ ਬਣ ਰਹੇ ਆ ਜੀ। ਬਿਲਕੁਲ ਜੀ ਆਪਣੇ ਕੋਲੇ ਮੈਚ ਹੋ ਗਿਆ। ਹਾਂਜੀ ਨੈਕਸਟ ਚੱਲਦੇ ਹਾਂ ਜੀ ਆਪਾਂ। ਨੈਕਸਟ ਜਾ ਕੇ ਦੇਖੋ ਆਪਣਾ ਹਲੇ ਵੀ ਆਪਾਂ ਨੂੰ ਕਮ ਸੇ ਕਮ 2 ਡਾਊਟ ਉੱਪਰ ਹੈਗੇ ਆ ਆਪਣੇ। 6ਵਾਂ 7ਵਾਂ ਹਜੇ ਲੱਭਿਆ ਨਹੀਂ, ਤੇ 6ਵਾਂ ਆਪਾਂ ਨੂੰ ਥੋੜਾ ਥੋੜਾ ਸ਼ੱਕ ਪੈ ਰਿਹਾ ਸੀਗਾ, ਹਜੇ ਪੂਰਾ ਨਹੀਂ ਆਪਾਂ ਕਹਿ ਸਕਦੇ। ਚਲੋ ਜੀ ਹਾਂਜੀ ਨੈਕਸਟ ਚੱਲਦੇ ਜੀ। ਨੈਕਸਟ ਵਿੱਚ ਕੀ ਕਹਿੰਦੇ ਜੀ? ਤਾਂ ਆਪਣੇ ਕੋਲ ਨੈਕਸਟ ਕੰਪਨੀ ਪਈ ਹੈ ਜੀ ਯੂਰਪੀਅਨ ਪਾਰਲੀਮੈਂਟ। ਤੇ ਯੂਰਪੀਅਨ ਪਾਰਲੀਮੈਂਟ ਵਾਲਾ ਆਪਾਂ ਦੇਖਦੇ ਹਾਂ ਜੀ ਕੀ ਕਹਿੰਦੇ ਜੀ। ਕਹਿੰਦੇ ਨੈਕਸਟ ਸਟੈਪ ਵਿਲ ਬੀ, ਕੀ ਹੋਊਗਾ? ਟੂ ਗੈਟ ਕੇਬਲਸ ਨੂੰ ਪਲੇਸ ਕਰਨਾ। ਹਾਂਜੀ ਗੱਲ ਲਾਈਨ ਦੇਖੋ, ਭਾਵੇਂ ਕਹਿੰਦੇ ਯੂਰਪੀਅਨ ਪਾਰਲੀਮੈਂਟ ਹੈਜ਼ ਪਾਸਡ ਏ ਲਾਅ ਪਾਸ ਕਰ ਚੁੱਕੀ ਜੀ ਜੋ ਯੂਰਪੀਅਨ ਪਾਰਲੀਮੈਂਟ ਆ, ਜੋ ਕਿ ਹੈਲਪ ਕਰੂਗਾ ਇਨਵੈਸਟਰਸ ਦੀ, ਹੂ ਹੈਲਪ, ਜਿਹੜੇ ਕੰਟੀਨੈਂਟ ਦੀ ਹੈਲਪ ਕਰਦੇ ਆ।
ਹੂ ਹੈਲਪ, ਜੋ ਕਿ ਹੈਲਪ ਕਰਨਗੇ ਦਾ ਕੰਟੀਨੈਂਟ ਰੀਚ, ਜੋ ਕਿ ਕੰਟੀਨੈਂਟ ਦੀ ਹੈਲਪ ਕਰਨਗੇ ਜੋ ਗੋਲ ਆ ਗੋਲ ਤੱਕ ਰੀਚ ਕਰਨ ਦੇ ਵਿੱਚ। ਉਹ ਕਹਿੰਦੀ ਗੈਟਿੰਗ 20% ਜਿਹੜੀ ਇਹਦੀ ਪਾਵਰ ਹੈਗੀ ਆ। ਤੇ ਟਾਈਮ ਕੀ ਆ ਜੀ, ਕਹਿੰਦੇ 2020 ਤੱਕ ਇਹ ਚੀਜ਼ ਹੋ ਜੂਗੀ ਜੀ ਕਹਿੰਦੇ। ਤਾਂ ਹੁਣ ਮੈਨੂੰ ਦੱਸੋ ਜੀ ਕਿ ਕੀ ਕੋਈ ਮੈਚ ਹੋ ਰਿਹਾ ਜੀ, ਜਾਂ ਕੋਈ ਪਿਛਲੇ ਤੋਂ ਬਿਹਤਰ ਮੈਚ ਹੁੰਦਾ ਹੋਵੇ? ਕੀ ਹੁਣ ਗਵਰਨਮੈਂਟ ਪਾਰਲੀਮੈਂਟ ਨੇ ਕੋਈ ਚੀਜ਼ ਪਾਸ ਕਰਕੇ ਕੋਈ ਟਾਈਮ ਵਗੈਰਾ ਫਿਕਸ ਕੀਤਾ ਜਾਂ ਨਹੀਂ? ਗੋਲ ਦਾ ਸਿਨੋਨਮ ਵਗੈਰਾ ਲਿਖਿਆ ਪਿਆ ਹੋਵੇ ਜੀ ਕਿਤੇ? ਹਾਂਜੀ, ਇਹਦਾ ਸਿਨੋਨਮ ਲਿਖਿਆ ਪਿਆ ਹੋਵੇ ਜੀ ਕਿਤੇ? ਸੈਟ ਟਾਈਮ ਲਿਖਿਆ ਪਿਆ ਹੋਵੇ ਜੀ ਕਿਤੇ? ਦੇ ਹੈਵ ਉਧਰ ਲਿਖਿਆ ਦੇ ਆ ਪਾਸਡ। ਤਾਂ ਮੈਨੂੰ ਤੁਹਾਨੂੰ ਧਿਆਨ ਨਾਲ ਦੱਸੋ ਕਿ ਕੀ ਇਹ ਖਾਲੀ ਗਈ ਹੈ ਜਾਂ ਲੱਗੀ ਹੈ ਜੀ ਕਿਸੇ? 6th ਦੀ ਸਰ ਸਰ। 6 ਲੱਗਦਾ। ਬਿਲਕੁਲ ਜੀ। ਤੇ ਇਹ ਆਪਣੇ ਕੋਲੇ ਸੀ ਕਿਹੜੀ ਹੈ? ਯੂਰਪੀਅਨ ਪਾਰਲੀਮੈਂਟ ਸੀ। ਇਹਦਾ ਮਤਲਬ ਆਪਣਾ ਉਹ 6ਵੇਂ ਨੰਬਰ ਵਾਲਾ ਸੌਟ ਆਊਟ ਹੋ ਗਿਆ। ਜੇ ਤੁਹਾਨੂੰ ਫਾਈਨਲ ਦੇ ਵਿੱਚ ਜਿਹੜਾ ਵੀ ਲੱਗ ਰਿਹਾ ਤਾਂ ਲਾ ਦਿਓ ਜੀ। ਤੁਸੀਂ ਪੜਿਆ, ਤੁਹਾਨੂੰ ਜਿਹੜਾ ਲੱਗਿਆ ਤੁਸੀਂ ਲਾ ਦਿਓ, ਗਾਂ ਜਾ ਕੇ ਉਹ ਠੀਕ ਹੋ ਜਾਣਾ ਆਪੇ। ਹਾਂਜੀ ਜੀ। ਤਾਂ ਆਪਣੇ ਕੋਲੇ ਹੁਣ ਕਿਹੜੀਆਂ ਕਿਹੜੀਆਂ ਕੰਪਨੀਆਂ ਲੱਗ ਗਈਆਂ, ਪਹਿਲਾਂ ਆਪਾਂ ਦੇਖ ਲਈਏ ਜੀ ਇੱਥੇ ਮਾੜਾ। ਧਿਆਨ ਨਾਲ ਦੇਖਿਓ ਜੀ, ਪਹਿਲੀ ਆਪਾਂ ਲਾਤੀ ਆ, ਬਾਅਦ ਚੋਂ ਆਪਣੇ ਕੋਲੇ 3 ਲਗਾਤਾਰ ਫਾਲਤੂ ਸੀਗੀਆਂ, ਫਿਰ ਆ ਵੀ ਆਪਾਂ ਲਾਤੀ ਹੈ ਜੀ। ਤੇ ਫਿਰ ਆਪਾਂ ਯੂਰਪੀਅਨ ਪਾਰਲੀਮੈਂਟ ਵੀ ਲਾਤੀ ਹੈ ਜੀ। ਤੇ ਆਹ 3 ਤਾਂ ਆਪਣੀਆਂ ਫਾਲਤੂ ਜਾਵੜੀਆਂ ਬਿਲਕੁਲ ਜੀ। ਤੇ ਹੁਣ ਮੈਨੂੰ ਆ ਜਾਨੀ ਕਿ ਲੱਭਣ ਦੀ ਲੋੜ ਹੈ ਕਿ ਨਹੀਂ ਲੋੜ ਜੀ? ਹਾਂਜੀ, ਲੱਭਣ ਦੀ ਲੋੜ ਹੈ ਜੀ। ਨੋ ਸਰ। ਦੇਖੋ 3 ਤਾਂ ਫਾਲਤੂ ਜਾਵੜੀਆਂ ਤੇ 3 ਲੱਗ ਗਈਆਂ, ਤੇ ਹੁਣ ਇੱਕ ਚੌਥਾ ਰਹਿ ਗਿਆ। ਫਿਰ ਚੌਥਾ ਕਿਹੜਾ ਵਾ ਜੀ? ਚੌਥਾ ਜੀ ਆਪਣੇ ਸਰ, ਕੋਲੇ 7th ਜੀ ਦਾ। ਨੰਬਰ ਵਾਲਾ ਜੀ। ਬਿਲਕੁਲ ਤਾਂ ਜੀ ਨੰਬਰ ਵਾਲਾ ਹੋਊ। ਸੇਮ ਚੀਜ਼ ਹੈਡਿੰਗਸ ਹੁੰਦੀ ਹੈ ਜੀ। ਜੇ ਹੈਡਿੰਗਸ ਤੁਹਾਡੀ ਮੰਨ ਕੇ ਲਓ ਇੱਕ ਸਿੰਗਲ ਬਚ ਜਾਵੇ, ਫਿਰ ਉਹ ਲੱਭਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ। ਸੇਮ ਚੀਜ਼ ਹੀ ਯਾਨੀ ਕਿ ਨੇਮ ਆਫ ਰਾਈਟਰਸ ਦੇ ਨਾਲ ਹੁੰਦੀ ਹੈ ਜੀ। ਤੁਹਾਨੂੰ ਨੇਮ ਆਫ ਰਾਈਟਰ ਤੁਸੀਂ ਉਹ ਲੱਭੀ ਜਾਂਦੇ ਹੋ, ਮੈਚ ਹੋਈ ਜਾਂਦੇ ਆ, ਕਈ ਹੈ ਨਹੀਂ ਗੇ। ਹੁਣ ਜੇ ਇੱਕ ਸਿੰਗਲ ਕੁਐਸਚਨ ਬਚਿਆ ਤੇ ਹਾਲੇ ਤੱਕ ਇੱਕ ਰਾਈਟਰ ਵੀ ਪਿਆ ਵਾ, ਤਾਂ ਸਮਝ ਲਓ ਰਾਈਟਰ ਉਹਦਾ ਹੈਗਾ ਵਾ 99 ਨੰਬਰ ਤੇ ਵੀ ਹੋਇਆ। ਭਾਈ ਥੋੜਾ ਜਿਹਾ ਤੁਸੀਂ ਟਾਈਮ ਸੇਵ ਕਰਨ ਲਈ ਸੋਚ ਸਕਦੇ ਹੋ, ਕਿਉਂਕਿ ਦੇਖੋ 3 ਫਾਲਤੂ ਜਾਣੇ ਸੀ, ਉਹ 3 ਆਪਾਂ ਨੂੰ ਪਤਾ ਲੱਗ ਗਏ ਕਿਹੜੇ। ਤੇ ਬਾਅਦ ਚੋਂ 4 ਕੱਲਾ ਲੱਗਣਾ ਸੀਗਾ। ਤੁਸੀਂ 2 ਟਾਈਮਸ ਤਾਂ ਯੂਜ਼ ਹੀ ਨਹੀਂ ਕਰ ਸਕਦੇ ਕਿਸੇ ਨੂੰ ਵੀ। ਤੇ ਹੁਣ ਇਹ 100% ਸ਼ੋਰ ਸੀਗਾ 7ਵੇਂ ਦਾ ਜੀ ਹੈ ਜੀ। ਹਾਂਜੀ, ਜੇ ਤੁਹਾਨੂੰ ਲਿਖਿਆ ਪਿਆ ਹੁੰਦਾ ਕਿ ਤੁਸੀਂ 1 ਨੂੰ 2 ਟਾਈਮਸ ਯੂਜ਼ ਕਰ ਸਕਦੇ ਹੋ, ਫਿਰ ਕੋਈ ਗਰੰਟੀ ਨਹੀਂ ਸੀ ਜੀ। ਫਿਰ ਤੁਹਾਨੂੰ ਇਹ ਪੜ੍ਹਨਾ ਪੈਣਾ ਸੀ, ਕਿਉਂਕਿ ਫਿਰ ਸ਼ਾਇਦ ਜੀ ਨਾ ਹੁੰਦਾ, ਬਲਕਿ ਕੋਈ ਜੋ ਯਾਨੀ ਕਿ ਯੂਰਪੀਅਨ ਪਾਰਲੀਮੈਂਟ ਹੀ 2 ਟਾਈਮਸ ਰਿਪੀਟ ਹੋ ਜਾਂਦਾ ਸ਼ਾਇਦ। ਤਾਂ ਫਿਰ ਤੁਹਾਨੂੰ ਦੇਖਣਾ ਪੈਣਾ ਸੀਗਾ ਜੀ। ਹੁਣ ਲੋੜ ਹੀ ਨਹੀਂ। ਹਾਂਜੀ, ਤਾਂ ਦੇਖੋ ਹੁਣ ਆਪਾਂ ਲਾਸਟ ਉੱਪਰ ਆਪਣੇ ਕੋਲ ਜਿਹੜੀ ਚੀਜ਼ ਵੱਧਦੀ ਆ ਉਹ ਹੈਗੀ ਜੀ ਆਪਣੀ ਲਿਸਟ ਆਫ ਹੈਡਿੰਗਸ। ਤਾਂ ਦੇਖੋ ਹਾਲੇ ਤੱਕ ਆਪਾਂ ਦੇਖੋ ਜਦੋਂ ਤੁਸੀਂ 2 ਟਾਈਪਸ ਕਰ ਰਹੇ ਹੋ, 2 ਟਾਈਪਸ ਕਰਨ ਤੋਂ ਬਾਅਦ ਚ ਤੁਸੀਂ ਹੈਡਿੰਗ ਪੜ੍ਹ ਕੇ ਦੇਖਣੀ ਹੁੰਦੀ ਹੈ ਕੀ ਤੁਹਾਨੂੰ ਇੱਕ ਅੱਧਾ ਮਿਲਦਾ ਸਿੱਧਾ ਜਾਂ ਨਹੀਂ ਮਿਲਦਾ। ਧਿਆਨ ਨਾਲ ਦੇਖਿਓ ਜੀ। ਪਹਿਲੇ ਚ ਕਿਹਾ ਜੀ, ਕਹਿੰਦੇ ਪਹਿਲੇ ਚ ਕਿਹਾ ਕਿ ਸਿਸਟਮ ਦੇ ਬਾਰੇ ਮੈਂਸ਼ਨ ਕੀਤਾ ਹੋਇਆ ਵਾ। ਕਹਿੰਦੇ ਵਿਚ ਕੁਡ ਨਾਟ ਬੀ ਯੂਜ਼ਡ, ਜਿਹੜਾ ਯੂਜ਼ ਨਹੀਂ ਹੋ ਸਕਦਾ ਸੀਗਾ ਜੀ। ਦੇਖੋ ਹਾਲੇ ਤੱਕ ਕੋਈ ਗੱਲ ਨਹੀਂ ਕੀਤੀ ਜੀ ਇਹ ਚੀਜ਼। ਗਾਂ ਜਾ ਕੇ ਲਿਖਿਆ ਬਈ ਜਾਨੀ ਕਿ ਗੈਸ ਕੀਤਾ ਗਿਆ ਵਾ। ਹਾਂਜੀ, ਕੀ ਗੈਸ ਕੀਤਾ ਗਿਆ ਜੀ? ਕਿ ਕੁਆਂਟੀਟੀ ਜਿਹੜੀ ਹੈਗੀ ਹੈ ਜੀ, ਹਾਂਜੀ ਕੁਆਂਟੀਟੀ ਆਫ ਪਾਵਰ ਜਿਹੜੀ ਸਹਾਰਾ ਦੇ ਕੋਲੇ ਹੈਗੀ ਆ, ਜੋ ਪ੍ਰੋਡਿਊਸ ਕਰ ਸਕਦਾ। ਦੇਖੋ ਕਿਤੇ ਨਹੀਂ ਆਪਾਂ ਦੇਖੀ ਜੀ ਇਹ ਚੀਜ਼। ਤੀਸਰੇ ਵਿੱਚ ਕਹਿੰਦੇ ਸੁਜੈਸ਼ਨ ਦਿੱਤਾ ਪਿਆ ਉਹ ਪਹਿਲੇ ਦੇ ਵਿੱਚ ਕਿ ਕਿਵੇਂ ਜਾਨੀ ਕਿ ਕਨਵਿੰਸ, ਕਿ ਹਾਊ ਟੂ ਕਨਵਿੰਸ, ਕਿਵੇਂ ਕਨਵਿੰਸ ਕਰੀਏ ਜੋ ਆਰਗੇਨਾਈਜੇਸ਼ਨਸ ਹੁੰਦੀਆਂ ਵਾ। ਹਾਂਜੀ, ਕਾਹਦੇ ਬਾਰੇ? ਜੋ ਸਹਾਰਾ ਦੀ ਪੋਟੈਂਸ਼ੀਅਲ ਦੇ ਬਾਰੇ। ਕਿਤੇ ਵੀ ਗੱਲ ਨਹੀਂ ਕੀਤੀ। 3 ਪੜ੍ਹੇ, 3 ਚੋਂ ਹਾਲੇ ਤੱਕ ਕੋਈ ਨਹੀਂ ਆਇਆ। ਸ਼ਾਰਟ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ ਜੀ। ਕਿਹਦੀ ਦਿੱਤੀ ਹੋਈ ਹੈ? ਜੋ ਸ਼ਾਰਟ ਡਿਸਕ੍ਰਿਪਸ਼ਨ ਹੈ ਜੀ, ਉਹ ਕਹਿੰਦੇ ਕਿ ਸਹਾਰਾ ਦੀ। ਬਈ ਉਹ ਡੈਜ਼ਰਟ ਦੇ ਬਾਰੇ ਦੱਸਿਆ ਗਿਆ ਜੀ, ਕਹਿੰਦੇ ਸ਼ਾਰਟ ਦੇ ਵਿੱਚ। ਹਾਂਜੀ, ਪ੍ਰੈਜ਼ੈਂਟ ਟਾਈਮ ਬਾਰੇ ਦੱਸਿਆ ਗਿਆ। ਦੇਖੋ ਹਾਲੇ ਤੱਕ ਕੋਈ ਚੀਜ਼ ਤੇ ਸ਼ੱਕ ਨਹੀਂ ਜਾ ਰਿਹਾ। ਕਹਿੰਦੇ ਜੀ ਕੰਪੈਰੀਜ਼ਨ ਕੀਤਾ ਵਾ ਕਾਸਟ ਨੂੰ ਲੈ ਕੇ। 2 ਡਿਫਰੈਂਟ એનર્ਜੀ ਸੋਰਸ ਆ, ਜਿਹਦੇ ਵਿੱਚ ਕਾਸਟ ਨੂੰ ਲੈ ਕੇ ਕੀ ਕੀਤਾ ਗਿਆ ਜੀ? ਕੰਪੈਰੀਜ਼ਨ ਕੀਤਾ ਗਿਆ ਜੀ। ਤਾਂ ਦੇਖੋ ਹਾਲੇ ਤੱਕ ਕੋਈ ਨਹੀਂ ਲੱਗ ਰਿਹਾ। ਬਟ ਇੱਥੇ ਇੱਕ ਮੇਰੇ ਮਾਈਂਡ ਦੇ ਵਿੱਚ ਥੋਟ ਸਟਰਾਈਕ ਹੋਈ ਆ। ਮੈਂ ਜਾ ਕੇ ਦੇਖੂੰਗਾ ਕਿ ਕਿਹੜੇ ਪੈਰਿਆਂ ਦੇ ਵਿੱਚ ਕਾਸਟ ਦੀਆਂ ਗੱਲਾਂ ਹੋਈਆਂ ਪਈਆਂ। ਸਿੰਪਲੀ ਦਿਖ ਜਾਣਾ ਜੀ। ਬਾਅਦ ਚੋਂ ਦੇਖੂੰਗਾ ਵੀ ਕੀ એનર્ਜੀ ਸੋਰਸ
ਡਿਫਰੈਂਟ એનર્ਜੀ ਸੋਰਸ ਦੇ ਵਿੱਚ ਕੋਸਟ ਨੂੰ ਕੰਪੈਰੀਜ਼ਨ ਕੀਤਾ ਗਿਆ ਵਾ ਜੀ। ਤੇ ਮੈਂ ਪਹਿਲਾ ਪੈਰਾ ਦੇਖਿਆ ਕੋਈ ਕੋਸਟ ਨਹੀਂ ਮਿਲੀ ਜੀ। ਮੈਂ ਦੂਸਰਾ ਪੈਰਾ ਦੇਖਿਆ ਤਾਂ ਕੋਈ ਕੋਸਟ ਨਹੀਂ, ਯਾਨੀ ਕਿ ਅਮਾਊਂਟ ਆਫ ਇਲੈਕਟ੍ਰਿਸਿਟੀ ਹੈ ਜੀ, ਕਿਲੋ ਯਾਨੀ ਕਿਲੋਮੀਟਰ ਵਗੈਰਾ ਦੀਆਂ ਗੱਲਾਂ ਕੀਤੀਆਂ ਗਈਆਂ, ਨਾ ਕਿ ਕੋਸਟ। ਕੋਸਟ ਮੀਨਸ ਪੈਸੇ ਦੀਆਂ ਗੱਲਾਂ ਕਿਹੜੇ ਪੈਰੇ 'ਚ ਕੀਤੀਆਂ ਗਈਆਂ ਜੀ। ਮੈਂ ਸੀ ਦੇ ਵਿੱਚ ਆਇਆ, ਕੋਈ ਕੋਸਟ ਨਹੀਂ ਦਿਖ ਰਹੀ ਜੀ। ਡੀ ਦੇ ਵਿੱਚ ਆਇਆ ਜੀ ਤਾਂ ਕੋਸਟ ਦਿਖ ਰਹੀ ਆ। ਇਹ ਕੋਸਟ ਕਾਹਦੀ ਆ? ਕੀ ਕੋਈ એનર્ਜੀ ਸੋਰਸ ਦੀ ਆ? ਇਹ ਕੋਸਟ ਹੈਗੀ ਆ ਜੇ ਆਪਾਂ ਯਾਨੀ ਕਿ ਪਾਵਰ, ਜੋ ਟਰਾਂਸਮਿਟਿੰਗ ਪਾਵਰ ਨੂੰ ਆਪਾਂ ਸ਼ੁਰੂ ਕਰਨਾ ਵਾ, ਉਹਦੀ ਕੋਸਟ, ਹਾਂਜੀ ਕੋਸਟ ਆ। ਨਾਲੇ ਮੈਂ ਦੇਖ ਲੈਣਾ ਵੀ ਕੀ ਕੋਈ ਹੋਰ ਕੋਸਟ ਹੈ ਹੋਰ ਸੋਰਸ ਨਾਲ ਕੰਪੈਰੀਜ਼ਨ ਕੀਤਾ ਗਿਆ ਜਾਂਦਾ? ਨਹੀਂ ਜੀ, ਉਹ ਖਤਮ ਹੀ ਹੋ ਗਿਆ ਫਿਰ। ਤਾਂ ਗਾਂਹ ਵਾਲੇ ਵਿੱਚ ਜਾ ਕੇ ਦੇਖਦੇ ਜੀ ਆਪਾਂ, ਇੱਥੇ ਕੋਸਟ ਲਿਖੀ ਪਈ ਹੈ ਜੀ। ਹੁਣ ਆਪਾਂ ਦੇਖਾਂਗੇ ਵੀ ਕੀ ਇਹਦੇ ਵਿੱਚ ਜਿਹੜੀ ਇਹ ਕੋਸਟ ਲਿਖੀ ਗਈ ਆ ਉਹ, ਹਾਂਜੀ, ਉਹ ਕੰਪੈਰੀਜ਼ਨ ਕੀਤੀ ਗਈ ਹੈ ਜੀ। ਤਾਂ ਇੱਥੇ ਲਿਖਿਆ ਪਿਆ ਜੀ, ਧਿਆਨ ਨਾਲ ਦੇਖਿਓ ਜੀ। ਇੱਥੇ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਆਪਾਂ ਨੂੰ ਕਿਹਾ, ਜਰਮਨ ਦੀ ਜੋ ਗਵਰਨਮੈਂਟ ਹੈਗੀ ਹੈ ਜੀ, ਉਹਨੇ ਕਹਿੰਦੇ ਹਿਸਾਬ ਲਾਇਆ ਵੀ ਜੇ ਉਹ ਰਿਪਲੇਸ ਕਰ ਦੇਵੇ ਲਾਈਨਸ ਨੂੰ ਤਾਂ ਕੋਸਟ ਜਿਹੜੀ ਹੈਗੀ ਹੈ ਜੀ ਉਹ ਵੱਧ ਜੂਗੀ ਜੀ, ਰੇਜ਼ ਹੋ ਜੂਗੀ ਜੀ। ਉਹ ਕਹਿੰਦੇ ਸਿਗਨੀਫੀਕੈਂਟ ਅਮਾਊਂਟ ਜਿਹੜੀ ਹੈਗੀ ਆਪਾਂ, ਓਕੇ ਜੀ। ਅੱਗੇ ਜਾ ਕੇ ਆਪਾਂ ਨੂੰ ਉਹਨਾਂ ਨੇ ਕਿਹਾ ਵਾ ਕਿ ਕਹਿੰਦੇ ਜ਼ਿਆਦੇ ਪੈਸੇ ਦੀ ਲੋੜ ਪਊਗੀ ਜੀ, ਕਹਿੰਦੇ। ਤੇ ਗਾਂ ਜਾ ਕੇ ਧਿਆਨ ਨਾਲ ਦੇਖਿਓ ਜੀ, ਕਹਿੰਦੇ ਜੀ ਇਹ ਚੀਪਰ ਆ, ਕਹਿੰਦੇ ਜੀ ਜੇ ਕੋਲੇ ਨੂੰ ਬਰਨ ਕਰਨਾ ਹੋਵੇ ਤਾਂ ਚੀਪਰ ਆ, ਕਹਿੰਦੇ ਨਾਲੋਂ ਜੀ ਸੋਲਰ ਪਾਵਰ ਦੇ ਨਾਲੋਂ। ਯਾਨੀ ਕਿ ਕੋਲਾ ਜੋ ਕਿ ਸੋਰਸ ਆਫ એનર્ਜੀ ਆ ਤੇ ਸੋਲਰ ਪਾਵਰ ਜੋ ਕਿ ਸੋਰਸ ਆਫ એનર્ਜੀ ਆ, ਦੋਨਾਂ ਦੀ ਕੋਸਟ ਨੂੰ ਕੰਪੇਅਰ ਕੀਤਾ ਗਿਆ ਵਾ ਲਾਸਟ ਲਾਈਨ ਦੇ ਵਿੱਚ। ਕਿਵੇਂ ਕੰਪੇਅਰ ਕੀਤਾ ਗਿਆ? ਕਹਿੰਦੇ ਜੀ ਕੋਲਾ ਚੀਪਰ ਹੈ ਕਿ ਨਾਲੋਂ ਸੋਲਰ ਪਾਵਰ ਨਾਲ। ਜਾ ਕੇ ਹੈਡਿੰਗ ਦੇਖੋ, ਹੈਡਿੰਗ 'ਚ ਵੀ ਕੀ ਕਿਹਾ ਗਿਆ ਸੀਗਾ? ਕੰਪੈਰੀਜ਼ਨ ਕੀਤਾ ਗਿਆ ਕਿਹਦਾ? ਕੋਸਟ ਨੂੰ ਲੈ ਕੇ। ਕਿਹਦੀ ਕੋਸਟ ਦੀ? ਜੋ ਡਿਫਰੈਂਟ એનર્ਜੀ ਸੋਰਸ ਆ। ਮੈਨੂੰ ਯੈਸ ਔਰ ਨੋ ਦੱਸੋ ਜੀ। ਕਿ ਮਿੰਟੋ ਮਿੰਟ ਹੀ ਆਪਾਂ ਲੱਭ ਲਿਆ, ਜਸਟ ਕੋਸਟ ਵਰਡ ਦੇਖ ਕੇ ਆਪਾਂ ਕਿਹੜੇ ਪੈਰੇ ਵਿੱਚ ਗਏ ਜਿੱਥੇ ਡਾਲਰ ਜਾਂ ਯੂਰੋ ਜਾਂ ਕੋਈ ਵੀ ਸਾਈਨ ਮਨੀ ਦਾ ਆਪਾਂ ਨੂੰ ਮਿਲਣਾ ਸੀਗਾ ਜੀ। ਯੈਸ ਔਰ ਨੋ ਜੀ। ਯੈਸ ਸਰ। ਸਾਰਿਆਂ ਨੂੰ ਕਲੀਅਰ ਹੈ? ਤਾਂ ਦੇਖੋ ਇਹ ਹਾਂਜੀ sir। ਸਮਾਰਟ ਵਰਕ ਹੁੰਦਾ ਵਾ, ਯਾਨੀ ਕਿ ਇਹ ਹੁੰਦਾ ਸਮਾਰਟ ਵਰਕ। ਤੇ ਯਾਨੀ ਕਿ ਹਾਰਡ ਵਰਕ ਕਿਹੜਾ ਹੁੰਦਾ ਵਾ? ਪਹਿਲੇ ਪੈਰੇ ਤੋਂ ਸਟਾਰਟ ਕਰ ਦੇਣਾ ਪੜ੍ਹਨਾ, ਉਹ ਹੁੰਦਾ ਵਾ ਹਾਰਡ ਵਰਕ। ਹਾਰਡ ਵਰਕ ਜ਼ਿਆਦਾਤਰ ਟ੍ਰੈਡੀਸ਼ਨਲ ਤਰੀਕੇ ਹੀ ਫੋਲੋ ਹੋਈ ਜਾਂਦੇ ਹੁਣ ਤੱਕ ਵੀ। ਤਾਂ ਕਰਕੇ ਹਾਰਡ ਵਰਕ ਦੇ ਨਾਲ ਉਹ ਚੀਜ਼ ਯਾਨੀ ਕਿ ਗੈਟ ਤਾਂ ਹੋ ਜਾਂਦੀ ਆ, ਸਹੀ ਤਾਂ ਹੋ ਜਾਂਦੀ ਆ, ਬਟ ਟਾਈਮ ਲਾ ਕੇ ਹੁੰਦੀ ਹੈ ਜੀ। ਸਮਾਰਟ ਵਰਕ ਦਾ ਮਤਲਬ ਕੀ ਹੁੰਦਾ? ਥੋੜੀਆਂ ਜਿਹੀਆਂ ਟੈਕਨੀਕਸ ਨੂੰ ਚੇਂਜ ਕਰਨਾ। ਤਾਂ ਦੇਖੋ ਮੈਂ ਕੋਈ ਵੀ ਲੱਭ ਸਕਦਾ ਸੀ ਪਹਿਲਾਂ ਹੋਰ, ਬਟ ਕੋਈ ਫਾਇਦਾ ਨਹੀਂ ਸੀਗਾ ਜੀ, ਕੋਈ ਚੀਜ਼ ਦਾ ਫਾਇਦਾ ਨਹੀਂ ਸੀ ਜੀ। ਮੈਂ ਸਭ ਤੋਂ ਪਹਿਲਾਂ ਕੋਸਟ ਵਰਡ ਦੇਖਿਆ ਤੇ ਕੋਸਟ ਦੇਖ ਕੇ ਮੈਂ ਕਿੱਥੇ ਗਿਆ ਜੀ? ਮੈਂ ਕਿਹਾ ਵੀ ਜਾਣੀ ਕਿ ਉਹ ਪੈਰਾ ਲੱਭਿਆ ਜਾਵੇ ਜਿਹਦੇ ਵਿੱਚ ਪੈਸਿਆਂ ਨੂੰ ਲੈ ਕੇ ਗੱਲਾਂ ਹੋਈਆਂ ਹੋਣ। ਤੇ ਹੁਣ ਤੁਸੀਂ ਵੀ ਥੋੜੇ ਜਿਹੇ ਸਮਾਰਟ ਹੋ ਜੀ। ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਦੂਜੇ ਨੰਬਰ ਤੇ ਕਿਹੜਾ ਲੱਭਣਾ ਚਾਹੀਦਾ? ਜਿਵੇਂ ਆਪਾਂ ਕੋਸਟ ਵਾਲਾ ਲੱਭਿਆ ਵਾ, ਤੁਸੀਂ ਕਿਹੜਾ ਮਾਈਂਡ ਚਲਾਉਂਗੇ? ਮੈਂ ਤੁਹਾਨੂੰ ਹੈਡਿੰਗ ਹੀ ਦਿਖਾਉਣਾ ਇੱਕ ਵਾਰੀ ਫੇਰ। ਹਾਂਜੀ ਸਰ ਸੈਕਿੰਡ ਨੰਬਰ ਹੈ ਕੁਆਂਟੀਟੀ ਦੇਖਾਂਗੇ ਸ਼ਾਇਦ ਇਹਦੇ ਵਿੱਚ ਨੰਬਰ ਕੀ ਲਿਖਿਆ ਪਿਆ ਜੀ? ਕੁਆਂਟੀਟੀ। ਬਿਲਕੁਲ ਜੀ, ਇਹ ਹੁੰਦਾ ਯਾਨੀ ਕਿ ਡਬਲ ਸਮਾਰਟ ਵਰਕ ਕਰਨਾ। ਤਾਂ ਦੇਖੋ ਦੋ ਤਾਂ ਵੈਸੇ ਹੀ ਲੱਭੇ ਗਏ ਜੀ। ਯਾਨੀ ਕਿ ਜੇ ਦੇਖੋ ਪਹਿਲਾਂ ਕੀ ਹੁੰਦਾ ਜਿਹੜੀ ਆਪਾਂ ਰੋ ਰੀਡਿੰਗ ਕਰਦੇ ਹਾਂ, ਜਦੋਂ ਆਪਾਂ ਹੈਡਿੰਗਾਂ ਪੜ੍ਹਦੇ ਆਪਾਂ ਨੂੰ ਕੋਈ ਨਾ ਕੋਈ ਤਾਂ ਪਹਿਲਾਂ ਵੈਸੇ ਹੀ ਲੱਭਿਆ ਜਿਹੜਾ ਆਪਾਂ ਪੜ੍ਹਿਆ ਹੁੰਦਾ। ਤੇ ਜੇ ਉਹ ਸਟ੍ਰੈਟਜੀ ਫੇਲ ਵੀ ਹੋ ਗਈ ਤਾਂ ਦੂਸਰੀ ਸਟ੍ਰੈਟਜੀ ਤਿਆਰ ਰੱਖੋ ਜੀ। ਦੇਖੋ ਹੈਡਿੰਗਾਂ ਦੇ ਵਿੱਚ ਕੋਈ ਮੈਥਮੈਟੀਕਲ ਡਿਜਿਟ ਨੂੰ ਬਿਲੋਂਗ ਕਰਨ ਵਾਲਾ ਵਰਡ ਹੈ ਜਾਂ ਨਹੀਂ? ਕੋਸਟ ਹੁੰਦਾ ਵਾ ਮੈਥਮੈਟੀਕਲ ਡਿਜਿਟ ਨੂੰ ਬਿਲੋਂਗ ਕਰਨ ਵਾਲਾ। ਡਾਲਰ 200 ਹੋ ਸਕਦਾ, 400 ਹੋ ਸਕਦਾ, ਰੁਪੀਸ ਹੋ ਸਕਦਾ, ਯੂਰੋ ਹੋ ਸਕਦਾ ਵਾ ਜੀ। ਫਿਰ ਕੁਆਂਟੀਟੀ ਵਰਡ ਆ, ਕੁਆਂਟੀਟੀ ਕੀ ਹੈ ਜੀ? ਮੈਥਮੈਟੀਕਲ ਡਿਜਿਟ ਨੂੰ ਬਿਲੋਂਗ ਕਰਨ ਵਾਲਾ ਵਰਡ। ਇਹ ਚੀਜ਼ਾਂ ਹੁੰਦੀਆਂ ਆਪਣੇ ਮਾਈਂਡ ਦੇ ਵਿੱਚ ਰੱਖਣ ਵਾਲੀ। ਤੇ ਤੁਸੀਂ ਫਾਸਟ ਵੀ ਹੋਵੋਗੇ, ਟਾਈਮ ਵੀ ਸੇਵ ਹੋਊਗਾ ਜੀ, ਤੇ ਰੀਡਿੰਗ ਪਹਿਲਾਂ ਹੀ ਹੋ ਜਾਣੀ ਆ 5 ਮਿੰਟ। ਤਾਂ ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ। ਕਹਿੰਦੇ ਜੀ ਉਹ ਪੈਰੇ ਦੇ ਵਿੱਚ ਗੈਸ ਹੀ ਕੀਤਾ ਗਿਆ ਇੱਕ ਤਰ੍ਹਾਂ ਦਾ, ਯਾਨੀ ਗੈਸ ਹੈ ਕਾਹਦਾ ਜੀ? ਉਹਦੇ ਵਿੱਚ ਯਾਨੀ ਕੁਆਂਟੀਟੀ ਲਿਖੀ ਪਈ ਹੈ ਜੀ। ਕੁਆਂਟੀਟੀ ਕਾਹਦੀ ਲਿਖੀ ਹੋਈ ਆ? ਪਾਵਰ ਦੀ ਕੁਆਂਟੀਟੀ। ਪਾਵਰ ਕਿਹਦੀ? ਜਿਹੜੀ ਸਹਾਰਾ ਪ੍ਰੋਡਿਊਸ ਕਰ ਸਕਦਾ। ਉਹ ਡੈਜ਼ਰਟ ਦੇ ਕੋਲੇ ਕਿੰਨੀ ਪਾਵਰ ਆ ਉਹ ਪੈਰੇ 'ਚ ਲਿਖੀ ਪਈ ਹੈ ਜੀ। ਚਲੋ ਚੱਲਦੇ ਹਾਂ ਜੀ। ਸਭ ਤੋਂ ਪਹਿਲੇ ਪੈਰੇ ਦੇ ਵਿੱਚ ਮੈਨੂੰ 45 ਡਿਗਰੀ ਦਿਖਿਆ ਜੀ। ਡਿਗਰੀ ਪਾਵਰ ਨੂੰ ਨਹੀਂ ਡਿਨੋਟ ਕਰਦਾ ਹੁੰਦਾ। ਅੱਗੇ ਜਾ ਕੇ ਪੈਰਾਗ੍ਰਾਫ ਬੀ ਦੇ ਵਿੱਚ ਮੈਨੂੰ ਜਾ ਕੇ ਪਤਾ ਲੱਗਿਆ ਅਮਾਊਂਟ ਆਫ ਇਲੈਕਟ੍ਰਿਸਿਟੀ ਮੀਨਸ ਅਮਾਊਂਟ ਆਫ ਪਾਵਰ।
ਤੇ ਪਾਵਰ ਕਿੰਨੀ ਲਿਖੀ ਪਈ ਹੈ ਜੀ 15,500 ਸਕੁਅਰ ਕਿਲੋਮੀਟਰ, ਜੋ ਕਿ ਪ੍ਰੋਵਾਈਡ ਕਰ ਸਕਦੀ ਕਹਿੰਦੇ ਇਲੈਕਟ੍ਰਿਸਿਟੀ ਯੂਰਪ ਦੇ 500 ਮਿਲੀਅਨ ਲੋਕਾਂ ਨੂੰ। ਤਾਂ ਮੈਨੂੰ ਯੈਸ ਔਰ ਨੋ ਦੱਸੋ ਜੀ, ਬੀ ਲਾਵਾਂ ਜਾਂ ਨਾ ਲਾਵਾਂ ਜੀ? ਹਾਂਜੀ Yes. Yes, sir. ਤਾਂ ਦੇਖੋ ਕਿੱਡਾ ਵੱਡਾ ਪੈਰਾ ਸੀਗਾ, ਬਟ ਤੁਸੀਂ ਜਸਟ ਇੱਕ ਸਿੰਗਲ ਟੈਕਨੀਕ ਤੇ ਇਹ ਸੋਲਵ ਕਰਤਾ। ਤੁਸੀਂ ਜਸਟ Sir, ਇੱਕ ਕੁਆਂਟੀਟੀ ਮਿੰਟ ਇਹ ਵਰਡ ਚੱਕ ਸਮਝਾ ਕੇ ਦਿਓ ਆਏ ਕਿ ਤੇ ਸਹਾਰਾ ਨੇ ਦੇਖਿਆ ਕਿਵੇਂ ਕੁਆਂਟੀਟੀ ਕਿੱਥੇ ਮਿਲੀ। ਹਾਂਜੀ ਵੀ ਸਹਾਰਾ ਨੇ ਕਿਵੇਂ ਪ੍ਰੋਡਿਊਸ ਕੀਤੀ ਸਰ? ਬਿਲਕੁਲ ਜੀ, ਹਾਂਜੀ ਧਿਆਨ ਨਾਲ ਦੇਖਿਓ ਤੇ ਮੈਂ ਤੁਹਾਨੂੰ ਦੱਸਦਾ ਜੀ। ਧਿਆਨ ਨਾਲ ਦੇਖਿਓ ਜੀ, ਇੱਥੇ ਤੁਹਾਨੂੰ ਲਿਖਿਆ ਵਾ ਯਾਨੀ ਕਿ ਕੁਡ ਯੀਲਡ, ਕਹਿੰਦੇ ਸਹਾਰਾ ਵੀ ਕਹਿੰਦੇ ਕੁਡ ਯੀਲਡ ਪੈਦਾ ਕਰ ਸਕਦਾ ਅਮਾਉਂਟ ਆਫ ਇਲੈਕਟ੍ਰਿਸਿਟੀ, ਕਹਿੰਦੇ ਜੀ ਤੇ ਉਹ ਕਿੰਨੀ ਕਰ ਸਕਦਾ, ਉਹ ਗਾਂ ਜਾ ਕੇ ਕੁਆਂਟੀਟੀ ਦੱਸੀ ਹੋਈ ਆ ਬਈ ਉਹਦੇ ਕੋਲੇ Sir, ਪਾਵਰ yield ਕਿੰਨੀ means ਹੈਗੀ ਹੈ। produce? ਕੁਡ ਯੀਲਡ, ਯੀਲਡ ਮੀਨਸ ਪ੍ਰੋਡਿਊਸ ਕਰਨਾ ਜੀ, ਲੱਗ ਗਿਆ ਪਤਾ ਜੀ? Okay. Yes. ਤੇ ਦੇਖੋ ਅਮਾਉਂਟ ਆਫ ਪਾਵਰ ਆਪਾਂ ਨੂੰ ਇਹ ਪੈਰੇ ਚੋਂ ਪਤਾ ਲੱਗ ਗਈ ਕਿ ਕਿੰਨੀ ਹੈ ਜੀ, ਤੇ ਉਹ ਸੀ ਵੀ ਕਿੰਨੀ, ਉਹ ਯੂਰਪ ਦੇ 500 ਮਿਲੀਅਨ ਲੋਕਾਂ ਨੂੰ ਕਮ ਸੇ ਕਮ ਪ੍ਰੋਵਾਈਡ ਕਰ ਸਕਦੀ ਹੈ ਜੀ। ਇਹ ਪੋਸੀਬਿਲਿਟੀ ਦੱਸੀ ਜਾ ਰਹੀ ਹੈ। Okay. ਲੱਗ ਗਿਆ ਪਤਾ ਹੀ ਸਾਰਿਆਂ ਨੂੰ ਜੀ? ਠੀਕ ਹੈ ਜੀ। ਹਾਂਜੀ ਹਾਂਜੀ ਜੀ, ਤਾਂ ਦੇਖੋ ਤੁਸੀਂ ਜਿਵੇਂ ਕੋਸਟ ਤੇ ਕੁਆਂਟੀਟੀ ਜਾਂ ਨੰਬਰ ਹੋ ਗਿਆ ਜਾਂ ਬਜਟ ਹੋ ਗਿਆ ਜਾਂ ਫਿਗਰਸ ਹੋ ਗਿਆ, ਇਹ ਸਾਰੇ ਵਰਡ ਜੇ ਤੁਹਾਨੂੰ ਹੈਡਿੰਗ ਦੇ ਵਿੱਚ ਮਿਲਦੇ ਆ, ਤੁਸੀਂ ਕਿਹੜੇ ਪੈਰੇ ਨੂੰ ਟਾਰਗੇਟ ਕਰੋਗੇ ਜੀ ਜਿਹਦੇ ਵਿੱਚ ਮੈਥਮੈਟੀਕਲ ਡਿਜਿਟ ਲਿਖੀ ਹੋਈ ਹੈ। ਹਾਂਜੀ ਨੈਕਸਟ ਚੱਲਦੇ ਹਾਂ ਜੀ ਆਪਾਂ। ਤਾਂ ਦੇਖੋ ਆਪਾਂ ਨੂੰ ਦੋ ਤਾਂ ਲੱਭ ਵੀ ਗਏ ਜੀ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਆਪਾਂ ਨੂੰ ਦੋ ਤਾਂ ਹਾਂਜੀ ਲੱਭ ਵੀ ਗਏ। ਹੁਣ ਇੱਥੇ ਜੋ ਇੱਥੇ ਮੇਨ ਚੀਜ਼ ਇੱਕ ਨਿੱਕੀ ਜੀ ਨੋਟ ਕਰਨ ਵਾਲੀ ਹੈ ਜੀ, ਉਹ ਕਿਹੜੀ ਆ, ਇੱਥੇ ਇੱਕ ਨਿੱਕਾ ਜਿਹਾ ਡਰਾਬੈਕ ਵੀ ਹੋ ਸਕਦਾ। ਦੇਖੋ ਹਰ ਇੱਕ ਚੀਜ਼ ਦਾ ਇੱਕ ਡਰਾਬੈਕ ਹੁੰਦਾ ਹੈ ਜੀ, ਹਰ ਇੱਕ ਚੀਜ਼ ਦਾ ਜੇ ਫਾਇਦਾ ਵਾ ਤਾਂ ਹਰ ਇੱਕ ਚੀਜ਼ ਦਾ ਡਰਾਬੈਕ ਵੀ ਹੈ ਜੀ। ਹੁਣ ਤੁਸੀਂ ਜਿਹੜੇ ਦੋ ਕੁਐਸਚਨ ਲੱਭੇ ਆ, ਤੁਸੀਂ ਸੁਪਰ ਫਾਸਟ ਹੋ ਕੇ ਲੱਭੇ ਆ, ਯਾਨੀ ਕਿ ਬਾਕੀਆਂ ਨੂੰ ਜੇ 2 ਮਿੰਟ ਲੱਗ ਰਹੇ ਆ, ਤੁਹਾਨੂੰ ਸਿਰਫ ਇੱਕ ਸਿੰਗਲ ਮਿੰਟ ਦੇ ਵਿੱਚ ਲੱਭਿਆ ਵਾ ਕੁਐਸਚਨ ਇੱਕ, ਦੂਸਰਾ ਵੀ ਇੱਕ ਸਿੰਗਲ ਮਿੰਟ ਦੇ ਵਿੱਚ। ਬਾਕੀ ਬੱਚੇ 4 ਮਿੰਟ ਲਾ ਕੇ ਫਾਈਨਲ ਚ ਲੱਭਣਗੇ, ਤੁਸੀਂ 2 ਮਿੰਟ ਲਾ ਕੇ ਲੱਭਤੇ ਕੁਐਸਚਨ, ਤੁਹਾਡੇ ਕੋਲ 2 ਮਿੰਟ ਫ੍ਰੀ ਦੇ ਬਚ ਗਏ, ਤੁਸੀਂ ਕੋਈ ਹੋਰ ਪੜ ਸਕਦੇ। ਬਟ ਇੱਥੇ ਇੱਕ ਮੇਨ ਜਿਹੜਾ ਹੁਣ ਪ੍ਰੋਬਲਮ ਖੜੀ ਹੋਈ ਆ, ਉਹ ਖੜੀ ਹੋਈ ਆ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨਸ, ਤੁਸੀਂ ਇੱਕ ਲੈਟਰ ਨੂੰ 2 ਵਾਰੀ ਯੂਜ਼ ਕਰ ਸਕਦੇ ਹੋ, ਬਟ ਤੁਸੀਂ ਕੁਆਂਟੀਟੀ ਤੇ ਕੋਸਟ ਵਾਲਾ ਮਿੰਟੋ ਮਿੰਟ ਹੀ ਵੇਖ ਕੇ ਲਾਇਆ। ਹੁਣ ਜੇ ਕੁਆਂਟੀਟੀ ਤੇ ਕੋਸਟ ਵਾਲਾ ਦੂਰੀ ਜਿਹੜੀ ਕਿਸੇ ਦਾ ਹੈਗਾ ਕਿ ਨਹੀਂ ਹੈਗਾ, ਤੁਹਾਨੂੰ ਉਹ ਚੀਜ਼ ਨਹੀਂ ਉਹਨੂੰ ਪਤਾ ਲੱਗ ਸਕਣੀ, ਕਿਉਂਕਿ ਜੇ ਸਾਰਾ ਪੈਰਾ ਹੀ ਪੜ੍ਹਨਾ ਹੁੰਦਾ ਫਿਰ ਸ਼ਾਰਟਕਟ ਥੋੜ੍ਹਾ ਮਾਰਨੀ ਸੀ ਆਪਾਂ। ਮੈਨੂੰ ਯੈਸ ਔਰ ਨੋ ਦੱਸ ਦਿਓ, ਤੁਹਾਨੂੰ ਪਤਾ ਲੱਗ ਗਿਆ ਡਰਾਬੈਕ ਕੀ ਨਿਕਲੀ ਜੀ? ਜੇ Yes. ਬੀ ਜਾਂ ਜੇ ਆ ਦੋਨਾਂ ਦੇ ਵਿੱਚੋਂ ਹੁਣ ਕਿਸੇ ਦੋ ਦਾ ਹੋਇਆ ਤਾਂ ਤੁਹਾਨੂੰ ਉਹ ਚੀਜ਼ ਨਹੀਂ ਹੁਣ ਛੇਤੀ ਪਤਾ ਲੱਗ ਸਕਦੀ, ਕਿਉਂਕਿ ਉਹ ਕਰਨ ਦੇ ਲਈ ਤੁਹਾਨੂੰ ਦੁਬਾਰਾ ਪੜ੍ਹਨੇ ਪੈਣੇ ਫਿਰ ਡੀਪ ਜਾ ਕੇ। ਹਾਂਜੀ ਸਮਝ ਗਏ ਨਾ ਮੇਰੀ ਗੱਲ? ਤਾਂ ਕੋਈ ਨਾ, ਡੋਂਟ ਵਰੀ, ਹਾਂਜੀ ਆਪਾਂ ਕੀ ਕਰਦੇ ਆ, ਦੇਖੋ ਜ਼ਿਆਦਾਤਰ ਚਾਂਸਸ ਹੁੰਦੇ, ਅੱਛਾ 99% ਚਾਂਸਸ ਕੀ ਹੁੰਦੇ, ਜਸਟ ਇੱਕ ਸਿੰਗਲ ਹੀ ਰਿਪੀਟ ਹੁੰਦਾ ਨਾ ਦੋ ਹੁੰਦਾ, ਦੋ ਤਾਂ ਨਹੀਂ ਰਿਪੀਟ ਹਾਂਜੀ ਹੁੰਦੇ ਕਦੇ। ਤੁਸੀਂ ਇਹ ਦੇਖਿਆ ਕਿ ਹਾਂਜੀ ਬੀ ਵੀ 2 ਦਾ ਲਾਇਆ ਪਿਆ, ਡੀ ਵੀ 2 ਦੇ ਲਾਏ ਪਏ, ਬਸ ਨਹੀਂ ਜੀ, ਜ਼ਿਆਦਾਤਰ ਪੋਸੀਬਿਲਿਟੀ ਹੁੰਦੀ ਹੈ ਕਿ ਸਿੰਗਲ ਹੀ ਰਿਪੀਟ ਹੁੰਦਾ ਨਾ ਕਿ ਦੋ ਜਾਨੀ ਕਿ ਰਿਪੀਟ ਹੁੰਦੇ। ਤੇ ਹੁਣ ਆਪਾਂ ਕੀ ਕਰਦੇ ਆ, ਆਪਾਂ ਸਾਰੇ ਲੱਭਦੇ ਆ ਜੀ, ਜੇ ਦੋਵਾਂ ਦੇ ਵਿੱਚੋਂ ਕੋਈ ਰਿਪੀਟ ਹੋਣਾ ਹੋਇਆ ਤਾਂ ਆਪਾਂ ਲਾਸਟ ਉੱਪਰੋਂ ਪੜ੍ਹ ਲਾਂਗੇ, ਬਟ ਮੇਨ ਚੀਜ਼ ਮਾਇਨੇ ਰੱਖਦੀ ਹੈ ਕਿ ਆਪਾਂ ਜਾਨੀ ਕਿ ਥੋੜੇ ਸਮੇਂ ਦੇ ਵਿੱਚ 2 ਲੱਭਤੇ ਕਮ ਸੇ ਕਮ। ਚਲੋ ਜੀ ਹੁਣ ਆਪਾਂ ਚੱਲਦੇ ਨੈਕਸਟ। ਹੁਣ ਨੈਕਸਟ ਐਡ ਦੀ ਤੁਹਾਨੂੰ ਪਤਾ ਹੀ ਹੈ ਜੀ, ਜਿਹੜੇ ਬੀ ਤੇ ਹੀ ਆ, ਹੁਣ ਇਹ ਦੋਨੇ ਪਾਸੇ ਹੋ ਗਏ ਜੀ। ਹੁਣ ਤੁਸੀਂ ਜਾਣਾ ਵਾ ਜਿਹੜੇ ਸਮੋਲੈਸਟ ਪੈਰਾ ਵਾ ਜੀ, ਜਿਹੜਾ ਸਮੋਲੈਸਟ ਕਹਿ ਦਿਓ ਜਾਂ ਸਮੋਲਰ ਕਹਿ ਦਿਓ ਬਾਕੀਆਂ ਦੇ ਕੰਪੈਰੀਜ਼ਨ। ਚਲੋ ਜੀ ਜਾ ਕੇ ਦੇਖਦੇ ਹਾਂ। ਹੁਣ ਸਟ੍ਰੈਟਜੀ ਇਦਾਂ ਨਾ ਹੋਵੇ ਕਿ ਤੁਸੀਂ ਸਭ ਤੋਂ ਵੱਡੇ ਪੈਰੇ ਜਾ ਕੇ ਪੜ੍ਹਨ ਲੱਗ ਜਾਓ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ, ਇੱਥੇ ਦੇਖੋ ਕਿੱਡਾ ਵੱਡਾ ਪੈਰਾ ਸੀਗਾ ਜੋ ਤੁਸੀਂ ਜਸਟ 1 ਮਿੰਟ ਦੇ ਵਿੱਚ ਸੌਟ ਆਊਟ ਕਰਤਾ ਸਰ। ਵੈਸੇ ਬਹੁਤ ਲੈਂਥੀ ਪੈਰਾ ਸੀਗਾ ਜੀ, ਬਾਕੀ ਤੁਸੀਂ ਵੇਖੋ ਤਾਂ ਲੈ ਦੇਖੋ ਨਿੱਕੇ ਨਿੱਕੇ ਪੈਰੇ ਆ ਜੀ, ਆਹ ਤੁਸੀਂ ਦੇਖੋ ਤਾਂ ਛੋਟਾ ਜਿਹਾ ਪੈਰਾ ਜੀ, ਦੇਖੋ ਤਾਂ ਛੋਟਾ ਜਿਹਾ ਪੈਰਾ ਜੀ। ਬੈਕ ਚੱਲਦੇ ਆ ਜੀ, ਸਟਾਰਟਿੰਗ ਵਾਲਾ ਪੈਰਾ ਸਭ ਤੋਂ ਛੋਟਾ ਜਿਹਾ ਜੀ, ਤੇ ਬੀ ਵੀ ਤੁਸੀਂ ਲੱਭਤਾ। ਤੁਸੀਂ ਜਿਹੜੇ ਹੈਵੀ ਪੈਰੇ ਸੀਗੇ, ਜਿੱਥੇ ਰਾਈਟਰ ਚਾਹੁੰਦਾ ਸੀਗਾ ਕਿ ਤੁਹਾਨੂੰ ਟਾਈਮ ਜ਼ਿਆਦਾ ਲੱਗੇ, ਤੇ ਉਹ ਆਪਾਂ ਟਾਈਮ ਨਾਲ ਹੀ ਲੱਭਦੇ। ਡੀ ਬਹੁਤ ਛੋਟਾ ਪੈਰਾ ਜੀ ਦੇਖੋ, ਤਾਂ ਆਪਾਂ ਕੀ ਕਰੀਏ ਜੀ, ਸਭ ਤੋਂ ਪਹਿਲਾ ਪੈਰਾ ਜਿਹੜਾ ਸਟਾਰਟਿੰਗ 'ਚ ਦੇਖਦੇ ਹੋ ਨਿੱਕਾ ਜਿਹਾ ਪੈਰਾ ਜੀ, ਚਲੋ ਜੀ ਪੜ੍ਹਦੇ ਹਾਂ ਜੀ। ਬਾਅਦ ਚੋਂ ਆਪਾਂ ਡੀ ਪੜਾਂਗੇ, ਡੀ ਬਹੁਤ ਛੋਟਾ ਪੈਰਾ ਜੀ। ਹਾਂਜੀ ਜੀ ਪੜ੍ਹਿਓ ਜੀ ਸਭ ਤੋਂ ਪਹਿਲਾ ਪੈਰਾ। ਪਹਿਲੇ ਪੈਰੇ ਦੀ ਲੈਂਗੁਏਜ ਵੈਸੇ ਹੀ ਸੌਖੀ ਹੁੰਦੀ ਹੈ, ਕਿਉਂਕਿ ਹਲੇ ਸਟਾਰਟਿੰਗ ਹੋਈਆਂ ਹੁੰਦੀਆਂ ਚੀਜ਼ਾਂ ਦੀ,
ਗਾਂ ਜਾ ਕੇ ਕੋਈ ਪ੍ਰੋਜੈਕਟ ਕੋਈ ਐਕਸਪੈਰੀਮੈਂਟ ਵਗੈਰਾ ਗਾਂ ਜਾ ਕੇ ਹੁੰਦੇ ਜਿੱਥੇ ਟਰਮ ਹੈਵੀ ਯੂਜ਼ ਕਰਦੇ। ਕੀ ਕਹਿੰਦੇ ਜੀ, ਹਾਂਜੀ ਕਾਫੀ ਸਾਲਾਂ ਤੋਂ ਕਹਿੰਦੇ ਜੋ ਸਹਾਰਾ ਹੈਗਾ ਕਹਿੰਦੇ ਮੰਨਿਆ ਜਾ ਚੁੱਕਾ ਵਾ, ਕਾਫੀ ਸਾਲਾਂ ਤੋਂ ਹੁਣੇ ਮੰਨਿਆ ਜਾ ਚੁੱਕਾ। ਕੀ ਮੰਨਿਆ ਜਾ ਚੁੱਕਾ ਜੀ? ਹਾਂਜੀ ਯੂਰਪੀਅਨਸ ਦੇ ਦੁਆਰਾ ਮੰਨਿਆ ਜਾ ਚੁੱਕਿਆ ਹੈ ਜੀ। ਕੀ ਹੈ ਜੀ ਇਹ? ਜਾਣੀ ਕਿ ਟੈਰਾ, ਜਾਣੀ ਕਿ ਇੱਕ ਨਾਮ ਲਿਖਿਆ ਵਾ ਜੀ ਤੇ ਸਟਾਰ ਪਾਇਆ ਹੋਇਆ ਇੱਥੇ, ਧਿਆਨ ਨਾਲ ਦੇਖੋ, ਜਾਣੀ ਕਿ ਰੀਡਿੰਗ ਦੇ ਲਾਸਟ ਉੱਪਰ ਸ਼ਾਇਦ ਇਹਦਾ ਮੀਨਿੰਗ ਦੱਸਿਆ ਹੋਵੇ। ਆ ਦੇਖੋ ਧਿਆਨ ਨਾਲ ਜੀ, ਇਹਦਾ ਮਤਲਬ ਕਿ ਉਹ ਲੈਂਡ ਜਿਹਦੇ ਬਾਰੇ ਪਤਾ ਨਾ ਹੋਵੇ ਜੀ। ਤਾਂ ਧਿਆਨ ਨਾਲ ਦੇਖਿਓ, ਫਾਈਨਲ ਚ ਜਿਹਦੇ ਇੱਥੇ ਸਟਾਰ ਪਾਇਆ ਹੋਇਆ ਉਹਦਾ ਮੀਨਿੰਗ ਨੀਚੇ ਲਿਖਿਆ ਪਿਆ ਹੋਊਗਾ। ਤੁਹਾਨੂੰ ਇਹ ਗੱਲ ਪਹਿਲਾਂ ਪਤਾ ਸੀ ਕਿ ਨਹੀਂ? ਮੈਨੂੰ ਐਸਾ ਨਾ ਦੱਸੋ। ਮੋਸਟਲੀ ਬੱਚਿਆਂ ਨੂੰ ਪਤਾ ਹੋਊਗੀ ਗੱਲ ਪਹਿਲਾਂ। नो ਤੁਹਾਨੂੰ सर ਪਤਾ ਸੀ ਜੀ ਇਹ ਗੱਲ? पता नो सर ਤਾਂ ਕੀ ਕਰਿਓ, ਫਾਈਨਲ ਦੇ ਵਿੱਚ ਜੇ ਕਿਸੇ ਵਰਡ ਦੇ ਉੱਪਰ ਸਟਾਰ ਪਾਇਆ ਪਿਆ ਹੋਵੇ ਜੀ, ਤਾਂ ਰੀਡਿੰਗ ਜਿੱਥੇ ਖਤਮ ਹੁੰਦੀ ਆ ਸਭ ਤੋਂ ਨੀਚੇ ਉਹ ਰੀਡਿੰਗ ਨੇ ਉਹ ਵਰਡ ਦਾ ਮੀਨਿੰਗ ਖੁਦ ਸਮਝਾਇਆ ਪਿਆ ਹੁੰਦਾ ਵੀ ਇਹਨੂੰ ਕੀ ਕਹਿੰਦੇ ਆ ਜੀ। ਓਕੇ ਜੀ, ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ। ਚਲੋ ਜੀ ਜਾ ਕੇ ਦੇਖਦੇ ਜੀ ਆਪਾਂ। ਨਵੀਆਂ ਚੀਜ਼ਾਂ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਿਆ ਕਰੋ ਜੀ, ਮਾਈਂਡ ਚੋਂ ਬਾਹਰ ਨਾ ਜਾਣ ਦਿਆ ਕਰੋ। ਕੀ ਕਹਿੰਦੇ ਜੀ? ਕਹਿੰਦੇ ਜੀ ਹਾਂਜੀ ਕਾਫੀ ਸਾਲਾਂ ਤੋਂ ਕਹਿੰਦੇ ਸਹਾਰਾ ਹੁਣ ਮੰਨਿਆ ਜਾ ਚੁੱਕਾ ਯੂਰਪੀਅਨ ਦੇ ਦੁਆਰਾ ਕਿ ਇਹ ਕਿਹੜੀ ਲੈਂਡ ਹੈ ਜਿਹਦੇ ਬਾਰੇ ਪਤਾ ਨਹੀਂਗਾ ਜੀ। ਕਹਿੰਦੇ ਜੋ ਇਹ ਲੈਂਡ ਹੈ ਇਹਦੇ ਬਾਰੇ ਪਤਾ ਨਹੀਂ, ਆਫ ਜੋ ਇੰਡੀਆ ਦੀ ਇਕਨੋਮਿਕ ਵੈਲਿਊ ਦੇ ਬਾਰੇ ਨਹੀਂ ਪਤਾ, ਜੋ ਇਹਦੀ ਕਹਿੰਦੇ ਥੋੜੀ ਜੀ ਇਕਨੋਮਿਕ ਵੈਲਿਊ ਹੈਗੀ ਆ ਉਹਦੇ ਬਾਰੇ ਕਹਿੰਦੇ ਪਤਾ ਨਹੀਂ। ਬਟ ਜਿਹੜੀ ਇਹ ਥੋਟ ਆ ਜੀ ਕਹਿੰਦੇ ਮੇ ਸੂਨ ਚੇਂਜ ਕੰਪਲੀਟਲੀ, ਬਟ ਇਹ ਚੀਜ਼ ਕਹਿੰਦੇ ਕਿ ਕੰਪਲੀਟਲੀ ਚੇਂਜ ਹੋ ਸਕਦੀ ਹੈ। ਯਾਨੀ ਕਿ ਸ਼ਾਇਦ ਹੁਣ ਕਾਫੀ ਲੋਕਾਂ ਨੂੰ ਪਤਾ ਲੱਗ ਜਾਵੇ। ਜੋ ਕਹਿੰਦੇ ਨੇ ਕਿ ਪੋਲੀਟੀਸ਼ੀਅਨ ਹੈਗੇ ਆ ਤੇ ਸਾਇੰਟਿਸਟ ਹੈਗੇ ਆ, ਦੋਨੇ ਹੁਣੇ ਕੀ ਕਰ ਰਹੇ ਆ, ਸ਼ੁਰੂ ਕਰ ਰਹੇ ਆ ਫੋਕਸ ਕਰਨਾ। ਫੋਕਸ ਕਰੇ ਤੇ ਕਰਨਾ ਕਿ ਸਹਾਰਾ ਦੇ ਕੋਲੇ ਜੋ ਯਾਨੀ ਕਿ ਪੋਟੈਂਸ਼ੀਅਲ ਆ, ਜੋ ਪਾਵਰ ਹੈਗੀ ਹੈ ਜੀ ਕਹਿੰਦੇ ਪਾਵਰ ਪ੍ਰੋਵਾਈਡ ਕਰਨ ਦੀ ਯੂਰਪ ਨੂੰ ਫਿਊਚਰ ਦੇ ਵਿੱਚ। ਇਹਦੇ ਬਾਰੇ ਕੀ ਲਿਖਿਆ ਹੋਇਆ ਹੈ ਪੈਰੇ ਦੇ ਵਿੱਚ? ਇਹ ਪੈਰੇ ਦੇ ਵਿੱਚ ਸਹਾਰਾ ਦੇ ਬਾਰੇ ਦੱਸਿਆ ਹੋਇਆ ਵਾ ਜੀ ਕਿ ਜੋ ਸਹਾਰਾ ਹੈ ਜੀ, ਹਾਂਜੀ ਕਿਹੜੀ ਲੈਂਡ ਆ ਜਿਹਦੇ ਬਾਰੇ ਪਤਾ ਨਹੀਂਗਾ, ਜਿਹਦੀ ਵੈਲਿਊ ਕਿਸੇ ਨੂੰ ਪਤਾ ਨਹੀਂਗੀ, ਬਟ ਛੇਤੀ ਜਿਹੀ ਪਤਾ ਲੱਗ ਜੂਗੀ। ਪੋਲੀਟੀਸ਼ੀਅਨ ਤੇ ਸਾਇੰਟਿਸਟ ਹੁਣ ਕੀ ਕਰ ਰਹੇ ਆ ਜੀ, ਉਹਨੂੰ ਯਾਨੀ ਕਿ ਬਿਗਨਿੰਗ ਕਰ ਰਹੇ, ਸ਼ੁਰੂਆਤ ਕਰ ਰਹੇ ਆ ਕਿਸੇ ਚੀਜ਼ ਦੀ, ਇਹ ਜੋ ਯਾਨੀ ਕਿ ਡੈਜ਼ਰਟ ਨੂੰ ਲੈ ਕੇ। ਚਲੋ ਜੀ ਮੈਨੂੰ ਜਾ ਕੇ ਦੱਸੋ ਕਿ ਕੀ ਕੋਈ ਮੈਚ ਹੋਇਆ ਜੀ? ਪਹਿਲੇ ਤੇ ਦੱਸਿਆ ਹੋਇਆ ਜੀ ਸਿਸਟਮ ਮੈਂਸ਼ਨ ਕੀਤਾ ਹੋਇਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ, ਕਿਤੇ ਨਹੀਂ ਦਿਖਿਆ ਜੀ। ਸੁਜੈਸ਼ਨ ਦਿੱਤਾ ਹੋਇਆ ਜੀ ਕਹਿੰਦੇ ਕਨਵਿੰਸ ਕਰਨ ਦਾ, ਕਿਤੇ ਨਹੀਂ ਦੱਸਿਆ। ਕਹਿੰਦੇ ਜੀ ਪ੍ਰੈਜ਼ੈਂਟ ਟਾਈਮ ਨੂੰ ਲੈ ਕੇ ਸਹਾਰਾ ਦੀ ਕਹਿੰਦੇ ਸ਼ਾਰਟ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ। ਪਹਿਲੇ ਪੈਰੇ ਵਿੱਚ ਸਹਾਰਾ ਦੇ ਬਾਰੇ ਦੱਸੀਆਂ ਗੱਲਾਂ ਜੀ, ਡਿਸਕ੍ਰਿਪਸ਼ਨ ਕੀਤੀ ਹੋਈ ਹੈ ਜੀ। ਹਾਂਜੀ ਡਿਸਕ੍ਰਿਪਸ਼ਨ ਦਾ ਮਤਲਬ ਡਿਸਕ੍ਰਾਈਬ ਕੀਤਾ ਹੋਇਆ, ਉਹ ਪੈਰੇ ਦੇ ਵਿੱਚ ਸਹਾਰਾ ਨੂੰ ਡਿਸਕ੍ਰਾਈਬ ਕੀਤਾ ਹੋਇਆ ਇਹਦੇ ਵਿੱਚ ਜੀ। ਇਹ ਕਿਹੜੀ ਲੈਂਡ ਆ, ਕਾਹਦੇ ਲਈ ਯੂਜ਼ ਹੁੰਦੀ ਆ, ਸਹੀ ਕੀ ਹੈ ਜੀ? ਬਿਲਕੁਲ ਜੀ। ਤਾਂ ਦੇਖੋ ਡਿਸਕ੍ਰਾਈਬ ਕੀਤਾ ਤਾਂ ਹੋਇਆ ਜੀ ਇਹਦੇ ਵਿੱਚ, ਜੋ ਸਹਾਰਾ ਹੈ ਉਹਦੀ ਡਿਸਕ੍ਰਿਪਸ਼ਨ ਆਪਾਂ ਨੂੰ ਪਹਿਲੇ ਦੇ ਵਿੱਚ ਮਿਲੀ ਤੇ ਡਿਸਕ੍ਰਿਪਸ਼ਨ ਸੀ ਵੀ ਉਹ ਸ਼ਾਰਟ। ਧਿਆਨ ਨਾਲ ਦੇਖੋ ਤਾਂ ਸ਼ਾਰਟ ਡਿਸਕ੍ਰਿਪਸ਼ਨ ਸੀਗੀ, ਕੋਈ ਜ਼ਿਆਦਾ ਗੱਲਾਂ ਨਹੀਂ ਕਹੀਆਂ ਗਈਆਂ ਸਹਾਰਾ ਨੂੰ ਲੈ ਕੇ, ਬਸ ਥੋੜੀਆਂ ਜਿਹੀਆਂ ਸ਼ੁਰੂਆਤ ਦੇ ਵਿੱਚ ਕਹੀਆਂ ਗਈਆਂ। ਫਿਲਹਾਲ ਆਪਾਂ ਨੂੰ ਜੋ ਪਹਿਲੇ ਨੰਬਰ ਵਾਲਾ ਉਹ ਆਪਾਂ ਨੂੰ ਲੱਗ ਰਿਹਾ, ਆਪਾਂ ਲੱਗ ਗਾਂ ਜਾ ਕੇ ਚੇਂਜ ਹੋਊਗਾ ਤਾਂ ਆਪਾਂ ਦੇਖਾਂਗੇ। ਹੁਣ ਆਪਾਂ ਛੋਟਾ ਪੈਰਾ ਹੋਰ ਲੱਭ ਕੇ ਲਿਆਉਣੇ ਜੀ ਕੋਈ। ਤਾਂ ਦੇਖੋ ਬੀ ਤਾਂ ਵੈਸੇ ਹੀ ਹੋ ਗਿਆ, ਸੀ ਕਾਫੀ ਲੈਂਥੀ ਆ, ਚਲੋ ਡੀ ਕੋਲ ਚੱਲਦੇ ਹਾਂ। ਪੈਰਾਗ੍ਰਾਫ ਡੀ ਦੇ ਕੋਲ ਚੱਲਦੇ ਹਾਂ, ਦੇਖੀਏ ਧਿਆਨ ਨਾਲ ਕਿ ਕੀ ਕਹਿੰਦੇ। ਹਾਂਜੀ ਡੀ ਪੜ੍ਹਿਓ ਜੀ। ਹਾਂਜੀ ਕਹਿੰਦੇ ਬਟ ਪ੍ਰੋਡਿਊਸਿੰਗ ਸਿਗਨੀਫੀਕੈਂਟ ਕੁਆਂਟੀਟੀ ਆਫ ਇਲੈਕਟ੍ਰਿਸਿਟੀ, ਕਹਿੰਦੇ ਸਿਗਨੀਫੀਕੈਂਟ ਕੁਆਂਟੀਟੀ ਇਲੈਕਟ੍ਰਿਸਿਟੀ ਦੀ ਪ੍ਰੋਡਿਊਸ ਕਰਨ ਦਾ ਮਤਲਬ ਕੀ ਆ? ਕਹਿੰਦੇ ਬਿਲਡਿੰਗ ਹਿਊਜ ਐਰੇ ਆਫ ਮਿਰਰ, ਆਪਾਂ ਨੂੰ ਕਾਫੀ ਜ਼ਿਆਦਾ ਮਿਰਰ ਬਿਲਡ ਕਰਨੇ ਪੈਣੇ ਆ, ਕਾਫੀ ਜ਼ਿਆਦਾ ਪਾਈਪਸ ਬਿਲਡ ਕਰਨੀਆਂ ਪੈਣੀਆਂ ਤੇ ਵੀ ਕਹਿੰਦੇ ਨੇ ਕਿ 100 ਆਫ ਮਾਈਲ ਚੱਲਣਗੀਆਂ, ਕਾਫੀ ਜ਼ਿਆਦਾ ਡਿਸਟੈਂਸ। ਤੇ ਜੀ ਇਹ ਕਹਿੰਦੇ ਚੀਜ਼ ਮਹਿੰਗੀ ਵੀ ਬਹੁਤ ਹੈ ਜੀ। ਤੇ ਗੈਰੇ ਨੇ ਕੀ ਕਿਹਾ ਜੀ? ਕਹਿੰਦੇ ਗੈਰੇ ਨੇ ਕਿਹਾ ਕਿ ਜੋ ਕਹਿੰਦੇ ਸੋਲਰ ਪਾਵਰ ਸਾਇੰਟਿਸਟ ਆ ਸੇ ਕੀ ਕਹਿੰਦਾ ਜੀ, ਕਾਸਟ ਕਹਿੰਦੇ ਕਾਫੀ ਜ਼ਿਆਦਾ ਆਪਾਂ ਨੂੰ ਪੈ ਜਾਣੀ ਜੇ ਆਪਾਂ ਇਹਨੂੰ ਸ਼ੁਰੂ ਕਰਨਾ ਤਾਂ 2020 ਤੱਕ। ਤਾਂ ਮੈਨੂੰ ਧਿਆਨ ਨਾਲ ਮੈਚ ਕਰਕੇ ਦੱਸੋ, ਤੁਹਾਡੇ ਸਿਰਫ ਦੋ ਹੀ ਰਹਿ ਗਏ ਜੀ ਹੁਣ, ਪਹਿਲਾ ਤੇ ਤੀਜਾ। ਮੈਨੂੰ ਧਿਆਨ ਨਾਲ ਦੱਸੋ ਪਹਿਲੇ ਤੇ ਤੀਜੇ ਨਾਲ ਕੀ ਯੂਜ਼ ਹੋਇਆ ਜੀ?
ਪਹਿਲੇ ਤੇ ਤੀਜੇ ਨਾਲ ਕੀ ਮੈਨੂੰ ਦੱਸੋ ਜੀ, ਕੀ ਕੋਈ ਮੈਚ ਹੋਇਆ ਜੀ? ਪਹਿਲੇ ਚ ਕਹਿ ਰਹੇ ਜੀ ਯਾਨੀ ਕਿ ਸਿਸਟਮ ਮੈਂਸ਼ਨ ਕੀਤਾ ਗਿਆ ਵਾ ਜੋ ਯੂਜ਼ ਨਹੀਂ ਹੋ ਸਕਿਆ ਜੀ। ਤੇ ਆਪਾਂ ਨੂੰ ਤੀਜੇ ਚ ਲਿਖਿਆ ਹੋਇਆ ਕਿ ਜੋ ਕੰਪਨੀਆਂ ਨੂੰ ਕਿਵੇਂ ਕਨਵਿੰਸ ਵਗੈਰਾ ਕਰਨਾ। ਹੁਣ ਧਿਆਨ ਨਾਲ ਦੱਸੋ ਕੀ ਕੋਈ ਮੈਚ ਹੋਇਆ ਜੀ? ਹਾਂਜੀ नहीं सर नहीं सर ਮੈਚ ਹੋਇਆ ਜੀ ਕੋਈ? ਇੱਥੋਂ ਧਿਆਨ ਨਾਲ ਦੇਖਿਓ, ਆਪਣੇ ਕੋਲ ਸੀਗਾ ਜੀ ਜੇ ਆਪਾਂ ਕੁਆਂਟੀਟੀ ਉਹ ਵਾਲੀ ਜੋ ਪ੍ਰੋਡਿਊਸ ਕਰਨ ਦੇ ਲਈ ਆਪਾਂ ਨੂੰ ਕਾਫੀ ਮਿਰਰ ਤੇ ਪਾਈਪਸ ਦੀ ਲੋੜ ਪੈ ਜਾਣੀ ਹੈ ਕਹਿੰਦੇ, ਤੇ ਕੰਮ ਮਹਿੰਗਾ ਵਾ ਜੀ ਕਹਿੰਦੇ, ਤੇ ਗਾਂ ਜਾ ਕੇ ਦੱਸੀ ਕੋਸਟ ਕਿੰਨੀ ਲੱਗ ਜਾਣੀ ਹੈ ਜੀ ਜੇ 2020 ਤੱਕ ਇਹ ਚੀਜ਼ ਗੈਟ ਕਰਨੀ ਹੈ। ਆਪਾਂ ਨੂੰ ਹੈਡਿੰਗ ਸੀਗੀਆਂ ਜੀ ਆਹ ਵਾਲੀ, ਸਿਸਟਮ ਮੈਂਸ਼ਨ ਕੀਤਾ ਹੋਇਆ ਜਿਹੜਾ ਯੂਜ਼ ਨਹੀਂ ਹੋ ਸਕਿਆ। ਤੀਸਰੇ ਵਿੱਚ ਦੱਸਿਆ ਹੋਇਆ ਜੀ ਕਿ ਕਿਵੇਂ ਕਨਵਿੰਸ ਕਰੀਏ ਜੀ ਆਰਗੇਨਾਈਜੇਸ਼ਨ। ਕਿਸ ਤੇ ਡਾਊਟ ਪੈ ਰਿਹਾ ਜਾਂ ਇਹ ਖਾਲੀ ਹੈ ਜੀ? ਫਸਟ ਤੇ ਪੈ ਰਿਹਾ। ਫਸਟ ਤੇ ਪੈ ਰਿਹਾ। ਕੋਈ ਸਿਸਟਮ ਹਾਂਜੀ। ਮੈਂਸ਼ਨ ਕੀਤਾ ਜਿਹੜਾ ਯੂਜ਼ ਨਹੀਂ ਹੋ ਸਕਿਆ ਜੀ? ਕਿਹੜਾ ਸੀਗਾ ਗੱਲਾਂ ਉਹ? ਕੀਤੀਆਂ ਗੱਲਾਂ ਹਾਂ ਕੀਤੀਆਂ ਜਾਨੀ ਕਿ ਸਾਰੀਆਂ। ਮਿਰਰ ਵਗੈਰਾ ਬਹੁਤ ਲਾਉਣੇ ਪੈ ਜਾਣੇ, ਜਾਨੀ ਕਿ ਡਾਊਟ ਪੈ ਰਿਹਾ ਨਾ ਆਪਾਂ ਨੂੰ, ਡਾਊਟ ਪੈ ਰਿਹਾ। ਡਾਊਟ ਪੈ ਰਿਹਾ। ਓਕੇ ਤਾਂ ਆਪਾਂ ਇਹਦਾ ਡੀ ਲਾਤਾ ਜੀ। ਚਲੋ ਜੀ ਨੈਕਸਟ ਚੱਲਦੇ ਆਪਾਂ ਜੀ, ਨੈਕਸਟ ਚੱਲਦੇ ਹਾਂ ਜੀ ਆਪਾਂ ਤਾਂ ਨੈਕਸਟ ਜਾ ਕੇ ਦੇਖਦੇ ਹੁਣ ਆਪਾਂ। ਹਾਂਜੀ ਤਾਂ ਆਪਾਂ ਨੂੰ ਛੋਟਾ ਪੈਰਾ ਲੱਭਣਾ ਜੀ, ਤੇ ਆ ਆਪਣਾ ਹੋ ਗਿਆ ਜੀ, ਆ ਛੋਟੇ ਪੈਰੇ ਹੀ ਹੈ ਜੀ ਦੋਨੇ। ਚਲੋ ਜੀ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ, ਫਿਰ ਜੀ ਪੜਾਂਗੇ ਜੀ। ਕਹਿੰਦੇ ਮੀਨਵਾਈਲ ਦੇਖੀਏ ਤਾਂ ਕਹਿੰਦੇ ਸਮ ਕੰਪਨੀਜ਼ ਆ ਜੀ ਕਹਿੰਦੇ ਜਿਹੜੀਆਂ ਹੁਣ ਸਟਾਰਟ ਹੋ ਰਹੀਆਂ ਵਾ। ਅੱਗੇ ਜਾ ਕੇ ਕੰਪਨੀ ਦੇ ਬਾਰੇ ਦੱਸਿਆ ਹੋਇਆ ਜੀ ਜੋ ਕਹਿੰਦੇ ਬਿਲਡ ਕਰ ਰਹੀ ਹੈ ਸੋਲਰ ਥਰਮਲ ਪਲਾਂਟ। ਕਿਹਦੇ ਵਿੱਚ ਜਗ੍ਹਾ ਲਿਖੀ ਹੋਈ ਹੈ, ਦੂਸਰੀ ਫਿਰ ਜਗ੍ਹਾ ਲਿਖੀ ਹੋਈ ਹੈ, ਪਰ ਤੀਸਰੀ ਵੀ ਜਗ੍ਹਾ ਲਿਖੀ ਹੋਈ ਹੈ ਜੀ। ਨੈਕਸਟ ਸਟੈਪ ਕਿਹੜਾ ਹੋਊਗਾ ਕਿ ਕੇਬਲਸ ਨੂੰ ਗੈਟ ਕਰਨਾ ਪਲੇਸ ਦੇ ਵਿੱਚ, ਜਗ੍ਹਾ ਦੇ ਉੱਪਰ ਜੋ ਕੇਬਲਸ ਲੈ ਕੇ ਆਉਣੀ ਆ। ਭਾਵੇਂ ਕਿ ਕਹਿੰਦੇ ਯੂਰਪੀਅਨ ਪਾਰਲੀਮੈਂਟ ਪਾਸ ਕਰ ਚੁੱਕੀ ਹੈ ਲਾਅ ਜੋ ਕਿ ਹੈਲਪ ਕਰੂਗਾ ਜੀ ਗੋਲ ਨੂੰ ਗੈਟ ਕਰਨ ਦੇ ਵਿੱਚ 2020 ਤੱਕ। ਪਰ ਕਹਿੰਦੇ ਜਿਹੜੀ ਇਹ ਚੀਜ਼ ਹੈ ਕਹਿੰਦੇ ਕਾਫੀ ਜ਼ਿਆਦਾ ਸਾਲ ਲੈ ਸਕਦੀ ਹੈ ਜੀ, ਕਾਫੀ ਜ਼ਿਆਦਾ ਕਹਿੰਦੇ ਟਾਈਮ ਲੱਗ ਸਕਦਾ ਵਾ ਜੀ। ਜੇ ਕੀ ਕਰਨਾ ਜੀ, ਜੇ ਆਪਾਂ ਕ੍ਰੀਏਟ ਕਰਨਾ ਕਿ ਨੈਸੈਸਰੀ, ਜੇ ਆਪਾਂ ਕਿ ਜ਼ਰੂਰਤ ਵਾਲੀ ਚੀਜ਼ ਪੈਦਾ ਕਰਨੀ। ਮੈਨੂੰ ਧਿਆਨ ਨਾਲ ਜਾ ਕੇ ਦੱਸੋ ਜੀ ਕਿ ਕੋਈ ਮੈਚ ਹੋ ਰਿਹਾ ਜੀ? ਕੋਈ ਸੁਜੈਸ਼ਨ ਦਿੱਤਾ ਜੀ ਕੰਪਨੀਆਂ ਨੂੰ ਜਾਣੀ ਕਿ ਰਾਜੀ ਕਰਨ ਦਾ, ਕਨਵਿੰਸ ਕਰਨ ਦਾ, ਜਾਂ ਕੋਈ ਸਿਸਟਮ ਜਿਹੜਾ ਯੂਜ਼ ਨਹੀਂ ਹੋ ਸਕਿਆ ਜੀ, ਜਾਂ ਇਹ ਖਾਲੀ ਹੈ ਜੀ? ਫਿਰ ਹਾਂਜੀ ਖਾਲੀ ਹੈ ਸਰ। ਬਿਲਕੁਲ ਜੀ ਸਪੇਅਰ ਆਏ ਆਪਣੇ ਕੋਲ ਜੀ, ਤਾਂ ਉਹ ਆਪਾਂ ਕੱਟ ਦਿੰਦੇ ਆ ਜੀ। ਹਾਂਜੀ ਤਾਂ ਇਹ ਆਪਾਂ ਹਲੋ ਜੀ, ਇਹਦੇ ਤੇ ਆਪਾਂ ਕਰਤਾ ਕ੍ਰੋਸ। ਠੀਕ ਹੈ ਜੀ ਪੜਿਓ ਜੀ, ਪੈਰਾਗ੍ਰਾਫ ਜੀ ਪੜਿਓ। ਜੀ ਦੇ ਵਿੱਚ ਕਹਿੰਦੇ ਜੀ ਸਾਰੀ ਚੀਜ਼ ਛੱਡ ਦਿਆ ਕਰੋ। ਕਹਿੰਦੇ ਪਾਰਲੀਮੈਂਟ ਜਿਹੜੀ ਹੈਗੀ ਆ ਥਿੰਕ ਸੋਚਦੀ ਆ ਕਿ ਕੰਪਨੀ ਨੂੰ ਸ਼ੁਰੂ ਕਰਨਾ ਚਾਹੀਦਾ ਵਾ, ਸ਼ੁਰੂ ਕਰਨਾ ਚਾਹੀਦਾ। ਸ਼ੁੱਡ ਵਾਲੀ ਲੈਂਗੁਏਜ, ਸੁਜੈਸ਼ਨ ਵਾਲੀ ਲੈਂਗੁਏਜ। ਸ਼ੁਰੂ ਕਰਨਾ ਚਾਹੀਦਾ ਕੀ ਜੀ? ਸਮਾਲ ਅਮਾਉਂਟ ਆਫ ਸੋਲਰ ਜਿੰਨੀ ਛੇਤੀ ਹੋ ਸਕੇ ਜੀ। ਤੇ ਬਾਅਦ ਚੋਂ ਕਹਿੰਦੇ ਨਾਰਥ ਅਫਰੀਕਨ ਪਲਾਂਟ ਸ਼ੁਰੂ ਕਰਨੇ ਚਾਹੀਦੇ ਆ ਜੀ। ਕਹਿੰਦੇ ਬਾਈ ਲਿੰਕਿੰਗ ਕੇਬਲ ਲਾਈਨਸ। ਹਾਂਜੀ ਜੀ ਫਿਰ ਕਹਿੰਦੇ ਜੀ ਇਹ ਸ਼ੋਅ ਕਰ ਸਕਦੇ ਆ ਗਾਂ ਜਾ ਕੇ। ਬਾਅਦ ਚੋਂ ਕਹਿੰਦੇ ਜੀ ਉਹਨਾਂ ਨੇ ਕੀ ਕਿਹਾ ਜੀ, ਕਹਿੰਦੇ ਕੰਪਨੀਆਂ ਤੇ ਗਵਰਨਮੈਂਟ ਵੀ ਬਾਅਦ ਚੋਂ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ। ਬਈ ਕੰਪਨੀਆਂ ਤੇ ਗਵਰਨਮੈਂਟ ਤੱਕ ਵੀ ਇਹ ਚੀਜ਼ ਜਦੋਂ ਕਹਿੰਦੇ ਪ੍ਰੋਫਿਟੇਬਲ ਹੋ ਗਈ ਨਾ ਇਹ ਚੀਜ਼, ਕੰਪਨੀਆਂ ਨੇ ਵੀ ਰਾਜੀ ਹੋ ਜਾਣਾ ਵਾ, ਗਵਰਨਮੈਂਟ ਨੇ ਵੀ ਰਾਜੀ, ਦੋਨਾਂ ਨੇ ਕਹਿੰਦੇ ਜੰਪ ਕਰ ਜਾਣਾ ਇਹ ਚੀਜ਼ ਦੇ ਵਿੱਚ। ਧਿਆਨ ਨਾਲ ਪੜ੍ਹ ਕੇ ਦੱਸੋ ਜੀ ਮੈਨੂੰ ਕੀ ਕੋਈ ਮੈਚ ਹੋ ਰਿਹਾ ਜੀ? ਹਾਂਜੀ थर्ड सर ਥਰਡ ਦਾ ਸਰ ਸੌਰੀ ਆਪਣੇ ਕੋਲ ਇਹ ਸਭ ਤੋਂ ਲਾਸਟ ਦਾ ਜੀ ਮੈਚ ਹੋ ਰਿਹਾ ਨਾ। ਹੁਣ ਧਿਆਨ ਨਾਲ ਇੱਕ ਚੀਜ਼ ਦੇਖਿਓ ਜੀ, ਵੈਸੇ ਆਪਾਂ ਤੁਹਾਨੂੰ ਪਤਾ ਆਪਾਂ ਥਰਡ ਵੀ ਸਭ ਤੋਂ ਪਹਿਲਾਂ ਲੱਭ ਸਕਦੇ ਸੀਗੇ। ਕਿਵੇਂ? ਜਿੱਥੇ ਵੀ ਤੁਹਾਨੂੰ ਸੁਜੈਸ਼ਨ ਯਾਨੀ ਕਿ ਮਿਲੇ ਤੁਸੀਂ ਜਾ ਕੇ ਲਾਸਟ ਪੈਰਾ ਵੀ ਪੜ੍ਹ ਲਿਆ ਕਰੋ, ਨੋਟ ਕਰ ਲਓ ਇਹ ਵੀ ਚੀਜ਼। ਜੇ ਜਦੋਂ ਤੁਸੀਂ ਹੈਡਿੰਗ ਕਰ ਰਹੇ ਹੋ, ਹੈਡਿੰਗ ਦੇ ਵਿੱਚ ਜਿੱਥੇ ਵੀ ਤੁਹਾਨੂੰ ਫਿਊਚਰ ਵਰਡ ਦਿਖੇ ਕਿਸੇ ਵੀ ਹੈਡਿੰਗ 'ਚ ਜਾਂ ਸੁਜੈਸ਼ਨ ਵਰਡ ਦਿਖੇ ਤਾਂ ਤੁਸੀਂ ਲਾਸਟ ਵਾਲਾ ਜਾ ਕੇ ਰੀਡ ਕਰ ਲਿਆ ਕਰੋ ਜੀ। ਦੇਖੋ ਆਪਾਂ ਨੂੰ 10 ਸਟਾਰਟਿੰਗ 'ਚ ਹੀ ਲੱਭ ਜਾਣੇ ਸੀ। ਕੋਸਟ ਵਾਲਾ ਮੈਥਮੈਟੀਕਲ ਫਿਗਰ ਨੇ ਲਭਾ ਦੇਣਾ ਸੀ, ਫਿਰ ਕੁਆਂਟੀਟੀ ਵਾਲਾ ਫਿਰ ਮੈਥਮੈਟੀਕਲ ਫਿਗਰ ਨੇ, ਤੇ ਸੁਜੈਸ਼ਨ ਵਾਲਾ ਆਪਾਂ ਨੂੰ ਲਾਸਟ ਵਾਲੇ ਨੇ ਲਭਾ ਦੇਣਾ ਸੀਗਾ। ਇਹ ਚੀਜ਼ ਨੋਟ ਕਰ ਲਓ ਕਾਪੀ ਤੇ ਕਿ ਜੇ ਮੈਨੂੰ ਫਿਊਚਰ ਵਰਡ ਦਿਖੇ ਜਾਂ ਸੁਜੈਸ਼ਨ ਦਿਖੇ
ਤਾਂ ਮੈਨੂੰ ਲਾਸਟ ਵਾਲੀ ਪਣਾ, ਜਾਂ ਯਾਨੀ ਕਿ ਨੀਡ ਵਰਡ ਦਿਖ ਜਾਵੇ ਜੀ, ਨੀਡ ਜਾਂ ਰਿਕੁਆਇਰ ਦਿਖ ਜਾਵੇ ਵਰਡ, ਇਹ ਸਾਰੇ ਫਿਊਚਰ ਨੂੰ ਰਿਪਰੈਜ਼ੈਂਟ ਕਰਦੇ ਆ। ਜਾਂ ਯਾਨੀ ਕਿ ਪ੍ਰੈਡਿਕਸ਼ਨ ਵਰਡ ਦਿਖ ਜਾਵੇ, ਤਾਂ ਇਹ ਸਾਰੇ ਕਿਹਨੂੰ ਡਿਨੋਟ ਕਰਦੇ ਆ? ਹੋ ਸਕਦਾ ਕਿ ਲਾਸਟ ਉੱਪਰ ਗੱਲਾਂ ਕੀਤੀਆਂ ਗਈਆਂ ਹੋਣ। ਸੋ ਦੇਖੋ ਤੁਹਾਡੀ ਸਾਰੀ ਰੀਡਿੰਗ ਦੇ ਵਿੱਚੋਂ ਜਸਟ ਇੱਕ ਸਿੰਗਲ ਕੁਐਸਚਨ ਗਲਤ ਗਿਆ ਜੀ। 13 ਦੇ ਵਿੱਚੋਂ ਤੁਹਾਡੇ 12 ਸਹੀ ਹੈ ਜੀ। ਉਹ ਕਿਹੜਾ ਹੋ ਸਕਦਾ ਜੀ? ਹੁਣ ਦੇਖੋ ਰਿਪੀਟ ਹੋਇਆ ਕੋਈ 2 ਵਾਰ? ਕੋਈ 2 ਵਾਰ ਰਿਪੀਟ ਹੋਇਆ ਜੀ? ਨੋ ਸਰ। ਯਾਨੀ ਕਿ ਕੋਈ ਗਲਤ ਹੈ ਜੀ, ਕਿਉਂਕਿ ਰਿਪੀਟ ਤਾਂ ਹੋਣਾ ਚਾਹੀਦਾ ਵਾ ਉੱਤੇ। ਜੇ ਲਿਖਿਆ ਵਾ ਤਾਂ ਡੈਫੀਨੇਟਲੀ ਹੋਊਗਾ ਜੀ, ਕਿਉਂਕਿ ਲਿਖਿਆ ਵੀ ਤਾਂ ਹੀ ਆ ਉਹਨਾਂ ਨੇ। ਕਿਉਂਕਿ ਜੋ ਯਾਨੀ ਕਿ ਡਿਜ਼ਾਈਨਰ ਆ, ਡਿਜ਼ਾਈਨਰ ਨੇ 2 ਪਾਏ ਹੋਏ ਆ, ਤਾਂ ਦੇਖੋ ਸਟਾਰਟਿੰਗ ਵਾਲੀ ਡ੍ਰੋਬੈਕ ਹੀ ਲੱਭੀ ਜੀ, ਜਿਹੜਾ ਪਹਿਲੇ ਦਾ ਆਨਸਰ ਵੀ ਆ ਹੋਣਾ ਸੀਗਾ ਜੀ। ਤਾਂ ਦੇਖੋ ਆਪਾਂ ਨੂੰ ਉਹ ਕੋਸਟ ਕਰਕੇ ਲੱਭ ਗਿਆ, ਕੋਸਟ ਲਿਖੀ ਪਈ ਸੀ, ਬਟ ਉਹ ਸੇਮ ਦੇ ਵਿੱਚ ਇੱਕ ਸਿਸਟਮ ਵੀ ਮੈਂਸ਼ਨ ਕੀਤਾ ਗਿਆ ਵਾ ਜਿਹੜਾ ਯੂਜ਼ ਨਹੀਂ ਹੋ ਸਕਿਆ। ਧਿਆਨ ਨਾਲ ਦੇਖਿਓ, ਜੇ ਤੁਸੀਂ ਇਹਦੇ ਵਿੱਚ ਜਾ ਕੇ ਧਿਆਨ ਨਾਲ ਦੇਖੋ ਤਾਂ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਉਹ ਸਿਸਟਮ ਡਿਸਕ੍ਰਾਈਬ ਕੀਤਾ ਹੋਊਗਾ। ਧਿਆਨ ਨਾਲ ਦੇਖਿਓ, would not be suitable, ਲੱਗ ਗਿਆ ਪਤਾ ਜੀ ਸਾਰਿਆਂ ਨੂੰ? would not be suitable ਦਾ ਮਤਲਬ ਕੀ ਜੀ? ਕਿ ਉਹ ਚੀਜ਼ suitable ਨਹੀਂ ਸੀਗੀ ਜੀ, ਉਹ ਠੀਕ ਨਹੀਂ ਸੀ, ਜਾਨੀ ਕਿ ਫਿਰ ਜਿਹੜੀ ਉਹ ਚੀਜ਼ ਸੀਗੀ ਉਹ ਛੱਡਤੀ ਸੀਗੀ। ਜਿਹੜੀ ਜਾਨੀ ਕਿ ਅਮਾਉਂਟ ਆਫ ਇਲੈਕਟ੍ਰਿਸਿਟੀ ਕੈਰੀ ਕਰਨੀ ਸੀ, ਉਹ ਚੀਜ਼ suitable ਨਹੀਂ ਸੀਗੀ ਜੀ, ਤਾਂ ਕਰਕੇ ਫਿਰ ਉਹ ਚੀਜ਼ ਨੂੰ ਕੀ ਕਰਤਾ ਸੀਗਾ ਜੀ? ਛੱਡਤਾ ਸੀਗਾ, ਯੂਜ਼ ਨਹੀਂ ਹੋ ਸਕੀ। ਹੁਣ ਆਪਾਂ ਨੂੰ ਦੇਖੋ ਕੋਸਟ ਕਰਕੇ ਨੀਚੇ ਲੱਭ ਗਿਆ, ਯਾਨੀ ਕਿ ਆਹ ਉਹ ਪੈਰਾ ਸੀਗਾ ਜਿਹਦੇ ਵਿੱਚ 2 ਡਿਜ਼ਾਈਨ ਕੀਤੇ ਪਏ ਸੀਗੇ, ਬਾਕੀ ਸਾਰਿਆਂ ਦਾ ਸਿੰਗਲ ਸੀਗੇ। ਮੈਨੂੰ ਯੈਸ ਔਰ ਨੋ ਦੱਸ ਦਿਓ, ਸਾਰਿਆਂ ਨੂੰ ਕਲੀਅਰ ਹੈ ਜੀ ਰੀਡਿੰਗ ਆਪਾਂ ਜੋ ਕੀਤੀ ਹੈ? ਹਾਂਜੀ ਸਰ।